ਤਾਰਕ ਛੰਦ ਕਲਕੀ ਅਵਤਾਰ ਰਿਸ ਆ ਮਹਿੰਗੇ ਪਟ ਓਗ ਪ੍ਰਯੋਗ ਗਰਾ ਮਹਿੰਗੇ। ਜਦੋਂ ਹੋਣ ਲੱਗੀ ਨਾ ਚਰਚਾ, ਜ਼ਿਆਦਾ ਲੋਕ ਬੋਲਣ ਲੱਗ ਗਏ, ਕੋਈ ਕਿਸੇ ਦੀ ਕੰਨ ਪਾਈ ਗੱਲ ਨਹੀਂ ਸੁਣਦੀ, ਆਪਣੀ ਆਪਣੀ ਮੂੰਹ ਆਈਆਂ, ਉਧਰ ਰਿਜ਼ਲਟ ਨਹੀਂ ਕੋਈ ਨਿਕਲਦਾ। ਦੇਵਤੇ ਨੇ ਰਾਕਸ਼ਸ ਨੇ, ਇਹਨਾਂ ਦੀ ਲੜਾਈ ਇਹੋ ਜਿਹੀ ਹੁੰਦੀ। ਨਾ ਤਾਂ ਦੇਵਤਿਆਂ ਨੂੰ ਪਤਾ ਹੁੰਦਾ ਨਿਰਾਕਾਰ ਬਾਰੇ, ਸੱਚ ਬਾਰੇ। ਦੇਵਤਿਆਂ ਨੂੰ ਸੱਚ ਬਾਰੇ ਨਹੀਂ ਪਤਾ ਹੁੰਦਾ। ਦੇਵਤੇ ਤਾਂ ਆ ਜਿਹੜੇ ਸਿਮਰਤ ਸ਼ਾਸਤਰ ਸਾਖੀਆਂ ਸੂਖੀਆਂ ਬਣਾ ਲੈਂਦੇ ਨੇ, ਜਿਵੇਂ ਗੁਰਦੁਆਰਿਆਂ 'ਚ ਨਹੀਂ ਇਹੀ ਕੁਝ ਹੁੰਦਾ ਹੁੰਦਾ ਇਹਨਾਂ ਕੋਲ। ਗਿਆਨਵਾਨ ਤਾਂ ਨਾ ਉਹ ਹੁੰਦੇ ਹੀ ਨਹੀਂ, ਪੇਸ਼ਾਵਰ ਹੁੰਦੇ ਨੇ, ਧਰਮ ਧੰਦਾ ਬਣ ਜਾਂਦਾ। ਦੇਵਤੇ ਧਰਮ ਦੇ ਦੇਵਤੇ ਕੌਣ ਨੇ? ਧਰਮ ਦੇ ਸਿਰ ਤੇ ਰੋਟੀ ਰੋਜੀ ਖਾਣ ਵਾਲੇ ਨਾ, ਰੋਟੀ ਖਾਣ ਵਾਲੇ ਦੇਵਤੇ ਨੇ। ਕਹਿੰਦੇ ਰਹਿੰਦੇ ਨੇ ਬਈ ਰੱਬ ਹੈਗਾ, ਪ੍ਰੂਫ ਉਹਨਾਂ ਕੋਲ ਹੈ ਨਹੀਂ ਰੱਬ ਦਾ। ਜੇ ਕਹੇ ਵੀ ਸਾਬਤ ਕਰੋ ਰੱਬ ਹੈਗਾ, ਯਾਨੀ ਉਹ ਰੱਬ ਦਾ ਆ ਨਿਰਾਕਾਰ ਦੀ ਸੋਝੀ ਨਹੀਂ ਰੱਖਦੇ ਹੁੰਦੇ। ਸੋਝੀ ਦੀ ਕਮੀ ਹੁੰਦੀ ਹੈ, ਸ਼ਰਧਾ ਹੁੰਦੀ ਹੈ ਉਹਨਾਂ ਕੋਲ, ਬਸ ਉਹੀ ਮੰਨੀ ਜਾਂਦੇ ਨੇ, ਕਹੀ ਜਾਂਦੇ ਨੇ। ਜਿਹੜੀਆਂ ਉਹਨਾਂ ਦੀਆਂ ਸਾਖੀਆਂ ਹੁੰਦੀਆਂ ਨੇ ਉਹ ਇੰਨਾ ਝੂਠ ਹੁੰਦਾ, ਹੋਰ ਤਰੀਕੇ ਨਾਲ ਅੱਖਾਂ ਨਾਲ ਦਰਸ਼ਨ ਦੀਆਂ ਸਾਖੀਆਂ ਬਣਾ ਲੈਂਦੇ ਨੇ। ਉਹ ਦੂਏ ਪਾਸੇ ਜਿਹੜੇ ਤਰਕ ਵਾਲੇ ਨੇ ਉਹ ਕਹਿੰਦੇ ਨੇ ਲੋਕ ਕਿਉਂ ਨਹੀਂ ਮੰਨਦੇ, ਮੰਨਣ ਤੇ ਹਟਦੇ ਕਿਉਂ ਨੇ? ਇੱਕ ਪਾਸੇ ਤਾਂ ਤੁਸੀਂ ਕਹਿੰਦੇ ਅੱਖਾਂ ਨੂੰ ਦੀਦਾ ਨਹੀਂ, ਦੂਏ ਪਾਸੇ ਸਾਖੀਆਂ ਅੱਖਾਂ ਨਾਲ ਦੇਖਣ ਵਾਲੀਆਂ ਬਣਾ ਲਈਆਂ ਤੁਸੀਂ। ਇਹ ਕਾਰਨ ਹੁੰਦਾ ਲੋਕਾਂ ਦੇ ਪਿੱਛੇ ਹਟਣ ਦਾ। ਜੋ ਤੁਸੀਂ ਕਹਿ ਰਹੇ ਹੋ ਤੁਸੀਂ ਉਹ ਤੇ ਉਲਟ ਪ੍ਰਚਾਰ ਕਰ ਰਹੇ ਹੋ। ਅੱਖ ਨਾਲ ਦੀਦਾ ਨਹੀਂ, ਅੱਖ ਨਾਲ ਦਰਸ਼ਨ ਕਰਾ ਰਹੇ ਹੋ। ਇੱਥੋਂ ਲੋਕ ਸਮਾਂ ਮੰਨਣ ਤੇ ਹਟ ਜਾਂਦੇ ਨੇ। ਲੋਕਾਂ ਦਾ ਧਰਮ ਤੋਂ ਵਿਸ਼ਵਾਸ ਦਾ ਉੱਠ ਜਾਣਾ ਕਾਰਨ ਦੇਵਤੇ ਹੁੰਦੇ ਨੇ। ਉਹ ਰੋਟੀ ਰੋਜੀ ਦੇ ਵਾਸਤੇ ਹੁੰਦੇ ਨੇ। ਆਪਣੇ 'ਚ ਉਹਨਾਂ 'ਚ ਉਨੀਆਂ ਹੀ ਕਮੀਆਂ ਹੁੰਦੀਆਂ ਨੇ, ਬਲਕਿ ਕਈ ਵਾਰ ਕਮੀਆਂ ਦੇਵਤਿਆਂ 'ਚ ਰਾਖਸ਼ਾਂ ਨੂੰ ਵੀ ਜ਼ਿਆਦਾ ਹੁੰਦੀਆਂ ਨੇ। ਉਹਨਾਂ 'ਚ ਆਦਮੀ ਚੰਗੇ, ਕਮਿਊਨਿਸਟ ਇਹਨਾਂ ਨੂੰ ਚੰਗੇ ਸੀ ਸਾਰਿਆਂ ਨੂੰ। ਕਮਿਊਨਿਸਟ ਪਾਰਟੀ ਹੁਣ ਵੀ ਕਮਿਊਨਿਸਟ ਪਾਰਟੀ 'ਚ ਇਮਾਨਦਾਰ ਦੂਜੀਆਂ ਪਾਰਟੀਆਂ ਨੂੰ ਜ਼ਿਆਦਾ ਨੇ। ਰੱਬ ਨੂੰ ਮੰਨਦੇ ਨਹੀਂ, ਮੰਨਣ ਵਾਲਿਆਂ 'ਚ ਕਮਜ਼ੋਰੀਆਂ ਜ਼ਿਆਦਾ ਨੇ। ਕਿ ਮਾਇਆ ਲక్ష్ਮੀ ਨੂੰ ਉਹ ਪਏ ਹੋਏ ਨੇ ਨਾ, ਲక్ష్ਮੀ ਦੇ ਪੁਜਾਰੀ ਨੇ, ਇਹ ਮਾਇਆ ਦੇ ਪੁਜਾਰੀ ਨੇ। ਜਦ ਮਾਇਆ ਦੇ ਪੁਜਾਰੀ ਨੇ ਝੂਠ ਨਾਲ ਜੁੜੇ ਹੋਏ ਨੇ, ਫਿਰ ਇਹਦਾ ਮਤਲਬ ਮੂਰਤੀ ਪੂਜਕ ਹੋ ਗਏ। ਮੂਰਤੀ ਪੂਜਾ 'ਚ ਜੇ ਤੁਸੀਂ ਅੱਖਾਂ ਨਾਲ ਦੇਖਣ ਵਾਲੀ ਚੀਜ਼ ਹੈ ਮਾਇਆ, ਤਾਂ ਮਾਇਆ ਦੇ ਪੁਜਾਰੀ ਹੋ ਗਏ। ਤੇ ਮਾਇਆ ਨੂੰ ਤੁਸੀਂ ਨਾਗਣੀ ਕਹਿੰਦੇ ਹੋ, ਪੂਜਾ ਉਸੇ ਦੀ ਕਰਦੇ ਹੋ। ਕਾਰਨ ਅਸਲ 'ਚ ਦੇਵਤਿਆਂ ਦਾ ਜਿਹੜਾ ਗ੍ਰੰਥ ਨੇ ਉਹ ਹੀ ਧਰਮ ਦੇ ਵਿਰੁੱਧ ਹੁੰਦੇ। ਅੱਜ ਜੋ ਪ੍ਰਚਾਰ ਹੋ ਰਿਹਾ ਹੈ ਉਹ ਗੁਰਮਤਿ ਦੇ ਵਿਰੁੱਧ ਹੋ ਰਿਹਾ। ਗੁਰਦੁਆਰੇ 'ਚ ਜੋ ਗੁਰਬਾਣੀ ਕਹਿ ਰਹੀ ਹੈ ਕੁਛ ਹੋਰ ਕਹਿ ਰਹੀ ਹੈ, ਪ੍ਰਚਾਰ ਕੁਛ ਹੋਰ ਹੋ ਰਿਹਾ। ਉਹ ਆਪ ਹੀ ਉਲਟ ਪ੍ਰਚਾਰ ਕਰਦੇ ਨੇ। ਉਲਟ ਪ੍ਰਚਾਰ ਕਰਕੇ ਹੀ ਜਿਹੜੇ ਲੋਕ ਨੇ ਇਹ ਮੰਨਣ ਤੇ ਹਟ ਗਏ। ਲੋਕ ਸਮਝਦਾਰ ਨੇ, ਉੱਥੇ ਨਹੀਂ ਜੇ ਬੋਲਦੇ ਤਾਂ ਪਤਾ ਤਾਂ ਹੈ ਉਹਨਾਂ ਨੂੰ। ਜੇ ਗੁਰਦੁਆਰੇ ਦੇ ਵਿੱਚ ਨਹੀਂ ਬੋਲਦੇ, ਇਹਨਾਂ ਦੇ ਮੂੰਹ ਤੇ ਨਹੀਂ ਕਹਿੰਦੇ, ਹੁਣ ਤਾਂ ਪਤਾ ਬਕਵਾਸ ਕਰਦੇ ਨੇ ਸਾਰੇ। ਬਾਹਰ ਆ ਕੇ ਜਿਹੜੇ ਦੂਏ ਸਿਆਣੇ ਆਦਮੀ ਜਾਂ ਤਰਕ ਵਾਲੀ ਗੱਲ ਕਰਦੇ ਨੇ ਉਹਦਾ ਜਵਾਬ ਹੈ ਨਹੀਂ, ਤੇ ਲੋਕ ਇਹਨਾਂ ਦੇ ਪਿੱਛੇ ਹੀ ਹਟ ਜਾਂਦੇ। ਹੁਣ ਜਾਂ ਗਿਆਨ ਚਰਚਾ ਹੋਣ ਲੱਗੀ ਹੈ, ਉਹ ਪ੍ਰੂਫ ਨਹੀਂ ਕਰ ਸਕਦੇ। ਉਹ ਸਾਖੀਆਂ ਝੂਠੀਆਂ ਨੇ ਜਿਹੜੀਆਂ ਨੇ। ਸਾਖੀਆਂ ਤਾਂ ਸਾਰੀਆਂ ਝੂਠੀਆਂ ਹੁੰਦੀਆਂ ਬਣਾਈਆਂ ਹੋਈਆਂ ਇਹਨਾਂ ਨੇ। ਉਹ ਦੀਪ ਸਿੰਘ ਦੀ ਸਾਖੀ ਬਣਾ ਲਈ ਬਾਬੇ ਦੀ, ਸਿਰ ਤੇ ਜੀ ਸਿਰ। ਕੋਈ ਅਕਲ ਦੀ ਗੱਲ ਕਰੋ। ਗੁਰੂਆਂ ਵੇਲੇ ਨਹੀਂ ਇਹ ਕੰਮ ਹੋ ਸਕਿਆ, ਫਿਰ ਕਿਵੇਂ ਹੋ ਗਿਆ? ਉਹ ਜੀ ਰਣਜੀਤ ਸਿੰਘ ਵਿਚਾਲੇ ਖੜ ਗਿਆ, ਦਰਿਆ ਉਹਦਾ ਉਧਰ ਹੋ ਗਿਆ। ਗੱਲ ਕਰੋ। ਸਰਸਾ ਦਾ ਹੋਇਆ ਨਹੀਂ, ਰੁਕਿਆ ਨਹੀਂ। ਗੁਰੂ ਗੋਬਿੰਦ ਸਿੰਘ ਤੇ ਰਣਜੀਤ ਸਿੰਘ ਨੇ ਦਰਿਆ ਰੋਕ ਲਿਆ। ਇਹ ਗੁਰੂਆਂ ਵੇਲੇ ਝੂਠ ਨਹੀਂ ਬੋਲਿਆ ਜਾ ਸਕਦਾ ਹੁੰਦਾ। ਉਦੋਂ ਨਹੀਂ ਝੂਠ ਇਹਨਾਂ ਨੇ ਬਾਅਦ 'ਚ ਪੈਦਾ ਕੀਤਾ ਹੁੰਦਾ। ਬਾਅਦ ਵਾਲਿਆਂ ਦਾ ਜ਼ੋਰ ਚੱਲ ਗਿਆ, ਝੂਠ ਪੈਦਾ ਕਰ ਲਿਆ। ਜੇ ਗੁਰੂ ਘਰ ਦਾ ਪਹਿਰਾ ਰਿਹਾ ਹੁੰਦਾ, ਪਰਚਾ ਉੱਥੇ ਕਬਜ਼ਾ ਰਿਹਾ ਹੁੰਦਾ ਹਰਿਮੰਦਰ ਸਾਹਿਬ 'ਚ, ਤਾਂ ਬੇਰੀ ਵਾਲੀ ਸਾਖੀ ਉਹ ਨਹੀਂ ਸੀ ਜੁੜ ਸਕਦੀ। ਅੰਮ੍ਰਿਤਸਰ ਦੇ ਨਾਲ ਜਿਵੇਂ ਗੁਰਬਾਣੀ 'ਚ ਅੰਮ੍ਰਿਤ ਸਰੋਵਰ ਲਿਖਿਆ, ਇਹੀ ਅੰਮ੍ਰਿਤ ਸਰੋਵਰ ਹੈ। ਰਾਮਦਾਸ ਸਰੋਵਰ ਨਹਾਤੇ। ਇਹ ਜਿਹੜਾ ਪ੍ਰਚਾਰ ਜੋੜਿਆ, ਕਿਹਨੇ ਜੋੜਿਆ? ਇਹ ਪ੍ਰਚਾਰ ਜੋੜਿਆ ਕਿਹਨੇ? ਇਹ ਉਹਨਾਂ ਨੇ ਜੋੜਿਆ ਜਿਨ੍ਹਾਂ ਨੇ ਗੁਰਮਤਿ ਤੋਂ ਖਿਲਾਫ ਪ੍ਰਚਾਰ ਕਰਨਾ ਸੀ। ਮੀਡੀਆ ਨੇ ਜਗ੍ਹਾ ਦੀ ਇੰਪੋਰਟੈਂਸ ਬਣਾਈ ਹੈ, ਸਿਰਫ ਕੋਲ ਨਹੀਂ ਸੀ ਕੁਛ ਵੀ ਉਹਨਾਂ ਦੇ। ਵੀ ਇਹ ਇੱਥੇ ਰਾਮਦਾਸ ਸਰੋਵਰ ਹੈ, ਇੱਥੇ ਨਹਾਤੇ ਤੇ
सब लाथे पाप कमाते। जय हरिद्वार वाली साखी इत्थे जोड़ ली भी तुहानूं कुछ करन दी लोड़ नहीं, इत्थे आओ इशनान करो पाप लै जाणगे, चढ़ावा चढ़ाओ करनूं चले जाओ। तो ਇਹਦੇ ਨਾਲ ਤਾਂ ਫਿਰ ਸਿੱਖੀ कमजोर होनी थी, गुरबाणी कोई क्यों मनूगा। ਇਹੋ जी चर्चा हो रही है। जे हुण कोई करदा सी बोलदा सी तां डरदे सी अकाल तख्त वालिਆਂ ਤੋਂ ਵੀ ਉਹ ਕਹਿ ਦੇਣਗੇ ਕੀ ਕਹਿੰਦੇ ਹੋ ਤੁਸੀਂ। ਝੂਠ ਨੂੰ मतलब है चलदा रखण वास्ते अकाल तख्त का इस्तेमाल करते रहे लोग भी जो झूठ असीं बाड़ लिया इहनूं कढणा नहीं हुण असीं भी ना ਇਹਦੇ खिलाफ ना बोलो। फिर अकाल तख्त होया, अकाल तख्त होया। ये सब पखंडवाद सी। अगर एक दिन किला ढाए जाना, ढाए ढेरी होए जाना सी। ये कलकी अवतार ज्यादा हुंदा है ना, बड़ा झूठ के प्रचार बारे आवाज़ उठी हुई है, जिवें आवाज़ उठी हुई सी काले बगाने की झूठ बारे आवाज़ सी। हुण भी लोग अखबारां च करदे ने, सवाल करदे ने, आवाज़ उठी हुई है हुण भी। ना तो जिहड़े बोलते ने उन्होंने ज्ञान है सच का, इन्हां नूं तां खैर होऊगा क्यों, ये तो हुणी सच के खिलाफ ने खड़े। झूठ नूं सच ये मन्नी बैठे ने, झूठियां साखियां नूं चाहे पता भी होवे भी झूठ है। इन्हां दी दुकान चलदी है झूठ दे सिर ते, काहते कहण। लोग आउंदे ने बेरी करके ही आउंदे ने ज़्यादा। उत्थे इन्हां दा तां होर हरमंदर साहब नाल ज़्यादा शरधा रखण वाले बेरी वाले उत्थे ने लोग ज़्यादा, उत्थे नहाउण वाले उत्थे नहाउण नूं ज़्यादा जांदे ने, क्यों जी उत्थे ही काहते जरूरी नहाउण, बाकी सरोवर। ये कारण है कि झूठ जिहड़ा बोलिया गया, लोग तो झूठ नूं पसंद करते हैं सारे। दुनिया सारी झूठी है। हिंदू नाले झूठ से जुड़े हुए थे, हिंदू ने सिख तो बने ही ना, किसी ने सिख बनाए ने ना, इन्होंने सिक्खी वाली लोड़ है। फिर कलकी अवतार नूं दखल देना पैंदा है। जदों हुई घमसान युद्ध हो जाता ना, रिजल्ट कोई नहीं निकलता। कलकी अवतार रिस आवेंगे, हाँ फिर वो गुस्से च आके रिस आवेंगे, वो फिर गुस्से च यानी परमेश्वर ही गुस्से च आउंदा। फिर फैसला तो करना ही है कोई आके। वही कलकी अवतार दे नूं किसे नूं सोझी कराउंदा। कलकी अवतार हुंदा कलयुग दे विच, जिहदे अंदर कल्पना सी ना उहनूं सोझी हो जाती है। पाप दे दुनिया च, पाप दी दुनिया है, हुक्म का विरोध करते हैं ना, ਉਹਦੇ ਵਿੱਚ अवतार है। अवतरिओ भव सागर तो उपर उठ जाना, माया तो उपर उठ जाना। ਜਿਹੜਾ माया तो उपर उठ गया, झूठ तो उपर उठ गया, ਉਹਨੂੰ समझ आउंदी है सच दी। जिन्ना चਿਰ माया ਦੇ ਨਾਲ जुड़िया होया है, माया ਦਾ पुजारी है, सच ਦੀ समझ नहीं आ सकती। अवतार वो हुंदा जिहड़ा माया तो उपर उठ जाए, तर जाए। लकड़ तरदी हुंदी है पानी च, उपर हुंदी है लकड़ पानी तो। तरन दा और मतलब की हुंदा, जहाज तरदा उन्ना च रह जाने, पानी दे उत्ते आ, पानी विच पै गया थल्ले चलेगा डुब गया। ਜਿਹੜੇ माया तो उपर दी फिरी हुई है, जिन्हां दे माया वो डुबे हुए ने, माया च ਜਿਹੜੇ माया तो उपर ने उठे हुए वो तरे हुए ने। और तरना डुबना कुछ नहीं होंगे, जिमें समुद्र के तरना या छप्पड़ च तरना डुबना, यही तरना डुबना। सुक्की लकड़ है उत्ते तरदी है पानी दे, जे डुबो दो तां भी उत्ते आ जाती है। फिर जब वजन छड़ दोगे फिर उत्ते आ जू। ये माया तो उपर उठ के माया च रहना, माया विच उदासी रहना ही तरना। जिहड़ा गुरमुख माया विच उदासी है, कलकी अवतार ये हुंदा। सारे ही कलकी अवतार हुंदे ने। ये आवेंगे भी लिखिया होया है, किते प्रेजेंट टेंस वरत्या होया है, किते फ्यूचर वरत्या होया है, किते पास्ट वरत्या होया है। ते तिन्ने टेंस वरते होए ने इहदे च। ये जिहड़ा चलदा ना कलकी अवतार, इहदे विच टेंस दो तां घट्टो घट्ट वरते ही होए ने, प्रेजेंट और फ्यूचर। फ्यूचर दे विच भी हुंदे रहने ने। ये हैगा हुण एक जंग हो रही है, ज्ञान चर्चा हो रही है। फिर कहते वो आउणगे, यह जे समय च आउंदे हुंदे ने, या आउणगे, आवेंगे। पट ओग प्रयोग करावेंगे। ਜਿਹੜੇ ओग प्रयोग ने,
ओग प्रयोग ने एक पासे राक्षस ने, एक पासे देवते ने। अग आओ गटारे इन्हीं ही के प्रसाद, आपस में ही विरोधी ने। ओग प्रयोग चाहे ओदी निगाह तो दो ही मतलब है विरुद्ध ने, कलकी अवतार की निगाह दे विच तां दो ही विरुद्ध ने सच दे, कि दोवां नूं ज्ञान है नहीं। ज्ञान की वो कमी है, विरुद्ध होर की है, ज्ञान करके मनते नहीं, फिर विरोध की करते हैं, मनते नहीं। वो जिहड़े मनते ने वो तां आदमी नूं मनते ने, ये देवते भी। उन्होंने ब्रह्मा विष्णु शिव जी बना ले, इन्होंने गुरु बना, गुरु इन्होंने तो हम ग्रंथ में बना लिया भी निराकार का दर्शन कर लो, चक के रमला। ये उदों भी कहा निकल गए, AC लाउन लग गए, पखे लाउन लग गए, वो हटा नहीं रहे अकाल तख्त वाले। हालांकि आप नहीं AC लाते हो, पर इन्होंने हटाते नहीं, ये लाने वाले हटाते भी नहीं हैं। वो हुण हद इन्नी ज़्यादा वध गई, हुण हटाउणा भी पऊगा। ओग प्रयोग गिरावेंगे, गिरावांगे, दोहां नूं गिरा देणगे, दोहां दीयां विकटां गिरा देणगे। वो दोहां दे इक्को जिही, क्योंकि दोहां दी मानतावां गिरा देणगे। दोहां दे जिहड़े स्टैंड ने ना, दो ही स्टैंड गलत ने, आपे दो ही करके स्टैंड। एक दी किसी दी भी मतलब है साइड नहीं हो सकती है, सच किसी की साइड नहीं लेंदा, सच किसी की साइड लै नहीं सकता। सच की अपनी साइड है, सच का अपना धड़ा हुंदा है, सच का धड़ा अपना हुंदा अलग। ये जिहड़े बाकी धड़े ने दुनिया के झूठ ने, ये बहुते ने, ये सच तो खिलाफ ही हुंदे ने। जिहदा धड़ा सच नाल है वो सारे एक पासे ने, वो एक ही हुंदे ने। सचखंड वालियां दा सच ना धड़ा है, ਉਹਦੇ वास्ते एक ही आया, चाहे उत्थे गिनती कितनी हुई है, धड़ा ही एक है, दूआ धड़ा ही नहीं है। सचखंड च कोई धड़ा है ही नहीं। जिहड़ा सिखां नूं कौम कहंदा वो धड़ेबंद है, सिख दा तां किसे नाल धड़ा ही नहीं हो सकता। कौम किवें होगी? कौम तां धड़े दा नाम है। सिख ने सारिਆਂ ਨੂੰ ਨਾਲ ਰਲਾਉਣਾ, ਉਹ ਧੜਾ ਤਾਂ ਵੀ ਨਹੀਂ, ਜਿੱਥੇ ਧੜਾ ਹੋਊ ਕੌਮ ਹੋਊ, ਵੈਰੀ ਬਗਾਨਾ ਹੋ ਜੂ ਉੱਥੇ। ਤੇ ਜੇ ਧੜਾ ਸੇ ਕੌਮ ਹੈ ਤਾਂ ਦੂਜੀ ਕੌਮ ਵੀ ਹੋਗੀ ਨਾ ਕੋਈ ਜੀ, ਤੇ ਦੂਜੀ ਕੌਮ ਹੈ ਵੱਖਰੀ ਹੈ। ਫਿਰ ਇੱਕ ਪਿਤਾ ਇੱਕ ਹਮ ਬਾਰਕ, ਇਹ ਤਾਂ ਫਿਰ ਜਿਹੜਾ ਸੀ ਹੁਕਮਨਾਮਾ, ਹੁਕਮ ਇਹ ਤਾਂ ਮੰਨਿਆ ਨਾ ਸੀ, ਇਹ ਤਾਂ ਕ੍ਰਾਸ ਹੋ ਗਿਆ ਹੈ। ਫਿਰ ਸਿੱਖ ਨਹੀਂ ਰਿਹਾ ਜਿਹੜਾ ਮੰਨਦਾ ਹੈ। ਸਿੱਖੀ ਤਾਂ ਬਹੁਤ ਦੇਰ ਦੀ ਛੱਡੀ, ਸਿੱਖੀ ਤਾਂ ਅਸਲ ਛੱਡੀ ਕਾਹਦੀ ਹੋਈ ਹੈ। ਇਹ ਸਾਰਾ ਧੜਾ ਹੀ ਜਿੰਨਾ ਪ੍ਰਚਾਰ ਵਾਲਾ ਜਿੰਨਾ ਖੜੇ ਨੇ ਇਹ ਗੁਰਦੁਆਰਿਆਂ 'ਚ, ਇਹ ਸਿੱਖੀ ਤੋਂ ਵਿਰੋਧ 'ਚੋਂ ਹੀ ਪੈਦਾ ਹੀ ਸਿੱਖੀ ਪਹਿਲਾਂ ਤਾਂ ਹੀ ਵਿਰੋਧ 'ਚ ਨੇ ਸਿੱਖੀ ਤੇ। ਕਦੇ ਸਿੱਖ ਇਹਨਾਂ ਦੇ ਬਜ਼ੁਰਗ ਬਣੇ ਹੀ ਨਹੀਂ, ਸਾਬਤ ਕਰਨ ਕਦੇ ਉਹਨਾਂ ਦਾ ਕੋਈ ਸਿੱਖ ਸੀ। ਜੇ ਹੋਊਗਾ ਤਾਂ ਇਹਨਾਂ ਨੂੰ ਪਤਾ ਨਹੀਂ ਉਹਦਾ, ਉਹਦੇ ਬਾਰੇ। ਜੁੜੇ ਜਿਹੜੇ ਜੁੜੇ ਹੋਏ ਤੇ ਉਹ ਤਾਂ ਬਹੁਤ ਥੋੜੇ ਜਿਹੇ ਆਦਮੀ ਸੀ, ਗੁਰੂ ਘਰ ਨਾਲ ਜੁੜੇ ਹੋਏ ਹੈਨ ਵੇਲੇ ਨਹੀਂ ਘੜੇ। ਕੌਣ ਕਹਿੰਦਾ ਸਾਰਾ ਪੰਜਾਬ ਸਿੱਖ ਹੋ ਗਿਆ ਸੀ? ਝੂਠ ਬੋਲੀ ਜਾਂਦੇ ਨੇ। ਉਹ ਜਿਹੜੇ ਕਹਿੰਦੇ ਨੇ ਨਾ 2 ਕਰੋੜ ਸਿੱਖ ਸੀ, ਉਹ ਇਹਨਾਂ ਵਰਗੇ ਸੀ ਜਿਹੇ ਜਿਹੇ ਨੇ ਵਿਰੋਧੀ। ਜਿਹੇ ਮਿਸ਼ਨਰੀ ਸਿੱਖ ਨੇ ਨਾ ਵਿਰੋਧ ਵਾਲੇ, ਇਹ ਜਿਹੇ 2 ਕਰੋੜ ਹੋਣੇ ਨੇ, ਇਹ ਜਿਹੇ ਤਾਂ ਸ਼ਾਇਦ 10 ਕਰੋੜ ਵੀ ਹੋਣ। ਜਿੰਨੇ ਵਿਰੋਧ ਕਰਨ ਵਾਲੇ ਤਾਂ ਸਾਰੇ ਉਹ ਸਿੱਖ ਸੀਗੇ। ਜਿਹੇ ਜਿਹੇ ਇਹ ਨਹੀਂ ਹੋਏ ਹੋਣੇ ਨੇ। ਉਹ ਕਹਿੰਦੇ ਨੇ ਹੈਨ ਬਿਰਲੇ ਨਹੀਂ ਘੜੇ। ਤੁਸੀਂ ਸਾਖੀਆਂ ਬਣਾ ਕੇ ਝੂਠ ਬਣਾ ਕੇ ਐਵੇਂ ਪੇਸ਼ ਕਰੀ ਜਾਂਦੇ ਹੋ ਬੇਮਤਲਬ। ਉਹ ਪ੍ਰਯੋਗ ਗਿਰਾਵੇਂਗੇ, ਦੋਏ ਗਿਰਾਤੇ, ਦੋਏ ਗਲਤੋਂ ਕਹਿਤਾ ਬਸ ਉੱਠ ਕੇ। ਕਿਉਂ ਝੱਖ ਮਾਰਦੇ ਹੋ? ਦੋਏ ਨਾ ਤੈਨੂੰ ਪਤਾ ਨਾ ਇਹਨੂੰ ਪਤਾ। ਰਾਜੇ ਵਾਲੇ ਵੀ ਸ਼ਿਵਜੀ ਵਾਲੇ, ਸ਼ਿਵਜੀ ਵਾਲੇ ਵੀ ਉਹ ਦੂਏ ਵੀ, ਦੋਹਾਂ ਦੇ ਵਿੱਚ ਗਿਆਨ ਦੋਹਾਂ ਨੂੰ ਨਹੀਂ। ਬਹੁ ਭੰਤਨ ਸ਼ਸਤਰ ਪ੍ਰਹਾਰੇਂਗੇ, ਤਾਂ ਇਹ ਬਹੁਤ ਭੰਤਨ ਸ਼ਸਤਰ ਪ੍ਰਹਾਰੂ। ਕੌਣ? ਕਲਕੀ।
ਬਹੁਤ ਤਰ੍ਹਾਂ ਦੇ ਦਰਸ਼ਨ ਦੇ ਕੇ ਬਹੁਤ ਤਰ੍ਹਾਂ ਦੀ ਗੁਰਬਾਣੀ ਦੇ ਜਿਵੇਂ ਬਹੁਤ ਪ੍ਰਕਾਰ ਨਾਲ ਗੁਰਬਾਣੀ ਸਮਝਾਇਆ ਹੋਇਆ ਹੈ। ਇਹੋ ਜਿਹਾ ਪ੍ਰਹਾਰ ਉਹਨਾਂ ਤੇ ਕੀਤਾ ਗਿਆਨੀਆਂ ਤੇ। ਹਰ ਪੰਕਤੀ ਪ੍ਰਹਾਰ ਹੈ ਅਗਿਆਨਤਾ ਤੇ ਗੁਰਬਾਣੀ ਦੀ। ਹਰ ਪੰਕਤੀ ਉਹ ਇੱਕ ਹਥਿਆਰ ਹੈ। ਇਹ ਜਿੰਨੀ ਗੁਰਬਾਣੀ ਦੀ ਰਚਨਾ ਹੈ ਇਹੀ ਸ਼ਸਤਰ ਨੇ, ਇਹੀ ਪ੍ਰਹਾਰ ਹੈ। ਅਰਿਯੋਗ ਪ੍ਰਯੋਗ ਸੰਘਾਰੇਂਗੇ। ਅਰਿਯੋਗ ਪ੍ਰਯੋਗ ਇਹ ਦੁਸ਼ਮਣ ਨੇ ਇੱਕ ਦੂਏ ਦੇ, ਰਾਖਸ਼ ਔਰ ਦੇਵਤੇ। ਅਰੀ ਇਹੀ ਨੇ। ਅਰਿਯੋਗ ਪ੍ਰਯੋਗ ਸੰਘਾਰੇ ਨਹੀਂ, ਕਲਕੀ ਅਵਤਾਰ ਦੇ ਨਹੀਂ ਹੈਗੇ ਦੁਸ਼ਮਣ, ਇਹ ਆਪਸ ਵਿੱਚ ਹੀ ਦੁਸ਼ਮਣ ਨੇ ਇਹਨਾਂ ਦੇ। ਬੈਰ ਬਣਾਏ ਲੜਾਏ ਸੁਰਾਸੁਰ, ਉੱਥੋਂ ਲੈਣਾ ਬੈਰ ਕੌਣ? ਸੁਰ ਔਰ ਅਸੁਰ ਦੇ ਵਿੱਚ ਬੈਰ ਹੈ। ਇਹ ਦੁਸ਼ਮਣ ਨੇ ਇੱਕ ਦੂਏ ਦੇ। ਕਲਕੀ ਅਵਤਾਰ ਦੇ ਦੋ ਇੱਕੋ ਜਿਹੇ ਨੇ ਉਹਦੇ ਵਾਸਤੇ, ਤਾਂ ਉਹਦੇ ਵਾਸਤੇ ਨਹੀਂ ਦੋਹਾਂ ਦੇ ਵਿੱਚ ਕੋਈ ਬਈ ਆਹ ਵੈਰੀ ਹੈ, ਉਹਦੇ ਵਾਸਤੇ ਦੋ ਇੱਕੋ ਜਿਹੇ ਨੇ। ਗੁਰਬਾਣੀ ਦਾ ਸਾਰਿਆਂ ਨੂੰ ਉਪਦੇਸ਼ ਕਰਦੀ ਹੈ। ਉਹ ਹਰੀ ਨੇ ਆਪਸ ਵਿੱਚ ਹੀ ਲੜਾਈ ਉਹਨਾਂ ਦੀ ਹੈ ਅਸਲ ਦੇ ਵਿੱਚ। ਉਹ ਪ੍ਰਯੋਗ ਸੰਘਾਰੇਂਗੇ, ਦੋਹਾਂ ਦਾ ਸੰਘਾਰ ਹੋ ਜੂ। ਦੋਹਾਂ ਦੀ ਮਨੌਤ ਤੇ ਢਾ ਦੇਣੀ ਹੈ, ਢੇਰੀ ਕਰ ਦੇਣੀ ਹੈ। ਦੋਹਾਂ ਦੀ ਮਨੌਤ ਦਾ ਹੀ ਨਾਸ਼ ਕਰ ਦੇਣਾ। ਬੰਦਿਆਂ ਦਾ ਨਹੀਂ ਨਾਸ਼ ਕਰਨਾ, ਉਹਨਾਂ ਚੋਂ ਦੁਸ਼ਮਣੀ ਦਾ ਨਾਸ਼ ਕਰਨਾ। ਜਿਹੜੀ ਉਹਨਾਂ ਦੀ ਦੁਸ਼ਮਣੀ ਹੈ ਨਾ ਵਿੱਚ ਅਰੀ, ਜਿਹੜੀ ਉਹਨਾਂ ਦੀ ਦੁਸ਼ਮਣੀ ਉਹਦਾ ਨਾਸ਼ ਕਰਨਾ। ਵਿਰੋਧਾ ਜਿਹੜਾ ਵਿਰੋਧ ਹੈ, ਵਿਰੋਧ ਦਾ ਨਾਸ਼ ਕਰਨਾ। ਸੱਚ ਦੱਸ ਦੇਣਾ, ਵਿਰੋਧ ਦਾ ਆਪੇ ਨਾਸ਼ ਹੋ ਗਿਆ। ਹਾਂ, ਸਲ ਸਰ ਸੇਲ ਸਨਾਰ ਛੂਟेंगे। ਸਰ ਸੇਲ ਤੀਰ ਹਰੀ ਛੂਟेंगे। ਸੇਲ ਬਰਛੇ ਸਨਾ ਕਿਹੜਾ ਜਿਹੜਾ ਉਹਨਾਂ ਦਾ ਗਿਆਨ ਹੈ ਨਾ। ਹਰ ਕਿਸੇ ਦਾ ਗਿਆਨ ਉਹਦਾ ਸੰਤੋਖ ਹੁੰਦਾ। ਸੰਤੋਖ ਹੈ ਸੁਨਾ ਹੁੰਦੀ ਹੈ। ਜਿੰਨਾ ਕਿਸੇ ਕੋਲ ਗਿਆਨ ਹੈ ਉਹਨਾਂ ਉਹਦੇ ਕੋਲ ਸੰਤੋਖ ਹੁੰਦਾ। ਸੰਤੋਖ ਨੂੰ ਸੁਨਾ ਕਹਿੰਦੇ ਨੇ। ਉਹਨਾਂ ਦੇ ਸਾਰਿਆਂ ਦੀਆਂ ਜਿਹੜੇ ਸੰਤੋਖ ਦੇ ਨੇ ਨਾ ਗਿਆਨ ਦੇ ਸੁਨਾ ਪਾਈ ਹੋਈ, ਉਹਨਾਂ ਨੂੰ ਭੰਨ ਦੇਣਾ ਵੀ ਇਹ ਤੁਹਾਡੇ ਕੋਲ ਕੱਚਾ ਹੈ। ਇਹ ਤੁਸੀਂ ਆਪਣੇ ਆਪ ਨੂੰ ਸਮਝਦੇ ਹੋ ਅਸੀਂ ਬੜੇ ਸੰਤੋਖੀ ਹਾਂ। ਸੰਤੋਖ ਨਹੀਂ ਹੈਗਾ। ਤੁਸੀਂ ਸਮਝੋ ਗਿਆਨ ਹੈ, ਗਿਆਨ ਨਹੀਂ ਹੈਗਾ। ਜਿਹਦੇ ਚ ਕੱਚਾ ਗਿਆਨ ਹੈ, ਕੱਚੇ ਨੇ ਟੁੱਟੇ ਜਾਣ। ਕੱਚੀ ਬਾਣੀ, ਕੱਚਾ ਗਿਆਨ। ਜੇ ਕੱਚਾ ਗਿਆਨ ਹੈ ਤਾਂ ਬਾਣੀ ਵੀ ਕੱਚੀ ਹੈ ਉਹਦੀ। ਸਤਿਗੁਰੂ ਬਾਝੋਂ ਹੋਰ ਕੱਚੀ ਹੈ ਬਾਣੀ। ਹੁਣ ਇਹ ਕੌਣ ਹੈ? ਸਤਿਗੁਰ ਹੈ। ਜਿਹੜਾ ਕਲਕੀ ਅਵਤਾਰ ਹੈ ਸਤਿਗੁਰ ਹੈ। ਇਹ ਪੱਕੀ ਬਾਣੀ ਹੈ, ਉਹ ਕੱਚੀ ਬਾਣੀ। ਕੱਚੀ ਬਾਣੀ ਆਪੇ ਫੁੱਟ ਜਾਣੀ। ਰਣ ਰੰਗ ਸੁਰਾਸੁਰ ਜੂਟेंगे। ਆਦੇ ਸੁਰਾਸੁਰ ਤਾਂ ਇੱਥੇ ਆ ਕੇ ਕਲੀਅਰ ਹੋ ਗਈ ਗੱਲ। ਸੁਰਾਸੁਰ ਜੂਟेंगे। ਰਣ ਰੰਗ ਸੁਰਾਸੁਰ ਜੂਟेंगे। ਸੁਰਾ ਅਸੁਰ, ਸੁਰਾ ਅਸੁਰ ਜੁਟੇ ਹੋਏ ਕੌਣ ਨੇ ਲੜਾਈ 'ਚ? ਰਾਖਸ਼ ਔਰ ਦੇਵਤੇ, ਸੁਰ ਔਰ ਅਸੁਰ। ਰਣ ਰੰਗ ਸੁਰਾਸੁਰ ਜੁਟेंगे। ਉਹ ਆਪਣੇ ਆਪਣੇ ਰੰਗ ਤਾਂ ਆਪਣਾ ਆਪਣੇ ਗਿਆਨ ਨਾਲ ਜਾਂ ਛੁੱਟੇ ਹੋਏ ਹੋਣਗੇ ਨਾ। ਉਹ ਦੋਹਾਂ ਤੇ ਹੀ ਐਸਾ ਪ੍ਰਹਾਰ ਕਰੂ, ਦੋਹਾਂ ਦੇ ਹੀ ਜਿਹੜੇ ਗਿਆਨ ਨੇ, ਦੋਹਾਂ ਦੇ ਗਿਆਨਾਂ ਨੂੰ ਤੋੜ ਦੂ, ਭੰਨ ਦੂ। ਦੋਹਾਂ ਦੀਆਂ ਮਨੌਤਾਂ ਹੀ ਤੋੜ ਦੇਣੀਆਂ ਨੇ। ਹਾਂ, ਸਰ ਸੇਰ ਸਨਾਹਰੀ ਝਾਰੇਂਗੇ। ਸਾਲ ਸੇਰ ਸਨਾ ਹਰੀ ਝਾਰੇ। ਸਨਾ ਹਰੀ ਝਾੜेंगे। ਸਨਾ ਹੁੰਦੀ ਹੈ ਮਾਇਆ। ਜਿਹੜੇ ਮਾਇਆ ਦੇ ਗਿਆਨ ਨੇ ਨਾ, ਮਾਇਆ ਦੇ ਪੁਜਾਰੀ ਨੇ, ਇਹਨਾਂ ਦੇ ਜਾਂ ਲੱਗਣੇ ਨੇ ਨਾ ਤੀਰ ਔਰ ਬਰਛੇ, ਉਹ ਝੜ ਜਾਣੀ ਹੈ। ਮਾਇਆ ਝਾੜਨ ਵਾਸਤੇ ਮਾਰਨੇ ਨੇ। ਸਰੀਰ ਨੂੰ ਤੇ ਮਾਰਨ ਵਾਸਤੇ। ਉਹ ਜਿਹੜੀ ਮਾਇਆ ਦੇ ਲੇਪ ਹੈ ਨਾ, ਲੇਪ ਸਨਾ ਹੁੰਦੀ ਹੈ ਲੇਪ, ਜਿਵੇਂ ਮਹਿੰਦੀ ਲਾਈ ਹੁੰਦੀ ਹੈ। ਜਿਹੜਾ ਮਾਇਆ ਦਾ ਲੇਪ ਹੈ ਉਹੀ ਝਾੜਨਾ ਇਹਨਾਂ ਦਾ। ਉਹ ਤੀਰ ਸਨਾ ਸੇਲ ਮਾਰ ਕੇ ਮਾਇਆ ਝਾੜ ਦੇਣੀ ਇਹਨਾਂ ਤੋਂ। ਮਾਇਆ ਤੋਂ ਰੱਖ ਕਰਨੇ ਨੇ, ਨਿਰਲੇਪ ਕਰਨੇ ਨੇ ਮਾਇਆ ਤੋਂ। ਮੁਖ ਮਾਰ ਸਰੀਰ ਮਾਇਆ ਹੀ ਹੈ। ਸਰੀਰ ਤੋਂ ਅੱਡ ਕਰਕੇ ਇਹਨਾਂ ਨੂੰ ਆਤਮ ਦਰਸ਼ਨ ਕਰਾਉਣਾ। ਜਦੋਂ ਆਤਮ ਦਰਸ਼ਨ ਦੀ ਗੱਲ ਆਉਣੀ ਹੈ ਤਾਂ ਸਰੀਰ ਆਪੇ ਝੜ ਜਾਣੇ ਨਾਲੋਂ। ਮਾਇਆ ਅੱਡ ਹੋ ਜਾਣੀ ਹੈ। ਮਨ ਮਾਇਆ ਦੇ ਵਿੱਚੋਂ ਜਦ ਦਰਸ਼ਨ ਹੋਣਾ ਨਾ, ਤਨ ਵਿੱਚੋਂ ਮਨ ਖੋਜਣਾ। ਤਨ ਵਿੱਚੋਂ ਮਨ ਦਾ ਜਦ ਦਰਸ਼ਨ ਹੋਣਾ, ਮਨ ਦੀ ਸਮਝ ਆਉਣੀ ਹੈ। ਤਨ ਵਿੱਚੋਂ, ਸਰੀਰ ਵਿੱਚੋਂ ਆਤਮਾ ਦੀ ਸਮਝ ਆਉਣੀ ਹੈ। ਇਹੀ ਝਾੜਨਾ। ਐਸੇ ਮਤਲਬ ਹੈ ਗਿਆਨ ਦੀ ਉਹ ਵਰਸ਼ਨ, ਗਿਆਨ ਦੀ ਸੋਝੀ ਦਊ, ਗੱਲਾਂ ਕਰੂ, ਐਸਾ ਉਪਦੇਸ਼ ਦਊ ਜਿਹਦੇ ਨਾਲ
ਜਿਹੜਾ ਆਤਮਾ ਔਰ ਸਰੀਰ ਅੱਡੋ ਅੱਡੀ ਦਿਖਣਗੇ ਦੋਵੇਂ। ਸਰੀਰ ਦੀ ਔਰ ਆਤਮਾ ਦੀ ਅੱਡੋ ਅੱਡੀ ਸਮਝ ਆ ਜੂ, ਨਿਖੇੜ ਦੂ ਦੋਹਾਂ ਨੂੰ ਨਿਖੇੜ ਕੇ ਰੱਖ ਦੂ। ਹਾਂ, ਮੁਖ ਮਾਰ ਪ੍ਰਚਾਰ ਪ੍ਰਹਾਰੇਂਗੇ। ਮੁਖ ਤੋਂ ਮਾਰ ਨਹੀਂ ਉਚਾਰਨਗੇ, ਮੂੰਹ ਦੀ ਮਾਰ ਕਰੂਗਾ, ਲਾਠੀ ਦੀ ਮਾਰ ਨਹੀਂ ਕਰਨੀ। ਪ੍ਰਚਾਰ ਪ੍ਰਹਾਰੇਂਗੇ। ਮੁਖ ਮਾਰ, ਇਹ ਮਾਰ ਮੂੰਹ ਦੀ ਹੋਣੀ ਹੈ, ਗੱਲਾਂ ਦੀ ਮਾਰ ਹੋਣੀ ਹੈ। ਹੁਣ ਇਹ ਕਹਿੰਦਾ ਮੁਖ ਤੋਂ ਮਾਰ ਉਚਾਰੂਗਾ। ਹੁਣ ਇਹ ਦੂਈ ਜੰਗ ਦੀ ਨਕਸ਼ਾ ਬਣਾ ਦਿੰਦਾ ਨਾ, ਦੇਖੋ ਨਾ ਅਰਥੇ ਮੂੰਹੋਂ ਮਾਰੋ, ਇਹ ਟੀਕਾਕਾਰ ਬੋਲ ਰਿਹਾ, ਮੂੰਹੋਂ ਮਾਰ ਕਹਿ ਕੇ ਆਹੋ ਸ਼ਸਤਰ ਦੀ ਮਾਰ ਕਰਨਗੇ। ਹਾਂ, ਸ਼ਾਸਤਰ ਦਾ ਲਿਖਿਆ ਨਹੀਂ ਹੈ, ਮੁਖ ਮਾਰ ਹੈ। ਸ਼ਸਤਰ ਦਾ ਆਇਆ ਨਹੀਂ, ਪ੍ਰਚਾਰ ਆਇਆ। ਪ੍ਰਚਾਰ ਆਇਆ, ਮੂੰਹ ਦੇ ਮਾਰ ਦੀ ਉਹ ਪ੍ਰਚਾਰ ਹੈ, ਨਾਲੇ ਪ੍ਰਚਾਰ ਲਿਖਿਆ ਹੋਇਆ ਅੱਗੇ। ਉਹ ਜਿਹੜਾ ਮੂੰਹ ਦੀਆਂ ਗੱਲ, ਮੂੰਹ ਤੋਂ ਗੱਲਾਂ ਹੀ ਕਰਨੀ ਹੁੰਦੀ, ਉਹ ਮੂੰਹ ਦੀ ਮਾਰ ਨਹੀਂ ਹੈ ਉਹਨਾਂ ਨੂੰ। ਇਹੀ ਸੇਲ ਨੇ, ਇਹੀ ਤੀਰ ਨੇ। ਦੂਈ ਜੰਗ ਨਾ ਇਹਨੂੰ ਸਮਝ ਲਿਓ। ਹਾਂ, ਜੋ ਤੈਨ ਮਾਰਨ ਮੂੰਹ ਕੀਆਂ ਤੇ ਨਾ ਮਾਰੀ ਘੁੰਮ। ਜਮ ਡੰਡ ਕਿਰਪਾਨ ਨਿਕਾਰੇਂਗੇ। ਹਾਂ, ਕਰੀ ਕੋਪ ਸਰਾਸੁਰ ਝਾਰੇਂਗੇ। ਡੰਡ ਕਿਰਪਾਨ ਨਿਕਾਰੇਂਗੇ ਨਹੀਂ, ਡੰਡ ਨਹੀਂ ਹੈ, ਡਾਢੀ। ਜਮ ਡੰਡ ਕਿਰਪਾਨ ਨਿਕਾਰੇਂਗੇ। ਹਾਂ, ਡਾਢੀ ਸ਼ਕਤੀਸ਼ਾਲੀ, ਡਾਢਾ ਡਾਢੀ ਸ਼ਕਤੀਸ਼ਾਲੀ। ਉਹਨੇ ਵੱਡੀ ਤਲਵਾਰ ਕੱਢਣੀ ਹੈ ਸਾਰਿਆਂ ਨੂੰ, ਇਹਨੀ ਵੱਡੀ ਵਿਵੇਕ ਬੁੱਧੀ ਲੈ ਆਉਣੀ ਹੈ ਮੈਦਾਨ 'ਚ। ਜਮ ਡੰਡ ਕਿਰਪਾਨ। ਆਹੋ, ਉਹ ਜਮ ਰੂਪ ਹੈ ਨਾ ਸਾਰਿਆਂ ਦਾ। ਦੇਖੋ ਇਹ ਜਮ ਵੀ ਕਿਹਾ ਇਹਨੂੰ, ਇਹ ਕਾਲ ਰੂਪ ਹੈ ਸਾਰਿਆਂ ਦਾ ਹੀ। ਹੁਕਮ ਹੈ ਜਿਹੜਾ ਹੁੰਦਾ, ਨਾਮ ਸਗਲ ਮਤਾਂਤ ਕੇਵਲ ਹਰ ਨਾਮ। ਜਾਂ ਨਾਮ ਪ੍ਰਗਟ ਹੁੰਦਾ, ਸਾਰੀਆਂ ਮਤਾਂ ਦਾ ਕਾਲ ਹੋ ਜਾਂਦਾ। ਇਹ ਕਾਲ ਰੂਪ ਕਿਰਪਾਨ ਹੈ। ਜਮ ਡੰਡ ਕਿਰਪਾਨ ਨਿਕਾਰੇ। ਡਾਢੀ ਕਿਰਪਾਨ ਹੈ, ਸ਼ਕਤੀਸ਼ਾਲੀ ਹੈ। ਇਹਨਾਂ ਦੀਆਂ ਤਲਵਾਰਾਂ ਸਾਰੀਆਂ ਵੱਢ ਕੇ ਪਰੇ ਮਾਰਨੀਆਂ ਨੇ। ਮਨ ਮਤਾਂ ਵਾਸਤੇ ਜਮ ਹੈ, ਮਤਾਂ ਵਾਸਤੇ ਜਮੇ ਹੈ। ਇਹ ਸਾਰੀਆਂ ਸਣੇ ਬਾਹਾਂ ਤਲਵਾਰਾਂ ਵੱਢ ਦੇਣੀਆਂ ਨੇ। ਉਹਨਾਂ ਨੇ ਕਮੀਜ਼ ਕੂੰਜ ਵੀ ਨਹੀਂ ਲਾਉਣੀ ਵਿੱਚ ਹੀ। ਕਰੀ ਕੋਪ ਸੁਰ ਝਾਰੇਂਗੇ। ਹਾਂ, ਕੋਪ ਕਰਕੇ ਸੁਰ ਔਰ ਅਸੁਰ ਰਾਖੇ ਦੋਹਾਂ ਨੂੰ ਝਾੜ ਦੇਣਾ ਇਕੱਠੇ ਹੀ, ਦੋਹਾਂ ਤੇ ਹੀ। ਇਹੀ ਝੰਡੇ ਦੀ ਵਾਰ ਚਾਹੀਏ ਗੱਲ। ਇਹੀ ਗੱਲ ਝੰਡੇ ਦੀ ਵਾਰ ਨੂੰ ਇਹੀ ਗੱਲ ਹੈ, ਇਹੀ ਇੱਥੇ ਦੋਹਾਂ ਤੇ ਹੀ ਗੁੱਸਾ ਕਰਕੇ ਇੱਕੋ ਜਿਹਾ ਦੋਹਾਂ ਨੂੰ ਝਾੜ ਦੇਣਾ। ਰਾਖਸ਼ ਤਾਂ ਮੰਨਦੇ ਨੇ ਜਦ ਇਹਨਾਂ ਦੀ ਪਿਟਾਈ ਹੁੰਦੀ ਹੈ, ਦੇਵਤਿਆਂ ਦੀ ਪਿਟਾਈ ਨਹੀਂ ਨਾ ਕੋਈ ਕਰਦਾ। ਦੇਵਤਿਆਂ ਦੀ ਪਿਟਾਈ ਨਾਲੇ ਰਾਖਸ਼ ਤਾਂ ਖੁਸ਼ ਹੋ ਜਾਂਦੇ ਨੇ, ਬਈ ਹਾਂ ਇਹ ਗੱਲ ਮੰਨਣ ਵਾਲੀ ਹੈ। ਜਦ ਦੇਵਤਿਆਂ ਦੀ ਪਿਟਾਈ ਕਰ ਜੋਗੇ ਆਪ ਤਾਂ ਹੁੰਦੇ ਨਹੀਂ, ਉਹ ਮਹਿਨਾ ਮਾਨੂ ਵਾਲੇ ਹੁੰਦੇ ਨੇ ਰਾਖਸ਼। ਮਹਿਨਾ ਮਾਨੂ ਵਾਲੇ ਤਾਂ ਹੁੰਦੇ ਨੇ, ਗਿਆਨ ਨਹੀਂ ਹੁੰਦਾ ਉਹਨਾਂ ਨੂੰ। ਹਾਂ, ਉਹਨਾਂ ਦੇ ਤਰਕ ਇਹੋ ਜਿਹੇ ਹੁੰਦੇ ਨੇ, ਦੇਵਤਿਆਂ ਕੋਈ ਜਵਾਬ ਨਹੀਂ ਹੁੰਦਾ। ਗਿਆਨ ਇਹਨਾਂ ਕੋਲ ਵੀ ਨਹੀਂ ਹੁੰਦਾ, ਰਾਖਸ਼ਾਂ ਕੋਲ ਵੀ ਨਹੀਂ ਹੁੰਦਾ। ਗਿਆਨ ਉਹ ਲੈਂਦੇ ਹੀ ਨਹੀਂ ਹੋਣਾ ਕਿੱਥੋਂ। ਹਾਂ, ਤਰਕ ਇਹੋ ਜਿਹੇ ਹੁੰਦੇ ਨੇ, ਉਹਨਾਂ ਦਾ ਜਵਾਬ ਨਹੀਂ ਹੁੰਦਾ। ਝੂਠ ਫੜ ਲੈਂਦੇ ਨੇ, ਝੂਠ ਤਾਂ ਹਰੇਕੇ ਫੜ ਲੈਂਦਾ। ਸੱਚ ਦਾ ਗਿਆਨ ਹੋਣਾ ਜ਼ਰੂਰੀ ਹੈ। ਝੂਠ ਦਾ ਪਤਾ ਲੱਗ ਜਾਣਾ ਬਹੁਤਾ ਇੰਪੋਰਟੈਂਟ ਨਹੀਂ ਹੈ, ਪਰ ਫਿਰ ਵੀ ਕਾਫੀ ਹੱਦ ਤੱਕ ਇੰਪੋਰਟੈਂਟ ਹੈ। ਤਰਕ ਨਾਚ ਹੈ, ਪਰਮ ਨਾਚ ਹੈ। ਉਹ ਉਹਨਾਂ ਨੂੰ ਪ੍ਰਵਾਹ ਨਹੀਂ ਸਕਦੇ। ਇਹ ਲੋਕ ਸ਼ਰਧਾ ਨਹੀਂ ਪੈਦਾ ਕਰ ਸਕਦੇ। ਜਿਹੜਾ ਬਲਾਈਂਡ ਫੇਥ ਪੈਦਾ ਕਰਦੇ ਨੇ, ਇਹ ਬਲਾਈਂਡ ਫੇਥ ਕਮ ਸੇ ਕਮ ਉਹਨਾਂ 'ਚ ਨਹੀਂ ਪੈਦਾ ਹੁੰਦਾ। ਅੰਨੀ ਸ਼ਰਧਾ ਵਾਲੇ ਨਹੀਂ ਹੁੰਦੇ। ਇੰਨੇ ਸਿਆਣੇ ਤਾਂ ਹੁੰਦੇ ਨੇ, ਗਿਆਨ ਨਹੀਂ ਹੁੰਦਾ। ਉਹ ਇੰਨੇ ਗਿਆਨ ਨੂੰ ਸਮਝਦੇ ਵੀ ਸਾਡੇ ਵਰਗਾ ਕੋਈ ਗਿਆਨ ਨਹੀਂ। ਉਹਨਾਂ ਨੂੰ ਇਸ ਗੱਲ ਦਾ ਭੁਲੇਖਾ ਹੋ ਜਾਂਦਾ ਵੀ ਅਸੀਂ ਇੰਨੀ ਸ਼ਰਧਾ ਤੋਂ ਬਚ ਗਏ, ਅਸੀਂ ਹੁਣ ਸਭ ਤੋਂ ਉੱਤੇ। ਉਹਨਾਂ ਨੂੰ ਇਹ ਭੁਲੇਖਾ ਹੁੰਦਾ। ਉਹ ਕਹਿੰਦੇ ਨੇ ਪਰਮੇਸ਼ਰ ਨਾ ਹੁੰਦੀ ਕੋਈ, ਰੱਬ ਨਾ ਹੁੰਦੀ ਕੋਈ, ਗੌਡ ਨਾ ਹੁੰਦੀ ਕੋਈ, ਚੀਜ਼ ਹੀ ਨਹੀਂ ਹੈ। ਚੀਜ਼ ਹੈ ਨਹੀਂ ਤਾਂ ਸਾਬਤ ਕਰੋ ਵੀ ਹੈ ਨਹੀਂ। ਤੁਸੀਂ ਸਾਬਤ ਕਰੋ ਵੀ ਹੈ ਨਹੀਂ।
ਇਹ ਥੋੜੀ ਹੈ ਵੀ ਤੁਸੀਂ कहता है नहीं लोग मान ਲੈਣ। ਜੇ ਚੀਜ਼ ਹੈ, ਦੋਏ ਅੰਨੇ ਹੋ, ਦੋਹਾਂ ਨੂੰ ਦਿੰਦੀ ਨਹੀਂ। ਪਰ ਜੇ ਕੋਈ ਅੱਖਾਂ ਵਾਲਾ ਆ ਗਿਆ, ਅੱਖਾਂ ਵਾਲਾ ਤਾਂ ਦਸੂਣਾ ਹੈ। ਰੰਗ ਹਰਿਆ ਲਾਲ 'ਚ ਫਰਕ ਅੰਨੇ ਨੂੰ ਕੀ ਪਤਾ ਲੱਗਦਾ? ਦੋ ਰੰਗ ਦੇ ਕੱਪੜੇ ਦੇ ਦਿਓ, ਉਹਨੂੰ ਫੜਾ ਦਿਓ ਵੀ ਦੱਸ ਵੀ ਹਰਾ ਕਿਹੜਾ ਲਾਲ ਕਿਹੜਾ, ਤਾਂ ਕੀ ਦੱਸੂਗਾ ਉਹ? ਅੰਨਾ ਕੀ ਦੱਸੂਗਾ? ਅੱਖਾਂ ਵਾਲਾ ਤਾਂ ਦੱਸ ਦੂ। ਹਾਂ, ਇਹ ਅੰਨੇ ਦੋ ਹੀ ਹੁੰਦੇ ਨੇ। ਰਾਖਸ਼ ਵੀ ਅੰਨੇ ਨੇ, ਦੇਵਤੇ ਵੀ ਅੰਨੇ ਨੇ। ਪਰ ਰਾਖਸ਼ ਇੰਨਾ ਜ਼ਰੂਰ ਹੈ, ਹੋਰ ਅੰਨੇ ਨਹੀਂ ਕਰਦੇ ਲੋਕਾਂ ਨੂੰ। ਇਹਨਾਂ ਨੂੰ ਰਾਖਸ਼ਾਂ ਨੂੰ ਚੰਗਾ ਸਮਝਿਆ ਗੁਰਬਾਣੀ 'ਚ। ਰਾਖਸ਼ ਲੋਕਾਂ ਨੂੰ ਅੰਨਾ ਨਹੀਂ ਕਰਦੇ, ਅੰਨਾ ਹੋਣ ਤੋਂ ਬਚਾਉਂਦੇ ਨੇ। ਇਹ ਅੰਨੇ ਹੋਰ ਕਰਦੇ ਨੇ। ਭਰਮ ਗਿਆਨੀ ਜਿਹੜੇ ਹੁੰਦੇ ਨੇ, ਭਰਮ ਪੈਦਾ ਕਰਕੇ ਗੁਰੂ ਬਣਦੇ ਨੇ। ਇਹ ਜਿਹੜੇ ਹੁੰਦੇ ਨੇ ਤਰਕਸ਼ੀਲ, ਇਹ ਗੁਰੂ ਤਾਂ ਨਹੀਂ ਬਣਦੇ। ਇਹ ਲੋਕਾਂ ਨੂੰ ਉਹਨਾਂ ਤੋਂ ਆਗਾਹ ਕਰਦੇ ਰਹਿੰਦੇ ਨੇ ਵੀ ਇਹ ਪਖੰਡੀ ਨੇ, ਇਹਨਾਂ ਦੀ ਗੱਲ ਆਹ ਝੂਠ ਹੈ, ਆਹ ਝੂਠ ਹੈ, ਆਹ ਝੂਠ ਹੈ। ਇਹਨਾਂ ਨੂੰ ਫਿਰ ਵੀ ਚੰਗੇ ਹੁੰਦੇ ਨੇ, ਸਵਾਲੇ ਚਿੰਨ ਲਾਈ ਜਾਂਦੇ। ਇਹਨਾਂ ਨੂੰ ਮਾੜੇ ਨਹੀਂ ਹੁੰਦੇ। ਮਾੜੇ ਉਹ ਜਦ ਬਣ ਜਾਂਦੇ ਨੇ, ਜਦ ਕਹਿੰਦੇ ਨੇ ਪਰਮੇਸ਼ਰ ਨੂੰ ਉਹਦੀ ਕੋਈ ਚੀਜ਼ ਹੈ ਨਹੀਂ। ਜਦ ਮਾੜੇ ਬਣ ਜਾਂਦੇ ਨੇ, ਬੇਅਕਲੀ ਇੱਥੇ ਕਰ ਜਾਂਦੇ ਨੇ ਆ ਕੇ ਲੋਕ, ਉਹਨਾਂ ਦੇ ਨਾਲ ਫਿਰ ਉਹਨਾਂ ਤੋਂ ਪਰੇ ਰਹਿਣ ਲੱਗ ਜਾਂਦੇ ਨੇ। ਜਿਹੜੇ ਮੁੱਦੇ ਤੋਂ ਵੀ ਮੁੱਕਰ ਜਾਂਦੇ ਨੇ। ਦੁਨੀਆ ਰਾਹ ਭੁੱਲੀ ਹੋਈ ਹੈ। ਤੁਸੀਂ ਕਹਿੰਦੇ ਰਾਹ ਨਹੀਂ ਕੋਈ ਹੈ, ਜਾਣ ਦੀ ਗੱਲੇ ਲੋੜ ਨਹੀਂ। ਜਿੱਥੇ ਬਾਹਰ ਕੋਈ ਕਹਿੰਦੇ ਨੇ ਇਹ ਤੋਂ ਪਰੇ ਬਾਹਰ ਤਾਂ ਕੁਛ ਹੈ ਹੀ ਨਹੀਂ, ਉਹ ਕਿਵੇਂ ਬੋਲਣਗੇ ਲੋਕ? ਤੁਸੀਂ ਕਹੋ ਵੀ ਰਾਹ ਤਾਂ ਹੈਗਾ, ਸਾਨੂੰ ਨਹੀਂ ਪਤਾ, ਵੀ ਆਪਾਂ ਲੱਭੀਏ, ਫਿਰ ਤਾਂ ਗੱਲ ਬਣਦੀ ਹੈ। ਟੋਲੀਏ ਇਹ ਜਿਹੜੇ ਭਗਤ ਨਿਕਲੇ ਨੇ ਬਾਹਰ, ਉਹ ਮੰਨ ਕੇ ਨਿਕਲੇ ਨੇ ਰਾਹ ਤਾਂ ਹੈ ਨਿਕਲਣ ਦਾ ਇੱਥੋਂ, ਪਰ ਰਾਹ ਦਾ ਪਤਾ ਨਹੀਂ ਹੈ। ਚੱਕਰ ਵੀ ਉਹਦੇ ਵਿੱਚ ਫਸਿਆ ਹੋਇਆ, ਉਹ ਨਹੀਂ ਨਿਕਲ ਸਕਦਾ। ਰਾਹ ਜ਼ਰੂਰ ਹੈ, ਪਰ ਵੀ ਉਹਦੇ ਵਿੱਚ ਉਲਝਿਆ ਹੋਇਆ। ਚੱਜਾ ਉਲਝੀ ਸੁਰਜ ਨਹੀਂ। ਜਦੋਂ ਮੱਤ ਉਲਝ ਜਾਂਦੀ ਹੈ, ਫਿਰ ਸੁਲਝ ਨਹੀਂ ਜਾਂਦੀ। ਇਹ ਦੋਏ ਉਲਝੇ ਹੋਏ ਹੀ ਨੇ, ਦੇਵਤੇ ਵੀ ਰਾਖਸ਼ ਵੀ। ਰਣ ਲੁੱਥ ਪੈ ਲੁੱਥ ਕਰਾਵਾਂਗੇ, ਰਣ ਲੁੱਥ ਪੈ ਲੁੱਥ ਕਰਾਵਾਂਗੇ। ਜਿਹੜਾ ਆਉਂਦਾ ਹੋਰ ਇੱਧਰੋਂ ਉੱਧਰੋਂ ਲੈ ਕੇ, ਉਹ ਵੀ ਉੱਥੇ ਡਿੱਗ ਪੈਂਦਾ। ਇੱਕ ਲੱਗਿਆ ਹੋਇਆ, ਇੱਕ ਜਵਾਬ, ਇੱਕ ਸਵਾਲ ਕੀਤਾ ਹੈ, ਤਰ ਕੀਤਾ, ਤੇ ਚੁੱਪ ਕਰਕੇ ਸਿਰ ਫੜ ਕੇ ਬਹਿ ਜਾਂਦਾ। ਲੁੱਥ ਪੈ ਲੁੱਥ ਕਰਾਵਾਂਗੇ। ਗਿਰਦੇ ਹੀ ਚਲੇ ਜਾਣਗੇ ਜਿੰਨੇ ਆਉਣਗੇ। ਜਿੰਨੇ ਵੀ ਗਿਆਨਵਾਨ ਆਉਣਗੇ ਸਭ ਢੇਰੀ ਹੁੰਦੇ ਚਲੇ ਜਾਣਗੇ। ਕਲਕੀ ਉਤਾਰ ਅੱਗੇ ਲੱਖ ਪ੍ਰੇਤ ਇੱਕੋ ਹੀ ਜਵਾਬ ਦਿੱਤਾ ਹੋਇਆ, ਦੂਈ ਜ਼ਿੰਦਗੀ ਭਰ ਨਹੀਂ ਬੋਲਦਾ। ਕਹਿੰਦਾ ਨਾ ਪਟਿਆਲੇ ਸਿਰ ਦੁਖਦਾ ਮੇਰਾ, ਮੁੜ ਕੇ ਨਹੀਂ ਬੋਲਿਆ ਸਾਰੀ ਜ਼ਿੰਦਗੀ। ਬਿਕਰਮਜੀਤ ਸਿੰਘ ਮੇਰਾ ਕਹਿੰਦਾ ਸਿਰ ਦੁਖਣ ਲੱਗ ਗਿਆ। ਸਿਰ ਤਾਂ ਤੇਰਾ ਦੁਖਣਾ ਹੀ ਸੀ। ਲੱਖ ਪ੍ਰੇਤ ਪਰੀ ਹਸਾਵਾਂਗੇ, ਲੱਖ ਪ੍ਰੇਤ ਪਰੀ ਹਸਾਵਾਂਗੇ। ਪ੍ਰੇਤ ਪਰੀ ਦੋ ਨੇ। ਦੇਖੋ ਪ੍ਰੇਤ ਕੌਣ ਨੇ, ਪਰੀਆਂ ਕੌਣ ਨੇ? ਪ੍ਰੇਤ ਤਾਂ ਉਹ ਨੇ ਜਿਹੜੇ ਸ਼ਿਵ ਜੀ ਦੇ ਨੇ। ਇਹ ਭੂਤਾਂ ਪ੍ਰੇਤਾਂ ਦਾ ਜਿਹੜਾ ਕਰਨ ਵਾਲੇ ਨੇ, ਪ੍ਰੇਤ ਇਹ ਹੁੰਦੇ ਨੇ। ਇਹ ਦੇਵਤੇ ਨੇ ਜਿਹੜੇ ਇਹਨਾਂ ਦੇ ਪਰੀਆਂ ਹੁੰਦੀਆਂ ਨੇ ਬੁੱਧੀਆਂ। ਇਸ ਮਤਲਬ ਇਹ ਪਰੀਆਂ ਵਾਲੇ ਦੇਵਤਿਆਂ ਦੇ, ਉਹਨਾਂ ਦੇ ਪ੍ਰੇਤ ਹੁੰਦੇ ਨੇ। ਪ੍ਰੇਤ ਪਰੀ ਆਵੇਂਗੇ। ਹਾਂ, ਉਹ ਹੈਰਾਨ ਹੋਣਗੇ। ਦੋਏ ਮੱਤਾਂ ਹੈਰਾਨ ਹੋਣਗੀਆਂ। ਦੋਏ ਮੱਤਾਂ ਹੈਰਾਨ ਨੇ, ਸ਼ਿਵਜੀ ਵਾਲੇ ਵੀ। ਉਹ ਭੂਤ ਪ੍ਰੇਤ ਸ਼ਿਵਜੀ ਇਹ ਚੇਲੇ ਨੇ, ਇਹੀ ਹੁੰਦੇ ਨੇ। ਉਧਰ ਪਰੀਆਂ ਨੇ, ਉਹਨਾਂ ਨੇ ਕਿਹਾ ਹੋਇਆ ਸੁਰਗ ਲੋਕ। ਇਹਨਾਂ ਨੇ ਕਿੱਥੇ ਜਾਣਾ? ਇਹਨਾਂ ਨੇ ਬੜੀਆਂ 'ਚ ਬੈਠਣੇ ਜਾਂਦੇ ਜਾ ਕੇ। ਉੱਥੇ ਭੂਤ ਪ੍ਰੇਤ ਹੁੰਦੇ ਨੇ ਬੜੀਆਂ 'ਚ। ਹੋਰ ਕੀ ਹੁੰਦਾ? ਸ਼ਿਵ ਦੇ ਚੇਲੇ ਕਿੱਥੇ ਬੈਠਣਗੇ? ਆ ਕੇ ਬੜੀਆਂ 'ਚ। ਉਹਦੇ ਭੂਤ ਪ੍ਰੇਤ ਹੋਣੇ ਨੇ, ਹੋਰ ਕੀ ਹੋਣੇ? ਇਹ ਭੂਤ ਪ੍ਰੇਤਾਂ 'ਚ ਬਹਿੰਦੇ ਨੇ ਜਾ ਕੇ। ਪ੍ਰੇਤ ਪਰੀ ਰਹਿਸਾਵਾਂਗੇ। ਦੋਏ ਹੈਰਾਨ ਹੋਣਗੇ ਵੀ ਇਹ ਕੀ ਗੱਲ ਨਵੀਂ ਹੋਈ। ਆਹ ਨਵਾਂ ਹੀ ਗਿਆਨ ਕਿਤੋਂ ਕੱਢ ਲੈਂਦਾ। ਇਹ ਹੈ ਨਵਾਂ ਗਿਆਨ। ਨਿਆ ਨਹੀਂ ਪਤਾ ਸੀ ਦੋਹਾਂ ਨੂੰ। ਇਹ ਨਵੀਂ ਭਗਤੀ ਹੈ। ਇਹਨੂੰ ਰੌਦਾ ਭਗਤੀ ਨੂੰ ਉਹਨੇ
ਰਾੜੇ ਵਾਲੇ ਨੇ ਰਾੜੇ ਵਾਲੇ ਨੇ 9 ਪ੍ਰਕਾਰ ਦੀ ਭਗਤੀ ਬਣਾਤਾ। ਜੇ 9 ਪ੍ਰਕਾਰ ਦੀ ਕਹਿੰਦੇ ਇੱਕ ਥੱਪੜ ਨਾਲੇ ਉੱਥੇ ਉਹਨੇ ਢੇਰੀ ਹੋ ਜਾਣਾ। ਤਾਂ ਇਹੋ ਜਿਹੇ ਹੀ ਤੇ ਰਾੜੇ ਵਾਲੇ ਵਰਗੇ ਜਿਹੜੇ ਕੁੱਟੇ ਹੋਏ ਨੇ ਨਾ, ਢੇਰ ਲੱਗਿਆ ਹੈ ਜਿਹਨਾਂ ਦਾ ਇਹ ਰਾੜੇ ਵਾਲੇ ਵਰਗੇ ਹੀ ਤੇ ਸਾਰੇ ਹੀ। ਇੱਕ ਥੱਪੜ ਨਾਲੇ ਨੇ ਪੈਂਦੇ ਤੇ ਵੀ ਭਗਤੀ ਤਾਂ ਇੱਕ ਪ੍ਰਕਾਰ ਦੀ ਲਿਖੀ ਆ ਗੁਰਬਾਣੀ 'ਚ। ਹਾਂ ਇੱਕੋ ਹੀ ਭਗਤ ਹੈ, ਭਗਤੀ ਇੱਕੋ ਹੀ ਹੈ। ਦੂਈ ਪ੍ਰਕਾਰ ਦੀ ਭਗਤੀ ਕਹਦੀ ਹੈ, ਕਿਹੜੀ ਹੈ ਦੱਸ ਕਿਹੜੀ ਹੈ? ਉਹ ਦੂਈ ਪ੍ਰਕਾਰ ਦੀ ਭਗਤੀ ਨਹੀਂ ਹੁੰਦੀ। ਦੂਈ ਪ੍ਰਕਾਰ ਦੀ ਤਾਂ ਹੈਗੀ ਹੋਈ ਹੈ, ਫਿਰ ਤਾਂ ਹਜ਼ਾਰਾਂ ਪ੍ਰਕਾਰ ਦੀ ਭਗਤੀ ਹੈ। ਛੁੱਟਣ ਕੀ ਵਿਧੀ ਉਹ ਇੱਕ ਹੈ, ਵਿਧੀ ਉਹ ਭਗਤੀ ਹੁੰਦੀ ਹੈ। ਹੋਰ ਕੀ ਹੁੰਦੀ ਹੈ? ਉਹ ਵਿਧੀ ਨੂੰ ਇਹ ਭਗਤੀ ਕਹਿੰਦੇ ਨੇ। ਫਸਣ ਕੀ ਵਿਧੀ ਸਭ ਕੋ ਜਾਣੇ, ਕਿ ਫਸਾਉਣ ਦੀ ਉਹ ਵਿਧੀ ਜਾਣਦਾ ਤਾਂ ਨਾ ਫਸਿਆ ਹੋਇਆ ਸੀ। 9 ਪ੍ਰਕਾਰ ਦੀ ਭਗਤੀ ਦੱਸ ਕੇ ਹੋਰ ਫਸਾਤੇ ਲੋਕ। ਨਾਲੇ ਸਿਮਰਤ ਵੇਦ ਪਕਾਰ ਹੈ, ਸਿਮਰਤ ਸ਼ਾਸਤਰਾਂ ਦਾ ਹੀ ਜਾਣਦਾ ਸੀ, ਗਿਆਨ ਸੀ ਉਹਦਾ। ਸਿਮਰਤ ਵੇਦ ਪਕਾਰ ਹੈ। ਫਿਰ ਉਹ ਸਿਮਰਤ ਵੇਦ ਕਹਿੰਦਾ 9ਵੇਂ ਪ੍ਰਕਾਰ ਦੀ ਭਗਤੀ ਹੈ। 9ਵੇਂ ਪ੍ਰਕਾਰ ਦਾ ਮੈਂ 9ਵੇਂ ਪ੍ਰਕਾਰ ਦੀ ਭਗਤੀ ਹੈ। ਨਹੀਂ ਪਤਾ ਦੇਵਤਿਆਂ ਨੂੰ, ਨਹੀਂ ਪਤਾ ਰਾਖਸ਼ਾਂ ਨੂੰ, ਦੋਹਾਂ ਨੂੰ ਨਹੀਂ ਪਤਾ। ਇੱਕੋ ਹੀ ਆਦਮੀ ਹੈ ਨਾ, ਇੱਕੋ ਥਪੜਾਈ ਜਾਂਦਾ ਸਾਰਿਆਂ ਨੂੰ। ਫਿਰ 9ਵੇਂ ਪ੍ਰਕਾਰ ਦੀ ਭਗਤੀ ਹੈ ਉਹਦੇ ਕੋਲ, 9ਵੇਂ ਪ੍ਰਕਾਰ ਦਾ ਹੀ ਗਿਆਨ। ਨਾਲੇ ਆਮ ਪ੍ਰਚਲਿਤ ਹੁੰਦਾ ਨਹੀਂ ਮਾਰਕੀਟ 'ਚ, ਉਦੋਂ ਉਹ ਨਹੀਂ ਕਿਸੇ ਨੂੰ ਸਮਝ ਹੁੰਦੀ। ਗ੍ਰੰਥਾਂ ਦਾ ਪਿਆ ਹੁੰਦਾ, ਸਮਝ ਹੈ ਨਹੀਂ। ਗ੍ਰੰਥਾਂ ਦਾ ਲਿਖਿਆ ਹੋਇਆ, ਉਹ ਤਾਂ ਸਮਝ ਹੈ ਨਹੀਂ ਉਹਦੀ। ਗਣ ਗੂੜ ਅਗੂੜਨ ਗੱਜੇ ਹੈਗੇ, ਰਣ ਗਣ ਗੂੜ ਅਗੂੜਨ ਗੱਜੇ ਹੈਗੇ। ਹਾਂ ਗਣ ਗੂੜ ਔਰ ਅਗੂੜ, ਗੂੜ ਹੁੰਦੇ ਨੇ ਗੂੜਤਾ ਨੂੰ ਸਮਝਣ ਵਾਲੇ, ਗੂੜ ਗਿਆਨੀ, ਗਹਿਰਾਈ ਨਾਲ ਗਿਆਨ ਦੇ ਵਿੱਚ ਉਤਰਨ ਵਾਲੇ। ਗੂੜ ਔਰ ਅਗੂੜ ਗੱਜੇ ਹੈਗੇ, ਗੱਜੇ। ਅਗੂੜ ਜਿਹੜੇ ਪਰਮ ਗਿਆਨੀ ਹੁੰਦੇ, ਅਗੂੜ ਤਾਂ ਪੱਥਰ ਪੂਜਾ ਵਾਲਾ। ਗੂੜ ਕੁਛ ਥੋੜੀ ਆਤਮਾ ਦੀ ਗੱਲ ਕਰਦਾ ਜ਼ਰੂਰ ਹੈ, ਪਰ ਕਲੀਅਰ ਨਹੀਂ ਹੈ। ਪਰਮਾਤਮਾ ਇੱਕ ਦੇ ਵਿੱਚ ਹੀ, ਜਿਹੜੇ ਕਹਿੰਦੇ ਨੇ ਜਿਹੜੇ ਬ੍ਰਹਮ ਤੋਂ ਅੱਗੇ ਨਹੀਂ ਜਾਣਦੇ, ਉਹ ਅਗੂੜੇ ਨੇ। ਉਹ ਅਗੂੜੇ ਨੇ, ਬ੍ਰਹਮ ਤੋਂ ਅੱਗੇ ਨਹੀਂ ਜਾਣਦੇ। ਬ੍ਰਹਮ ਤੱਕ ਜਾਣਦੇ ਨੇ, ਬ੍ਰਹਮ ਤੋਂ ਅੱਗੇ ਫਿਰ ਪੂਰਨ ਬ੍ਰਹਮ ਹੈ, ਉਹ ਤੋਂ ਅੱਗੇ ਪਰ ਬ੍ਰਹਮ ਹੈ। ਉਹ ਕੌਣ ਦੱਸੂ? ਜਿਹੜੇ ਬ੍ਰਹਮ ਤੱਕ ਜਾਣਦੇ ਨੇ ਉਹ ਮੁਕਤੀ ਨਹੀਂ ਪ੍ਰਾਪਤ ਕਰ ਸਕਦੇ ਕਦੇ ਵੀ। ਬ੍ਰਹਮ ਦਾ ਵੀ ਉਹਨਾਂ ਨੂੰ ਗਿਆਨ ਨਹੀਂ ਹੁੰਦਾ, ਸੁਣੀ ਸੁਣਾਈ ਗੱਲ ਕਰਦੇ ਹੁੰਦੇ ਨੇ। ਜਿਹਨੂੰ ਬ੍ਰਹਮ ਦਾ ਗਿਆਨ ਹੈ ਉਹ ਫਿਰ ਬ੍ਰਹਮ ਨੂੰ, ਪੂਰਨ ਬ੍ਰਹਮ ਔਰ ਬ੍ਰਹਮ ਦਾ ਫਰਕ ਹੋਣਾ ਚਾਹੀਦਾ ਉਹਨਾਂ ਨੂੰ ਪਤਾ। ਪੂਰਨ ਬ੍ਰਹਮ ਔਰ ਬ੍ਰਹਮ ਦਾ, ਬ੍ਰਹਮ ਨੂੰ ਉਹਦਾ ਪਰਮੇਸ਼ਰ ਸਮਝਦੇ, ਬ੍ਰਹਮ ਤੋਂ ਗਾਹਾਂ ਦਾ ਨਹੀਂ ਜੇ ਪਤਾ, ਤੇ ਇਹਦਾ ਮਤਲਬ ਬ੍ਰਹਮ ਤੇ ਬ੍ਰਹਮ ਨੂੰ ਇਹ ਪਰਮੇਸ਼ਰ ਸਮਝਣਾ ਉਹਨਾਂ ਨੇ। ਗਾਹਾਂ ਦਾ ਤਾਂ ਪਤਾ ਨਹੀਂ, ਕਿਵੇਂ ਮੁਕਤੀ ਪਾ ਲੈਣਗੇ ਉਹ? ਇੱਥੇ ਗੱਲ ਫਸੀ ਹੁੰਦੀ ਹੈ। ਗੂੜ ਅਗੂੜ, ਉਹ ਉਹਨਾਂ ਨਾਲੋਂ ਥੋੜ੍ਹੇ ਜਿਹੇ ਜਿਹੜੇ ਬ੍ਰਹਮ ਦੀ ਗੱਲ ਕਰਦੇ ਨੇ, ਦੂਆਂ ਨਾਲ ਗੂੜ ਨੇ। ਦੂਆਂ ਨਾਲ ਤਾਂ ਗੂੜ ਨੇ, ਇੱਕ ਬਿਲਕੁਲ ਅਗੂੜ ਨੇ। ਇੱਕ ਤਾਂ ਮੂਰਤੀ ਦੇ ਖੜੇ ਨੇ, ਇੱਕ ਬ੍ਰਹਮ ਤੇ ਖੜੇ ਨੇ। ਉਹਨਾਂ ਆਪਸ ਵਿੱਚ ਉਹਨਾਂ 'ਚੋਂ ਗੂੜ ਅਗੂੜ ਨੇ। ਲੱਖ ਭੀਰ ਭਇਆ ਹਵ ਭੱਜੇਂਗੇ, ਲੱਖ ਭੀਰ, ਲੱਖ ਭੀਰ ਭਿਆ ਹਵ, ਹਵ ਭੈ ਭੀਤ ਹੋ ਕੇ। ਬਹੁਤੇ ਇਹੋ ਜਿਹੇ ਹੋਣਗੇ ਭੈ ਭੀਤ ਹੋ ਕੇ ਭੱਜ ਜਾਣਗੇ। ਭੈ ਭੀਤ ਵੀ ਜੇ ਬੋਲੇ ਪਿੱਛੇ ਹੋ ਕੇ ਬਹਿ ਜਾਣਗੇ, ਭੱਜਣਾ ਹੋਰ ਕਿੱਥੇ ਹੈ? ਮੈਦਾਨ 'ਚੋਂ ਪਿੱਛੇ ਹੋ ਕੇ ਬਹਿ ਜਾਣਾ, ਦੁਬਾਰਾ ਮੈਦਾਨ 'ਚ ਆਉਣਾ ਹੀ ਨਾ। ਭੱਜੇਗੇ, ਉਹ ਭੱਜ ਜਾਣਗੇ, ਲੜਨ ਤੋਂ ਹੀ ਭੱਜ ਜਾਣਗੇ, ਚਰਚਾ ਤੋਂ ਹੀ ਮੁੱਕਰ ਜਾਣਗੇ, ਚੁੱਪ ਕਰ ਜਾਣਗੇ। ਸਰ ਬਿੰਦ ਪ੍ਰਬਿੰਦ ਪ੍ਰਹਾਰੇਂਗੇ, ਸਰ ਬਿੰਦ ਜਦ ਬਹੁਤੇ ਜਾਣੇ ਭੱਜ ਜਾਣਗੇ ਨਾ, ਫਿਰ ਇਹਦਾ ਮਤਲਬ ਕਿਤੇ ਕਿਤੇ ਤੀਰ ਚੱਲੂਗਾ। ਸਰ ਬਿੰਦ ਪ੍ਰਬਿੰਦ ਪ੍ਰਹਾਰੇਂਗੇ, ਹਾਂ ਥੋੜਾ ਥੋੜਾ ਬਚ ਕੇ ਕੋਈ ਗੱਲ ਆਉਣ ਲੱਗ ਜੂਗੀ। ਤਕੜੇ ਤਕੜੇ ਜਿਹੜੇ ਗਿਆਨਵਾਨ ਨੇ ਉਹ ਬਚ ਰਹਿਣਗੇ, ਉਹ ਜਿਹੜੇ ਕਾਮਾ ਰੌਲੀ ਵਾਲੇ ਚੁੱਪ ਕਰ ਜਾਣਗੇ। ਬਹੁਤੇ ਜਿਹੜੇ ਉਹੀ ਬੋਲੀ ਜਾਂਦੇ ਤੇ ਉਹ ਤਾਂ ਭੱਜ ਗਏ, ਸਾਰੇ ਹੀ ਚੁੱਪ ਕਰ ਗਏ।
ਉਹ ਕਹਿੰਦੇ ਲੈ ਹੁਣ ਗੱਲ ਕਰੋ, ਮੇਰੇ ਮੈਂ ਕਰਦਾ ਫੈਸਲਾ ਜਿਹਨੇ ਕਰਨੀ ਹੈ। ਜਦ ਉਹਨੇ ਕਿਹਾ ਵੀ ਦੋਹਾਂ ਇਹ ਤਾਂ ਸਾਈਡ ਨਹੀਂ ਲੈਂਦਾ ਕਿਸੇ ਦੀ, ਫਿਰ ਰਾਖਸ਼ ਔਰ ਦੇਵਤੇ ਦੋਏ ਉਹਨੂੰ ਨਿਊਟਰਲ ਮੰਨ ਕੇ ਫਿਰ ਕਹਿੰਦਾ ਤੁਸੀਂ ਹੁਣ ਕਰੋ ਗੱਲ, ਟਿਕ ਕੇ ਗੱਲ ਕਰੋ, ਇੱਕ ਆਦਮੀ ਕਰੋ, ਦੋ ਕਰੋ, ਜਿਹਨੇ ਕਰਨੀ ਹੈ ਉਹਦੀ ਗੱਲ ਖਤਮ ਹੋ ਜਾਵੇ, ਇੱਕ ਦਾ ਤਰਕ ਖਤਮ ਹੋ ਜਾਵੇ, ਦੂਆ ਫਿਰ ਕਰ ਲਿਓ। ਫਿਰ ਉਹ ਜਿਵੇਂ ਕੋਈ ਕਲੀ ਪੈਂਦੀ ਹੁੰਦੀ ਹੈ, ਉਹ ਐ ਟਾਮੀ ਟਾਮੀ ਕਲੀ ਫਿਰ ਟਾਮੀ ਟਾਮੀ ਗੱਲ ਬਿੰਦ ਪ੍ਰਬਿੰਦ ਰੁਕ ਰੁਕ ਕੇ ਪ੍ਰਹਾਰ ਹੋਣ ਲੱਗ ਗਿਆ। ਜਿਵੇਂ ਕਦੇ ਕਦੇ ਗੋਲੀ ਚੱਲਣ ਲੱਗੀ, ਕਦੇ ਕਦੇ ਫੈਰ ਹੁੰਦਾ, ਫਿਰ ਰੁਕ ਕੇ ਉਹਦਾ ਫਿਰ ਜਵਾਬ ਆਏ ਤੇ ਬਾਅਦ ਤੈ ਲੱਗੀ ਦੇ ਬਾਅਦ ਦੂਆ ਫੈਰ ਜਲ ਹੁੰਦਾ। ਹਾਂ, ਰਣ ਰੰਗ ਅਭੀਤ ਬਿਹਾਰਹਿੰਗੇ, ਰਣ ਰੰਗ ਅਭੀਤ ਬਿਹਾਰਹਿੰਗੇ, ਅਭੀਤ ਭੈ ਭੀਤ। ਉਹ ਜਿਹੜੇ ਅਭੀਤ ਲੋਕ ਨੇ ਨਾ, ਭੈ ਨਹੀਂ ਜਿਹਨਾਂ ਨੂੰ ਗਿਆਨ ਹੈ, ਜਿਹਨਾਂ ਨੂੰ ਦੇਖੋ ਜਿੰਨਾ ਗਿਆਨ ਜ਼ਿਆਦਾ ਹੁੰਦਾ ਉਹਨੀ ਭੈ ਘੱਟ ਹੁੰਦੀ। ਜਿਹੜੇ ਤਾਂ ਭੈ ਭੀਤ ਹੋ ਗਏ ਉਹ ਤਾਂ ਪਰੇ ਚਲੇ ਗਏ, ਭੈ ਭੀਤ ਹੋ ਗਏ ਨਾ, ਅਗਿਆਨੀ ਸੀਗੇ, ਭੈ ਭੀਤ ਹੋਰ ਕੀ ਹੋਣਾ ਸੀ। ਅਗਿਆਨੀ ਸੀ, ਜਿੰਨਾ ਅਗਿਆਨ ਜ਼ਿਆਦਾ ਹੋਣੀ ਭੈ ਜ਼ਿਆਦਾ ਹੁੰਦੀ ਹੈ, ਜਿੰਨਾ ਭਰਮ ਜ਼ਿਆਦਾ ਭੈ ਜ਼ਿਆਦਾ ਹੁੰਦੀ। ਉਹ ਭਰਮ ਜਿਨ੍ਹਾਂ ਦੇ ਅੰਦਰ ਜ਼ਿਆਦਾ ਸੀ ਉਹ ਤਾਂ ਚੁੱਪ ਕਰਕੇ ਬਹਿ ਗਏ, ਜਿਨ੍ਹਾਂ ਦੇ ਅੰਦਰ ਚਾਨਣਾ ਸੀਗਾ ਉਹ ਨਿਰਭੈ ਹੋ ਕੇ ਗੱਲ ਕਰਦੇ। ਉਹ ਐਂ ਕਹਿੰਦੇ ਨੇ ਵੀ ਚੱਲ ਜਿਹੜੀ ਗੱਲ ਦਾ ਨਹੀਂ ਪਤਾ ਲੱਗ ਜੂਗਾ। ਉਹ ਲੋਕ ਗੱਲ ਚਰਚਾ ਕਰਦੇ ਨੇ ਜਿਨ੍ਹਾਂ ਨੇ ਹੁਣ ਕੁਝ ਖੋਜਣਾ ਵੀ ਚੱਲ ਗਾਹਾਂ ਪਤਾ ਲੱਗਣਾ ਚਾਹੀਦਾ। ਇਹੋ ਜਿਹੇ ਸਵਾਲ ਉਸਾਰੂ ਕਿਸਮ ਦੀ ਚਰਚਾ ਚੱਲ ਪਈ, ਉਸਾਰੂ ਕਿਸਮ ਦੀ। ਵੀ ਫਿਰ ਇਹਦਾ ਮਤਲਬ ਕੀ ਹੈ? ਫਿਰ ਇਹਦਾ ਜਿਵੇਂ ਉਹ ਸਿੱਧ ਗੱਲ ਕਰਦੇ ਨੇ ਗੁਰੂ ਨਾਨਕ, ਉਸਾਰੂ ਚਰਚਾ ਉਹ ਵਿਆਜਣ ਦੀ ਗੱਲ ਹੈ, ਉਸਾਰੂ ਚਰਚਾ ਨਾ। ਉਹ ਕਹਿੰਦਾ ਇਸ ਪਰ ਜੋ ਅਰਥ ਆਏ ਦੇ ਸੋ ਗੁਰੂ ਹਮਾਰਾ। ਵੀ ਜੇ ਆਹ ਸਾਨੂੰ ਗੱਲ ਸਮਝਾ ਦੇਵੇ ਅਸੀਂ ਉਹਨੂੰ ਗੁਰੂ ਮੰਨ ਲਾਂਗੇ। ਦੇਖੋ ਨਾ, ਉਸਾਰੂ ਚਰਚਾ ਨਾ। ਹਾਂ, ਖੱਗ ਉਦ ਅਦੋ ਅਦ ਵੱਜੇ ਹੈਗੇ, ਖੱਗ ਉਦੋਂ ਅਦ ਵੱਜੇਗੇ, ਉਧਰੋਂ ਦੋਹਾਂ ਪਾਸਿਆਂ ਤੋਂ ਹੀ ਅਦੋ ਅਦ ਵੱਜੇਗੇ। ਆਹੋ, ਅੱਧੀਆਂ ਹੀ ਨੇ ਉਹਨਾਂ ਕੋਲ ਬੁੱਧੀਆਂ, ਪੂਰਨ ਬੁੱਧ ਹੈ ਹੀ ਨਹੀਂ ਕਿਸੇ ਦੀ। ਅਦੋ ਅਦ ਵੱਜੇਗੇ, ਅੱਧੇ ਨਾਲ ਅੱਧਾ ਟਕਰਾਊਗਾ। ਅਧੂਰੀਆਂ ਬੁੱਧੀਆਂ, ਅਧੂਰੀ ਬੁੱਧੀ ਨਾਲ ਅਧੂਰੀ ਬੁੱਧੀ। ਖੱਗ ਉਦ ਅਦੋ ਉਦ ਵੱਜੇ ਹੈਗੇ। ਆਹੋ, ਟੁੱਟੀਆਂ ਹੋਈਆਂ ਤਲਵਾਰਾਂ ਨੇ, ਟੁੱਟੀਆਂ ਹੋਈਆਂ ਤਲਵਾਰਾਂ ਨਹੀਂ ਫਿਰਦੇ ਨੇ। ਲੱਖ ਜੋਧ ਮਹਾਜੁੱਧ ਗੱਜੇ ਹੈਗੇ। ਯੋਧੇ ਜਿਹੜੇ ਨੇ ਮਹਾਯੁੱਧ ਦੇ ਵਿੱਚ, ਫਿਰ ਜਿਹੜੇ ਯੋਧੇ ਨੇ ਉਹ ਗੱਜਣਗੇ। ਚਾਹੇ ਤਲਵਾਰਾਂ ਉਹਨਾਂ ਦੀ ਅੱਧੋ ਅੱਧੇ ਨੇ, ਪਰ ਉਹ ਮਹਾਯੋਧੇ ਨੇ, ਉਹ ਗਾਹਾਂ ਕੁਛ ਸਿੱਟੇ ਤੇ ਜਾਣਾ ਚਾਹੁੰਦੇ ਨੇ ਵੀ ਅਸਲੀਅਤ ਕੀ ਹੈ। ਲੱਖ ਜੋਧ ਦੇਖ ਕੇ ਜਿਵੇਂ ਗੱਲ ਸਮਝੀ, ਹਾਂ, ਜਿਹੜੇ ਸੌਦੇ ਅਣੀ ਨੇ ਉਹ ਗੱਜਣਗੇ। ਉਹ ਉਹਦੇ ਜਿਹੜਾ ਹੈਗਾ ਇਹ ਤਾਂ ਜਵਾਬ ਦੇ ਦਿੰਦੇ ਨੇ। ਕੁਛ ਇਹੋ ਜਿਹੇ ਨੇ, ਦੋਹਾਂ ਤੋਂ ਇਲਾਵਾ ਇੱਕ ਯੋਧੇ ਹੁੰਦੇ ਨੇ ਜਿਨ੍ਹਾਂ 'ਚੋਂ ਭਗਤ ਪੈਦਾ ਹੋਏ ਨੇ, ਜਿਹੜੇ ਬ੍ਰਹਮਾ ਦੇ ਨਾਲ ਖੜੇ ਹੁੰਦੇ ਨੇ ਨਾ, ਉਹ ਅਲੱਗ ਕੈਟਾਗਰੀ ਹੈ। ਉਹ ਵੀ ਇੱਥੇ ਨੇ ਹੁਣ। ਤੇ ਵਿਸ਼ਨੂੰ ਆ ਉਹਦੇ ਤਾਂ ਚਰਚਾ ਹੋ ਰਹੀ ਹੈ। ਬ੍ਰਹਮਾ ਵਾਲੇ ਨਹੀਂ ਦੋਹਾਂ ਦੇ ਵਿੱਚ ਹੁੰਦੇ। ਬ੍ਰਹਮਾ ਵਾਲਿਆਂ 'ਚੋਂ ਤਾਂ ਇਹੀ ਹੈ। ਕਲਗੀਧਰ ਅਵਤਾਰ ਬ੍ਰਹਮਾ ਵਾਲਿਆਂ 'ਚੋਂ ਹੀ ਹੈ। ਇਹਦੀ ਕੈਟਾਗਰੀ ਦੇ ਵੀ ਤਾਂ ਬੰਦੇ ਹੈਗੇ ਨੇ, ਉਹ ਯੋਧੇ ਨੇ, ਉਹ ਗੱਜਦੇ ਨੇ ਨਾਲ। ਫਿਰ ਕਲਕੀ ਜੋਧ ਮਹਾਜੁੱਧ ਬਹੁਤ ਸਾਰੀਆਂ ਗੱਲਾਂ ਤਾਂ ਉਹਨਾਂ ਨੂੰ ਹੀ ਪਤਾ ਹੁੰਦਾ, ਬਹੁਤ ਸਾਰੀਆਂ ਗੱਲਾਂ ਦਾ ਤਾਂ ਉਹਨਾਂ ਨੂੰ ਹੀ ਪਤਾ ਹੁੰਦਾ, ਬਹੁਤ ਸਾਰੀਆਂ ਗੱਲਾਂ ਤਾਂ ਉਹੀ ਰੋਕ ਦਿੰਦੇ ਨੇ। ਹਾਂ, ਅਣੀਨੇਸ ਦੁਹੋਂ ਦਿਸ ਢੁਕੇਂਗੇ। ਅਣੀਨੇਸ ਫੌਜਾਂ ਦੇ ਆਗੂ ਦੋਹਾਂ ਤਰ੍ਹਾਂ ਦੇ। ਦੁਹੋਂ ਦਿਸ ਦੇਖੋ ਢੁਕੇਂਗੇ ਨਾ, ਦੋਏ ਗਰੁੱਪ ਨੇ, ਦੋਹਾਂ ਗਰੁੱਪਾਂ ਦੇ ਆਗੂ ਹੁੰਦੇ ਨੇ। ਜਿਵੇਂ ਫੌਜ ਦਾ ਹੁੰਦਾ ਜਰਨੈਲ, ਉਹ ਅਣੀਨੇਸ, ਹਾਂ, ਉਹੀ ਬੋਲਦੇ ਨੇ ਹੁਣ, ਉਹੀ ਢੁਕਦੇ ਨੇ ਹੁਣ। ਸਾਰੇ ਨਹੀਂ ਬੋਲਦੇ। ਅਣੀਨੇਸ ਦੁਹੋਂ ਦਿਸ ਢੁਕੇਂਗੇ। ਦੋਹਾਂ ਦੇ ਸਾਹਮਣੇ ਜਿਹੜੇ ਆਗੂ ਨੇ, ਆਗੂ ਕਾਇਮ ਕਰਤੇ, ਉਹੀ ਇੱਕ ਦੂਜੇ ਨਾਲ ਚਰਚਾ ਕਰਦੇ ਨੇ, ਉਹੀ ਢੁਕਦੇ ਨੇ। ਮੁਖ ਮਾਰ ਮਹਾਸੁਰ ਕੂਕੇਂਗੇ। ਮੁੱਖ ਦੀ ਮਾਰ ਕਰਦੇ ਨੇ, ਪਰ ਤੇ ਫੇਰ ਕਰਤਾ ਮਹਾਸੁਰ ਕੂਕੇਂਗੇ। ਮਹਾਸੁਰ ਦੇ ਵਿੱਚ ਹੁਣ ਗੱਲ ਕਰਦੇ ਨੇ, ਅਕਲ ਦੀ ਗੱਲ ਕਰਦੇ ਨੇ। ਹੁਣ ਨਿਰਾਕਾਰ ਦੀ ਚਰਚਾ ਤੇ ਆ ਗਈ ਗੱਲ। ਪਹਿਲਾਂ ਉਂਝ ਕੂਕਦੇ ਨੇ, ਮਹਾਸੁਰ ਕੂਕੇਂਗੇ। ਇਹਨਾਂ ਦਾ ਜੋ ਮੂੰਹ 'ਚ ਆ ਗਿਆ ਉਹੀ ਬੋਲੀ ਜਾਂਦੇ ਤੇ ਸਾਰੇ ਹੀ।
ਗਣ ਗੰਧਰਵ ਦੇਵ ਨਿਹਾਰੇਂਗੇ ਗਣ ਗੰਧਰਵ ਦੇਵ ਨਿਹਾਰੇਂਗੇ ਉਹ ਦੇਖਣਗੇ। ਗੰਧਰਵ ਦੇਖਣ ਵਾਲੇ ਨੇ, ਗੰਧਰਵ ਚਰਚਾ 'ਚ ਹਿੱਸਾ ਨਹੀਂ ਲੈਂਦੇ। ਉਹ ਭਾਵੇਂ ਦੇਵਤਿਆਂ ਦੇ ਜਾ ਕੇ ਉੱਥੇ ਜਿਵੇਂ ਰਾਗੀ ਨੇ, ਤੇ ਗੰਧਰਵ ਨੇ, ਹੋਰ ਕੀ ਨੇ। ਰਾਗੀ ਨਹੀਂ ਚਰਚਾ 'ਚ ਭਾਗ ਲੈਂਦੇ ਹੁੰਦੇ ਕਦੇ ਵੀ। ਉਹ ਕਹਿੰਦੇ ਸਾਨੂੰ ਤਾਂ ਅਰਥਾਂ ਦਾ ਪਤਾ ਨਹੀਂ, ਇਹ ਤਾਂ ਗਾਉਣੇ, ਇਹ ਤਾਂ ਗਾਉਣ ਵਾਲੇ ਆ ਅਸੀਂ। ਗੱਲ ਮੁੱਕੀ ਉਹਨਾਂ ਦੀ ਤਾਂ। ਉਹਦਾ ਨਿਹਾਰੇਂਗੇ ਬਸ, ਉਹਦਾ ਦੇਖਣਗੇ ਕੀ ਅਰਥ ਕੀ ਬਣਦਾ। ਉਹ ਤਾਂ ਕੀ, ਉਹਦਾ ਬਸ ਗਵਈਆ ਹੀ ਨੇ। ਗਵਈਏ ਗਾਉਣ ਦੇ ਉਹਨਾਂ ਨੂੰ ਪੈਸੇ ਮਿਲਦੇ ਹੁੰਦੇ ਨੇ। ਉਹ ਤਾਂ ਰੋਟੀਆਂ ਕਾਰਨ ਪੂਰੇ ਤਾਲ ਵਾਲੇ ਹੁੰਦੇ ਨੇ। ਜਿਹੜੇ ਗੰਧਰਵ ਹੁੰਦੇ ਰੋਟੀਆਂ ਕਾਰਨ ਪੂਰੇ ਤਾਲ, ਉਹ ਤਾਂ ਰੋਟੀਆਂ ਖਾਤਰ ਪਾਉਂਦੇ ਹੁੰਦੇ ਨੇ। ਜੈ ਸਤ ਨਿਨਦ ਪੁਕਾਰਾਂਗੇ। ਹਾਂ, ਜੈ ਸਤ ਨਿਨਦ। ਹਾਂ, ਇਹ ਜ਼ਰੂਰ ਹੈ ਜਿੱਥੇ ਸੱਦ ਦੀ ਗੱਲ ਆਊ, ਸੱਚ ਦੀ, ਔਰ ਸੱਚ ਤੋਂ ਉਲਟ ਗੱਲ ਆਊਗੀ, ਜਿਹੜੀ ਗੱਲ ਰੱਦ ਹੋ ਗਈ, ਉਹਨੂੰ ਕਹਿੰਦੇ ਵੀ ਆਹ ਗੱਲ ਗਲਤ ਹੈ, ਆਹ ਠੀਕ। ਜੈ ਸਤ ਠੀਕ ਔਰ ਗਲਤ ਦਾ ਉਦੋਂ ਕਹਿਣਗੇ ਵੀ ਹਾਂ ਨਹੀਂ ਆਹ ਠੀਕ ਹੈ, ਆਹ ਗਲਤ। ਜੈ ਸਤ ਨਿਨਦ ਪੁਕਾਰਾਂਗੇ, ਉਹ ਇੱਥੇ ਆ ਕੇ ਤਾਂ ਕਹਿਣਗੇ ਜ਼ਰੂਰ ਵੀ ਨਹੀਂ ਆਹ ਠੀਕ ਹੈ, ਆਹ ਗਲਤ। ਗੰਧਰਵ ਹਾਂ, ਗੰਧਰਵ ਇੰਨੀ ਤਾਂ ਉਹਨਾਂ ਨੂੰ ਸਮਝ ਹੁੰਦੀ ਹੈ, ਕਿਉਂਕਿ ਉਹਨਾਂ ਕੋਲ ਗੁਰਬਾਣੀ ਬਹੁਤ ਯਾਦ ਹੁੰਦੀ ਹੈ ਵੀ ਆਹ ਗੱਲ ਠੀਕ ਹੈ, ਆਹ ਗਲਤ ਹੈ। ਇਹ ਨਹੀਂ ਗੱਲ ਅਰਥ ਬਣਦੇ। ਜਮ ਡਾਢੀ ਕਿਰਪਾਨ ਬਾਹੇਂਗੇ। ਹਾਂ, ਜਮ ਡਾਢੀ ਕਿਰਪਾਨਣੀ ਬਾਹੇਂਗੇ। ਡਾਢੀ ਜਿਹੜੀ ਕਿਰਪਾਨ ਹੈ ਨਾ, ਡਾਢੀ ਜਮ ਡਾਢੀ ਜਦ ਵਿਵੇਕ ਬੁੱਧੀ ਫਿਰ ਵਿੱਚ ਦਖਲ ਦਿੰਦੀ ਹੈ, ਉਹ ਚੱਲਦੀ ਹੈ। ਅਦ ਅੰਗ ਅਦੋ ਅਦ ਲਾਹੇਂਗੇ। ਉਹਨਾਂ ਦੇ ਅੱਧੀਆਂ ਬੁੱਧੀਆਂ ਨੇ ਦੋਹਾਂ ਨੂੰ ਵੱਢ ਕੇ ਪਰੇ ਮਾਰਦੇ ਵੀ ਤੇਰੀ ਵੀ ਗੱਲ ਕਮੀ ਹੈ, ਤੇਰੇ 'ਚ ਇੰਨੀ ਕਮੀ ਹੈ, 'ਚ ਇੰਨੀ ਕਮੀ ਹੈ। ਉਹ ਜਿਹੜੇ ਅੱਧੋ ਅੱਧੀ ਬੁੱਧੀ ਵਾਲੇ, ਜਿਹੜੇ ਅਧੂਰੀ ਬੁੱਧੀ ਵਾਲਿਆਂ ਦੀਆਂ ਗੱਲਾਂ ਨੇ, ਦੋਹਾਂ ਦੀਆਂ ਵੱਢ ਕੇ ਪਰੇ ਮਾਰਦੇ ਵੀ ਆਹ ਤੇਰੀ ਵੀ ਗਲਤ ਹੈ, ਤੇਰੀ ਵੀ ਗਲਤ ਹੈ, ਤੂੰ ਇੱਥੋਂ ਗਲਤ ਹੈ, ਇੱਥੋਂ ਗਲਤ ਹੈ। ਰਣ ਰੰਗ ਤੁਰੰਗੇ ਬਾਜੇਂਗੇ। ਰਣ ਦੇ ਵਿੱਚ ਕੀ ਹੈ? ਤੁਰੰਗੇ ਬਾਜੇਂਗੇ। ਤੁਰੰਗੇ ਤੁਰੀਆਂ ਆਪਣੀ ਆਪਣੀ ਬੋਲਤੀ ਬੋਲਣਗੇ, ਆਪਣਾ ਗਿਆਨ ਦੀ ਗੱਲ ਕਰਨਗੇ, ਆਪਣੀ ਬੋਲਦੀ ਦੇ ਵਿੱਚ ਆਪਣੇ ਗਿਆਨ ਦੇ ਰੰਗ ਦੀ ਗੱਲ ਕਰਨਗੇ, ਆਪਣਾ ਰੰਗ ਦੂਏ ਤੇ ਚਾੜਨਾ ਚਾਹੁੰਦੇ ਨੇ। ਡੰਪ ਜਾਂਜ ਨਫੀਰੇ ਗਾਜੇਂਗੇ। ਉਹ ਡੱਫ ਹੁੰਦੀ ਹੈ ਜਿਹੜੀ ਇੱਕ ਪਾਸੇ ਤੇ ਉਹ ਹੈ ਨਫੀਰੇ, ਇਹਨਾਂ ਦੇ ਹੁੰਦੇ ਨੇ, ਰਾਜਿਆਂ ਕੋਲ ਹੁੰਦੇ ਨੇ, ਇਹ ਗੱਜਦੇ ਨੇ। ਆਹ ਡੱਫ ਵਾਂਗੂ ਡੱਫ ਜਾਂਜ, ਇਹ ਜਿਹੜੇ ਜੋਗੀ ਨੇ ਉਹ ਆਪਣੀ ਗੱਲ ਕਰਨਗੇ, ਰਾਜੇ ਵਾਲੇ ਆਪਣੀ, ਜਿਵੇਂ ਡੱਫ ਵੱਜਦੀ ਹੁੰਦੀ ਹੈ। ਅਣਿਨੇਸ ਦੋਹੋਂ ਦੇ ਸਤਾਵੇਂਗੇ। ਅਣਿਨੇਸ ਦੋਹੋਂ ਦੇ ਸਤਾਵੇਂ। ਇਹ ਕਈ ਵਾਰ ਜਿਹੜੇ ਸ਼ਬਦ ਹੁੰਦੇ ਨੇ ਨਾ, ਇਹ ਵੀ ਬੋਲਣੇ ਪੈ ਜਾਂਦੇ ਨੇ। ਜਿਵੇਂ ਵੇਦ ਦੇ ਜਿਹੜੇ ਸ਼ਲੋਕ ਨੇ, ਦੋਹਾਂ ਧਿਰਾਂ ਨੂੰ ਯਾਦ ਹੁੰਦੇ ਨੇ। ਅਸੀਂ ਨਹੀਂ ਗੁਰਬਾਣੀ ਦੇ ਵਿੱਚ ਪ੍ਰਮਾਣ ਦਿੰਦੇ, ਉਹ ਜਿਹੜੇ ਗੁਰਬਾਣੀ ਦੇ ਪ੍ਰਮਾਣ ਜੇ ਕੋਈ ਪੂਰੇ ਤਾਲ ਸੁਰਨਾ ਗਾ ਕੇ ਦੇਵੇ, ਉਹ ਡੱਫ ਨਫੀਰੇ ਦੀ ਗੱਲ ਉੱਥੇ ਹੈ। ਡੱਫ ਡਾਂਜ ਨਫੀਰੇ ਗਾਜੇਂਗੇ। ਸਮਝਿਆ ਨਹੀਂ? ਇਸ ਤਰੀਕੇ ਨਾਲ ਪੂਰੇ ਉਹਦੇ ਨਾਲ ਗੱਲ ਕੇ ਦੱਸਣੀ ਵੀ ਆਹ ਦੱਸੋ ਇਹਦਾ ਕੀ ਹੈ। ਪੂਰੀ ਉਸੇ ਰਾਗ ਦੇ ਵਿੱਚ ਗੱਲ ਗਾ ਕੇ ਦਰਸ ਕੇ ਦੇ ਕੇ ਆਹ ਦੇਖੋ ਇੱਥੇ ਆਹ ਗੱਲ ਹੈ, ਉਹਦਾ ਆਪਣਾ ਪ੍ਰਮਾਣ ਦੇਣਾ, ਗ੍ਰੰਥਾਂ ਦਾ ਪ੍ਰਮਾਣ ਦੇ ਕੇ ਗੱਲ ਕਰਨੀ, ਜਿਹੜੀ ਦੋਹਾਂ ਤਰ੍ਹਾਂ ਨੂੰ ਮਨਜ਼ੂਰ ਹੋਵੇ। ਕਰ ਕਾੜ ਕਿਰਪਾਨ ਕੰਪਾਵੇਂਗੇ। ਹਾਂ, ਕਰ ਕਾੜ, ਇੱਕ ਦੂਏ ਨੂੰ ਕਾਂਬਾ ਛੇੜਨ ਵਾਸਤੇ, ਇੱਕ ਦੂਏ ਨੂੰ ਦੇ ਵਿੱਚ ਘਬਰਾਹਟ ਪੈਦਾ ਕਰਨ ਵਾਸਤੇ ਐਸੀਆਂ ਗੱਲਾਂ ਉਹ ਗਿਆਨ ਦੀਆਂ ਲਿਆਉਣਗੇ, ਗਿਆਨ ਚਾਚੇ, ਵੀ ਦੂਏ ਕੋ ਜਵਾਬ ਨਾ ਹੋਵੇ ਜਿਹੜੀ ਗੱਲ ਦਾ। ਇਸ ਤਰੀਕੇ ਨਾਲ ਗੱਲ ਕਰਨਗੇ ਉਹ ਆਪਣੇ ਗ੍ਰੰਥਾਂ 'ਚੋਂ, ਜਿਹੜਾ ਦੂਏ ਕੋਲ ਕਾਂਬਾ ਛੜੇ ਦੂਏ ਨੂੰ, ਉਹਦੇ ਕੋਲ ਜਵਾਬ ਨਾ ਹੋਵੇ। ਰਣ ਕੁੰਜਰ ਪੁੰਜ ਗਰਜੇ ਹੈਂਗੇ। ਹਾਂ, ਉਹਦੇ ਵਿੱਚ ਜਿਹੜੇ ਕੁੰਜਰ ਨੇ, ਕੁੰਜਰ ਹਾਥੀ, ਹੰਕਾਰੀ, ਕੁੰਜਰ ਪੁੰਜ ਗਰਜੇ ਹੈਂਗੇ। ਪੁੰਜਾਂ ਦੇ ਪੁੰਜ, ਇਹ ਜਿਹੜੇ ਹਾਥੀਆਂ ਦਾ ਗੱਲ ਆਈ ਹੈ,
ਹਾਥੀਆਂ ਦਾ ਸ਼ਿਵ ਜੀ ਦੇ ਉਹਦੇ ਵਾਸਤੇ ਆਈ ਹੈ। ਸਾਧਾਂ ਕੋਲ ਹਾਥੀ ਹੁੰਦੇ ਨੇ, ਰਾਜੇ ਤਾਂ ਹਾਥੀਆਂ ਤੇ ਘੱਟੇ ਚੜ੍ਹਦੇ ਹੁੰਦੇ ਨੇ, ਰਥਾਂ ਤੇ ਚੜ੍ਹਦੇ ਹੁੰਦੇ ਤੇ ਰਾਜੇ ਪਹਿਲਾਂ। ਰਾਜਿਆਂ ਦੇ ਫੌਜਦਾਰ ਰਾਜੇ ਹਾਥੀ ਤਾਂ ਆਪੇ ਲੜਦਾ ਹੁੰਦਾ ਫੌਜ ਨਾਲ। ਹਾਥੀ ਤੇ ਚੜਿਆ ਆਦਮੀ ਨਹੀਂ ਲੜਦਾ ਹੁੰਦਾ, ਹਾਥੀ ਆਪੇ ਫੌਜ ਨਾਲ ਲੜਦਾ। ਇਹ ਹਾਥੀ ਤੇ ਤਾਂ ਚੜ੍ਹਦੇ ਤੇ ਵੀ ਮੇਰੇ ਨੇੜੇ ਨਾ ਕੋਈ ਆ ਸਕੇ। ਹਾਥੀ ਦੇ ਨੇੜੇ ਨਾ ਕੋਈ ਆਉਂਦਾ, ਹਾਥੀ ਦੇ ਸੰਗਲ ਫੜਿਆ ਹੁੰਦਾ ਸੁਣ ਦੇ ਵਿੱਚ, ਆਦਮੀ ਨੂੰ ਆਉਣ ਦਿੰਦਾ ਨੇੜੇ। ਉਹ ਤਾਂ ਚੜ੍ਹਦਾ ਤੇ ਵੀ ਉਹ ਹਾਥੀ ਤੇ ਚੜਿਆ ਆਦਮੀ ਸੇਫ ਹੁੰਦਾ ਔਰ ਉੱਚਾ ਹੁੰਦਾ। ਇਹ ਮੁਗਲਾਂ ਦੇ ਕਾਲ ਦੇ ਵਿੱਚ ਆ ਕੇ ਹਾਥੀਆਂ ਤੇ ਚੜ੍ਹਨ ਲੱਗੇ ਤੇ ਉਹ ਪਹਿਲੇ ਕਾਲ ਦੇ ਵਿੱਚ ਰਥਾਂ ਤੇ ਰਹਿੰਦੇ ਸੀ ਰਾਜੇ। ਸੈਨਾਪਤੀ ਜਿਹੜੇ ਲੜਾਉਂਦੇ ਤੇ ਘੋੜਿਆਂ ਵਾਲਿਆਂ ਨੂੰ, ਘੋੜਿਆਂ ਵਾਲੇ ਲੜਾਉਂਦੇ ਤੇ ਪੈਦਲਾਂ ਨੂੰ, ਘੋੜਿਆਂ ਵਾਲੇ ਪੈਦਲਾਂ ਨੂੰ ਲੜਾਉਂਦੇ ਤੇ ਪੈਦਲ ਟੁਕੜੀ ਦੇ ਨਾਲ ਘੋੜੇ ਹੁੰਦੇ ਸੀ, ਘੋੜੇ ਵਾਲੇ ਲੜਾਉਣ ਵਾਲੇ। ਜਿੱਥੇ ਜ਼ਿਆਦਾ ਕੋਈ ਪੈਦਲਾਂ ਦੇ ਉੱਤੇ ਪ੍ਰੈਸ਼ਰ ਹੁੰਦਾ, ਘੋੜੇ ਵਾਲਾ ਜਾਂਦਾ ਸੀ ਉੱਥੇ ਭੱਜ ਕੇ ਲੈ ਕੇ ਉਹਨਾਂ ਨੂੰ ਬਚਾਉਣ ਵਾਸਤੇ, ਗਿਰੇ ਨੂੰ ਉਠਾਉਣ ਵਾਸਤੇ। ਇਹ ਜੰਗ ਦੇ ਤਰੀਕੇ ਸੀ। ਵਜੀਦਾ ਹਾਥੀ ਤੇ ਕਿਉਂ ਚੜ੍ਹਿਆ ਤਾਂ ਉਹਨੂੰ ਪਤਾ ਸੀ ਵੀ ਸਿੰਘ ਪੈ ਜਾਂਦੇ ਹੁੰਦੇ ਨੇ, ਫੇਰ ਵੀ ਪੈ ਗਏ ਸੀ। ਉਹ ਪਿੱਛੇ ਦੀ ਚੜ੍ਹ ਗਏ ਘੋੜੇ ਤੇ, ਘੋੜੇ ਤੋਂ ਹਾਥੀ ਤੇ ਚੜ੍ਹ ਗਿਆ ਸੀ ਤਾਂ ਸੀ ਹਾਥੀ ਤੇ। ਇਹ ਜਿਹੜੇ ਸਾਧ ਨੇ ਹਾਥੀਆਂ ਤੇ ਉਹ ਫਿਰਦੇ ਨੇ ਰੋਜ਼। ਹਾਥੀ ਸਾਧਾਂ ਕੋਲੇ ਹੁੰਦੇ ਨੇ ਤੇ ਘੋੜ ਇਹ ਜਿਹੜੇ ਰਾਜੇ ਹੁੰਦੇ ਤੇ ਰਥਾਂ ਤੇ ਚੜ੍ਹ ਕੇ ਫਿਰਦੇ ਹੁੰਦੇ ਸੀ। ਇਹ ਤਾਂ ਲਿਖਿਆ ਹੋਇਆ ਇੱਥੇ। ਇਹ ਰਾਜਾ ਘੋੜੇ ਤੇ ਸਵਾਰੀ ਕਰਦਾ ਸੀ, ਸ਼ਿਕਾਰ ਖੇਡਦਾ ਦਿਖਾਇਆ ਹੋ ਘੋੜਿਆਂ ਤੇ। ਪਿਛੇ ਇਤਿਹਾਸ ਦੇ ਵਿੱਚ ਘੋੜਿਆਂ ਦੇ ਰਾਜਾ ਸ਼ਿਕਾਰ ਖੇਡਦੇ ਗਏ। ਇਹ ਰਥਾਂ ਤੇ ਲੜਨ ਗਏ, ਜੰਗ ਵੇਲੇ ਰਥਾਂ ਤੇ ਗਏ। ਇਹੀ ਦਿਖਾਏ ਹੋਏ ਰਣ ਕੁੰਜਰ ਪੁੰਜ ਗਰਜੇਂਗੇ। ਹਾਂ, ਕੁੰਜਰਾਂ ਦੇ ਪੁੰਜ ਜਿਹੜੇ ਨੇ ਰਣ ਦੇ ਵਿੱਚ ਗਰਜਣਗੇ। ਕੌਣ? ਸ਼ਿਵ ਜੀ ਦੇ ਭਗਤ ਬੋਲਣਗੇ। ਇਹਨਾਂ ਨੂੰ ਹੰਕਾਰ ਜ਼ਿਆਦਾ ਹੁੰਦਾ ਸਾਧਾਂ ਨੂੰ ਭਗਤੀ ਦਾ। ਕਿਉਂ? ਭਗਤੀ ਜੋ ਕਰਦੇ ਨੇ, ਤਿਆਗ ਜੋ ਹੈ। ਲਖ ਮੇਘ ਮਹਾ ਗਿਆਨ ਦਾ ਪੰਡਤ ਨੂੰ ਹੰਕਾਰ ਹੈ। ਧਾਰਮਿਕ ਆਦਮੀ ਜਿਹੜਾ ਧਰਮ ਦਾ ਕੰਮ ਕਰਦਾ ਉਹਨੂੰ ਹੰਕਾਰ ਹੋ ਜਾਂਦਾ। ਰਾਜੇ ਨੂੰ ਹੋਰ ਤਰ੍ਹਾਂ ਦਾ ਹੰਕਾਰ ਹੈ। ਉਹ ਰਾਜੇ ਨੂੰ ਹੰਕਾਰ ਵੀ ਰਾਜਾ ਡਰਦਾ ਵੀ ਅੰਦਰੋਂ। ਜਾਂ ਤਾਂ ਪੰਡਤ ਨੂੰ ਹੰਕਾਰ ਹੈ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਦਾ। ਜਾਂ ਇਹਨਾਂ ਨੂੰ ਹੋਏਗਾ ਨਿਬਲ ਭਜੰਗੋ ਸਾਧੇ, ਦਿਉੜੀ ਕਰਮ ਦਾ ਹੰਕਾਰ ਹੈ। ਦੇਖੋ ਰਾਜਾ ਨਹੀਂ ਇੱਥੇ ਛੇੜਿਆ, ਰਾਜੇ ਦੀ ਗੱਲ ਨਹੀਂ ਕੀਤੀ ਹੈ। ਪਾਠ ਪੜ੍ਹਿਓ ਵੇਦ ਵਿਚਾਰਿਓ ਰਾਜੇ ਦਾ ਕੰਮ ਨਹੀਂ ਹੈ, ਉਹ ਪੰਡਤ ਦਾ ਕੰਮ ਹੈ। ਨਿਬਲ ਭਜੰਗੋ ਸਾਧੇ, ਇਹ ਸਾਧ ਦਾ ਕੰਮ ਹੈ। ਜਿੰਨਾ ਚਿਰ ਸਾਨੂੰ ਇੱਥੋਂ ਨਹੀਂ ਪਤਾ ਲੱਗਦਾ ਇਹ ਗੱਲ ਦਾ, ਇਹਨਾਂ ਪੰਕਤੀਆਂ ਦੇ ਅਰਥ ਨਹੀਂ ਹੋ ਸਕਦੇ। ਪੰਡਤ ਦਾ ਵਿਦਵਾਨ ਹੋ ਇਹਨਾਂ ਦੀ ਇੱਥੇ ਅਰਥ ਕਰੀ ਜਾਂਦਾ। ਇਹਨੂੰ ਕੀ ਪਤਾ ਵੀ ਥੱਲੇ ਜ਼ਮੀਨ ਤੇ ਕੀ ਪਿਆ। ਇਹ ਗੁਰਬਾਣੀ ਦੀ ਜ਼ਮੀਨ ਨਾਲ ਨਹੀਂ ਜੁੜਿਆ ਹੋਇਆ ਬਿਲਕੁਲ ਵੀ। ਜਿੰਨਾ ਚਿਰ ਜ਼ਮੀਨ ਨਾਲ ਨਹੀਂ ਤੁਸੀਂ ਜੁੜਦੇ ਗੁਰਬਾਣੀ ਦੀ, ਤੁਸੀਂ ਰਾਹ ਕਿਵੇਂ ਲੱਭ ਲਓਗੇ ਕੀ ਕਿਹਾ ਹੈ। ਨਿਬਲ ਭਜੰਗਮ ਸਾਧੇ, ਪੰਜ ਚੀਜ਼ਾਂ ਸੇ ਸੰਗ ਨੂੰ ਛੱਡ ਕੇ ਅਧ ਕਹਾਂ ਬੁੱਧ। ਅਹੰਕਾਰ ਦੀ ਗੱਲ ਹੈ। ਪੰਡਤ ਨਹੀਂ ਚਰਚਾ ਵਿਚਾਰ ਰਿਹਾ ਇੱਥੇ। ਇਹ ਤਾਂ ਰਾਜਾ ਡਾਇਰੈਕਟ ਆ ਰਿਹਾ। ਪੰਡਤ ਤਾਂ ਥੱਪੜ ਖਾ ਕੇ ਚਲੇ ਗਏ, ਉਹ ਤਾਂ ਵਿਦਵਾਨ ਤਾਂ। ਹੁਣ ਰਾਜਾ ਡਾਇਰੈਕਟ ਆ ਰਿਹਾ ਹੈ ਤਾਂ ਇਹ ਆ ਫਿਰ ਸਾਧ ਹੋ ਖੜੇ ਅੜੇ ਹੋਏ। ਸਾਧ ਹਾਥੀ ਨੇ, ਇਹ ਗੱਜਦੇ ਤਾਂ ਨੇ। ਇਹਨਾਂ ਦੀ ਜਿੱਤ ਹੁੰਦੀ ਜਾਂਦੀ ਹੈ ਨਾ। ਇਹਨਾਂ ਦੀ ਸਮਾਧੀ, ਇਹਨਾਂ ਯਾਨੀ ਮਾਇਆ ਤੋਂ ਜਿਹੜਾ ਹੈ ਤਿਆਗ ਹਾਵੀ ਹੁੰਦਾ ਜਾਂਦਾ। ਮਾਇਆ ਦਾ ਤਿਆਗ ਹਾਵੀ ਹੁੰਦਾ ਜਾਂਦਾ। ਤਿਆਗ ਉਹਨਾਂ ਕੋਲ ਹੈਗਾ। ਅਗਿਆਨਤਾ ਜਿਹੜੀ ਉਹ ਦੂਰ ਹੁੰਦੀ ਜਾਂਦੀ ਹੈ। ਤਿਆਗ ਨਹੀਂ ਕਰਨਾ ਪੈਣਾ ਉਹਨਾਂ ਨੂੰ। ਰਾਜਾ ਜ਼ਿਆਦਾ ਔਖਾ ਹੁੰਦਾ ਜਦ ਬ੍ਰਹਮ ਗਿਆਨ ਹੁੰਦਾ। ਰਾਜੇ ਨੂੰ ਮੁਸ਼ਕਿਲ ਪੜ ਜਾਂਦੀ ਹੁੰਦੀ। ਰਾਜੇ ਦੀਆਂ ਸਾਰੀਆਂ ਸ਼ਕਤੀਆਂ ਨਾਸ ਹੋ ਜਾਂਦੀਆਂ ਨੇ। ਉਹ ਸ਼ਕਤੀਆਂ ਨਹੀਂ ਛੱਡਣੀਆਂ ਚਾਹੁੰਦਾ ਹੁੰਦਾ ਰਾਜਾ। ਰਾਜਾ ਤਾਂ ਸ਼ਕਤੀਆਂ ਜਿਹੜੀਆਂ ਬਣਾਈ ਬੈਠੇ, ਇੱਕ ਵੀ ਨਹੀਂ ਰਹਿੰਦੀ ਹੁੰਦੀ ਉਹਦੀ। ਰਾਜੇ ਮੁਸ਼ਕਿਲ ਫਸਦੇ ਹੁੰਦੇ ਨੇ। ਇਸ ਕਰਕੇ ਰਾਜੇ ਜ਼ਿਆਦਾ ਵਿਰੋਧ ਕਰਦੇ ਹੁੰਦੇ ਨੇ ਗਿਆਨ ਦਾ, ਸਾਥ ਨਹੀਂ ਕਰਦੇ ਹੁੰਦੇ। ਸ੍ਰੀ ਚੰਦ ਕਹਿੰਦੇ ਫਿਰ ਵੀ ਨਾਲੇ ਰਹੇ ਨੇ। ਇੱਥੇ ਜੇ ਚੜ੍ਹ ਕੇ ਨਹੀਂ ਆਏ ਅਨੰਦਪੁਰ ਸਾਹਿਬ ਦੇ ਵਿੱਚ, ਕਦੇ ਵੀ ਤਰਸੂਲਾਂ ਵਾਲੇ ਨਹੀਂ ਚੜ੍ਹ ਕੇ ਆਏ ਤੁਹਾਡੇ ਤੇ।
ਜਾਂ ਤਾਂ ਪੰਡਤ ਦੀ ਨਾਲ, ਪੰਡਤ ਨੇ ਰਾਜੇ ਚੜਾਏ ਬਾਈ ਧਾਰੀ, ਉਹ ਜਨੇਊ ਪਾਉਂਦੇ ਤੇ ਪੰਡਤ ਦੇ ਚੇਲੇ ਆਏ, ਜਾਂ ਫਿਰ ਕਾਜੀ ਮੁੱਲਾ ਦੇ ਚੇਲੇ ਆਏ। ਕਾਜੀ ਮੁੱਲਾ ਦੇ ਚੇਲੇ ਔਰ ਪੰਡਤ ਦੇ ਚੇਲੇ ਦੀ ਫੌਜ ਕਸ਼ੀ ਕੀਤੀ ਹੈ, ਘੇਰਾ ਪਾਇਆ ਇਹਨਾਂ ਨੇ। ਘੇਰਾ ਪਾਇਆ। ਕਿਹਦੇ ਤੇ ਪਾਇਆ? ਕਲਕੀ ਅਵਤਾਰ ਦੇ ਚੇਲਿਆਂ ਤੇ। ਕਲਕੀ ਅਵਤਾਰ ਤੇ ਨਹੀਂ, ਚੇਲਿਆਂ ਤੇ। ਚੇਲਿਆਂ ਕਰਕੇ ਪਾਇਆ। ਕੱਲੇ ਕਲਕੀ ਅਵਤਾਰ ਦਾ ਕੀ ਖਤਰਾ ਸੀ? ਖਤਰਾ ਤਾਂ ਫੌਜ ਤੋਂ ਹੋ ਗਿਆ ਸੀ, ਤਿਆਰ ਕਰ ਲਈ ਸੀ। ਕੱਲੇ ਤੋਂ ਕੋਈ ਖਤਰਾ ਨਹੀਂ ਸੀ। ਨਾਨਕ ਤੋਂ ਕੋਈ ਖਤਰਾ ਨਹੀਂ ਸੀ। ਨਾਨਕ ਨੂੰ ਨਹੀਂ ਕਿਸੇ ਨੇ ਘੇਰਿਆ। ਫੌਜ ਨਹੀਂ ਬਣਾਈ ਸੀ ਉਹਨਾਂ ਨੇ, ਫੌਜ ਨਹੀਂ ਬਣਾਈ। ਜ਼ਿਆਦਾ ਸੰਗਤ ਜ਼ਿਆਦਾ ਇਕੱਠੀ ਹੋ ਗਈ, ਜਿਹਦੇ ਖਿਲਾਫ ਹੋ ਗਏ। ਪੰਜਵੇਂ ਪਾਤਸ਼ਾਹ ਵੇਲੇ ਸੰਗਤ ਹੋ ਗਈ ਸੀ, ਹੈੱਡਕੁਆਟਰ ਬਣਾਤਾ ਸੀ। ਉਹਨੇ ਕਿਹਾ ਹੁਣ ਤਾਂ ਹੈੱਡਕੁਆਟਰ ਬਣਾਤਾ, ਗ੍ਰੰਥ ਬਣਾਤਾ, ਸਰੋਵਰ ਬਣਾਤਾ, ਇਹ ਤਾਂ ਜੜ ਵੱਜ ਗਈ। ਕੱਲੇ ਤੋਂ ਨਹੀਂ ਕੋਈ ਖਤਰਾ ਹੁੰਦਾ। ਭਗਤ ਕਬੀਰ ਤੋਂ ਕੋਈ ਖਤਰਾ ਨਹੀਂ ਸੀ, ਬੋਲਦਾ ਬੋਲੀ ਜਾਵੇ। ਉਹ ਚੇਲਿਆਂ ਨੇ ਚੇਲਿਆਂ ਤੇ ਹਮਲਾ ਕੀਤਾ ਸੀ, ਇਹਨਾਂ ਨੂੰ ਵਧਣ ਤੇ ਇੱਥੇ ਰੋਕ ਲਈਏ। ਇਹ ਰੋਕਣ ਵਾਸਤੇ ਹੀ ਇਹਨੇ ਰਣਜੀਤ ਸਿੰਘ ਨੇ ਕੀਤਾ ਸੀ। ਇਹ ਬਣਾ ਦੋ ਖਾਲਸੇ ਦੀ ਉਤਪਤੀ, ਉਹ ਰੋਕਦੇ। ਖਾਲਸਾ ਹੀ ਮੇਰੇ ਖਿਲਾਫ ਰਾਜ ਕਰਨ ਦੇ, ਇਹੀ ਬਾਦਲ ਰੋਕ ਰਿਹਾ ਨੰਦਾ ਸਿੰਘਾਂ ਨੂੰ ਪਾੜ ਕੇ ਵੀ ਇਹ ਰਾਹ ਚਾਉਣਗੇ ਸਾਡੇ, ਇਹਨਾਂ ਨੂੰ ਖਤਮ ਕਰ। ਇਹ ਖਤਮ ਕਰਦਾ ਇਹਨਾਂ ਨੂੰ ਵੀ ਇਹਨਾਂ ਨੇ ਰਾਹ ਰੋਕਣਾ। ਸਿੱਖੀ ਦਾ ਨਹੀਂ ਗਿਆਨ ਹੈਗਾ ਲੋਕਾਂ ਨੂੰ। ਜੇ ਇਹਨਾਂ ਦੀ ਤਾਦਾਦ ਵੱਧ ਗਈ, ਇਹਨਾਂ ਨੇ ਨਹੀਂ ਰਾਜ ਕਰਨ ਦੇਣਾ। ਮੈਨੂੰ ਸਿੱਖੀ ਦੇ ਨਾਂ 'ਤੇ ਰਾਜ ਨਹੀਂ ਕਰਨ ਦੇਣਾ ਹੈਗਾ। ਗੁਰਦੁਆਰਿਆਂ 'ਤੇ ਨਹੀਂ, ਗੁਰਦੁਆਰੇ 'ਚੋਂ ਬਾਹਰ ਮਾਰਨਗੇ ਕੱਢ ਕੇ ਸਾਨੂੰ। ਇਹ ਗੋਲਕ ਨਹੀਂ ਸਾਡੇ ਕੋਲ ਰਹਿਣ ਦੇਣੀ ਇਹਨਾਂ ਨੇ। ਇਹਨੂੰ ਸਮਝ ਆਇਆ ਇਸ ਗੱਲ ਦੀ। ਇੰਨਾ ਕਿਤੇ RSS ਵਾਲਿਆਂ ਨੂੰ ਪਤਾ ਨਹੀਂ। ਇਹ ਉਸੇ ਖਾਨਦਾਨ 'ਚੋਂ ਨੇ RSS ਵਾਲੇ ਜਿਹੜੇ ਇੱਥੇ ਅਨੰਦਪੁਰ ਸਾਹਿਬ ਘੇਰਾ ਪਾਇਆ ਸੀ। ਹੋਰ ਕੌਣ ਨੇ? BJP ਵਾਲੇ। ਉਹੀ ਖਾਨਦਾਨ ਹੈ, ਬਾਈ ਧਾਰੀਆਂ ਵਾਲਾ। ਬਾਈ ਧਾਰੀਆਂ ਵਾਲਾ ਖਾਨਦਾਨ ਹੈ। ਹੋਰ ਕੌਣ? ਇਹ ਰਣਜੀਤ ਸਿੰਘ ਵਾਲਾ ਖਾਨਦਾਨ। ਇਹ ਰਣਜੀਤ ਸਿੰਘ ਵਾਲਾ ਖਾਨਦਾਨ, ਇਕੱਠੇ ਹੀ ਨੇ। ਉਹ ਜਿਹੜੇ ਧੀਰ ਮਲੀਏ ਰਾਮ ਰਹੀਏ ਸੀ, ਕੌਣ ਸੀ? ਸਾਰੇ ਇਹਨਾਂ ਦੇ ਏਜੰਟ ਦੀ ਬਾਈ ਧਾਰੀਆਂ ਦੇ। ਮੀਣੇ ਕੌਣ ਸੀ? ਇਹਨਾਂ ਦੇ ਏਜੰਟ ਤੇ ਬਾਈ ਧਾਰੀਆਂ ਦਾ ਪੰਡਤ ਨਾਲ ਮਿਲੇ ਹੋਏ ਸੀ। ਦੁਰਗਿਆਣਾ ਮੰਦਿਰ ਰਣਜੀਤ ਸਿੰਘ ਨੇ ਸੀ ਬਣਾਇਆ, ਕੰਡੇ ਤਾਂ ਇਹਨਾਂ ਨੇ ਬੀਜੇ ਹੋਏ ਨੇ। ਹਾਂਜੀ। ਲੱਖ ਮੇਘ ਮਹਾਦੁੱਤ ਲੱਜੇ ਹੈਗੇ। ਲੱਖ ਮੇਘ ਮਹਾਦੁੱਤ ਲੱਜੇਂਗੇ। ਜਿਹੜੇ ਮੇਘ ਨੇ ਨਾ, ਆ ਮੇਘ ਹੁੰਦੇ ਨੇ ਜਿਹੜੇ ਇਹਦੇ ਨਾਲ ਦੇ ਨੇ ਮੇਘ ਪ੍ਰਚਾਰ, ਇਹਦੇ ਨਾਲ ਦੇ ਜਿਹੜੇ ਗਣ ਕੁੰਜਰ ਪੁੰਜ ਗਰਜੇਂਗੇ। ਹਾਂ ਹਾਂ, ਜਿਹੜੇ ਜ਼ਿਆਦਾ ਗੱਜਣਗੇ ਨਾ, ਜ਼ਿਆਦਾ ਜਿਹੜੇ ਇਹਦੇ ਬ੍ਰਹਮ ਗਿਆਨੀ ਗਿਆਨਵਾਨ ਆਦਮੀ ਨੇ, ਮਤਲਬ ਵੇਦ ਨੂੰ ਮੰਨਣ ਵਾਲੇ ਨੇ, ਜਿਹੜੇ ਬ੍ਰਾਹਮਣ ਲੋਕ ਨੇ, ਜਿਹੜੇ ਵੇਦ ਪੜ੍ਹਦੇ ਨੇ, ਉਹ ਨਾ ਰਾਜੇ ਨਾਲ ਨੇ ਨਾ ਇੱਧਰ ਨੇ। ਠੀਕ ਹੈ। ਲੱਖ ਮੇਘ ਮਹਾਦੁੱਤ ਲੱਜੇਂਗੇ। ਹਾਂ, ਉਹ ਵੀ ਕਹਿਣਗੇ ਵੀ ਹੱਦ ਹੋ ਗਈ ਵੀ ਇਹ ਤਾਂ ਹੁਣ ਕਿਉਂ ਤਾਂ ਹੈ। ਇਹਨਾਂ ਦੇ ਹੱਕ 'ਚ ਨਾਲ ਖੜੇ ਹੋ ਗਏ ਉਹ ਜਿਹੜੇ ਹੁੰਦੇ ਨੇ ਨਾ ਤਸੂਲਾਂ ਵਾਲੇ। ਇਹ ਬ੍ਰਹਮ ਗਿਆਨੀਆਂ ਦੇ ਹੱਕ 'ਚ ਖੜੇ ਹੋ ਗਏ ਨਾ ਫੌਜ। ਉਹ ਕਹਿੰਦੇ ਵੀ ਆਹ ਤਾਂ ਅਸੀਂ ਨਹੀਂ, ਐਂ ਤਾਂ ਅਸੀਂ ਨਹੀਂ ਆ ਸਕੇ ਮੈਦਾਨ 'ਚ ਜਿਵੇਂ ਇਹ ਆ ਗਏ। ਉਹ ਮਰਮਾਂ ਨੂੰ ਆ ਗਏ ਨਾ, ਇਹ ਖੜੇ ਹੋ ਗਏ ਨਾ। ਗੱਜ ਯਾਨੀ ਰਾਜੇ ਦੇ ਮੁਕਾਬਲੇ 'ਚ ਗੱਜ ਪਏ ਹੋ ਆਰ ਪਾਰ ਦੀ ਲੜਾਈ ਨੂੰ। ਉਹ ਜੋ ਕਹਿੰਦੇ ਨੇ ਵੀ ਇਹ ਤਾਂ ਵੀ ਆਹ ਕੰਮ ਸਾਤੇ ਨਹੀਂ ਹੋਇਆ ਜਿਹੜਾ ਇਹਨਾਂ ਨੇ ਜਿਵੇਂ ਮਰਨ ਇਹਨਾਂ ਨੇ ਕਬੂਲ ਕੀਤਾ। ਹਾਂਜੀ। ਰਿਸ ਮੰਡ ਮਹਾਰਣ ਜੂਟੇਂਗੇ। ਰਿਸ ਮੰਡ ਮਹਾਰਣ ਜੂਟੇਂਗੇ। ਛੱਡ ਛਤਰ ਛਟਾ ਹਟ ਛੂਟੇਂਗੇ। ਹਾਂ, ਇਸ ਤਰੀਕੇ ਨਾਲ ਜਿਹੜੇ ਨੇ ਜੁਟ ਜਾਣਗੇ ਯੋਧੇ। ਰਿਸ ਮੰਡ ਮਹਾਰਣ ਜੂਟੇਂਗੇ। ਮਰਨਾ ਮੰਨ ਲੈਣਗੇ ਜਿਹੜੇ ਜਿਨ੍ਹਾਂ ਨੇ ਮਰਨਾ ਮੰਨ ਲਿਆ। ਮੰਡ ਲਿਆ ਆਰ ਪਾਰ ਦੀ ਲੜਾਈ ਨੂੰ, ਮੰਡ ਲੈਣਾ ਆਰ ਪਾਰ ਦੀ ਲੜਾਈ ਵਾਸਤੇ ਤਿਆਰ ਹੋ ਗਏ। ਮਹਾਰਸ ਜੁਟੇਂਗੇ, ਮਹਾਰਣ ਜੂਟੇਂਗੇ। ਮਹਾਰਣ ਜੁਟੇਂਗੇ। ਵੱਡਾ ਇੱਕ ਫੈਸਲਾ ਹੀ ਕਰ ਲੈਣਾ। ਕਾਇ ਅਸਤੋਜ ਕਾਇ ਤਾਨ ਮਨਾ। ਉਹ ਰਾਖਸ਼ ਕਹਿੰਦਾ ਕਾਇ ਅਸਤੋਜ
ਕਹਿ ਦਾਨ ਬਣਾਏ। ਅੱਜ ਅਸਤੁਜ ਨਹੀਂ ਜਾਂ ਰਾਖਸ਼ ਨਹੀਂ, ਇਹ ਜਿਹਾ ਹੋ ਗਿਆ ਵੀ ਆ ਤਾਂ ਅੱਜ ਰਾਜਾ ਨਹੀਂ, ਅੱਜ ਅਸੀਂ ਇੱਕ ਤਾਂ ਰਹੂਗੀ, ਇੱਕੋ ਹੀ ਬਣੂਗਾ, ਰਹੂਗਾ ਧਰਮ। ਹੁਣ ਦੋ ਨਹੀਂ ਰਹਿਣੇ, ਦੂਆ ਰਹਿਣੇ ਨਹੀਂ ਦੇਣਾ। ਇੱਥੇ ਆ ਗਈ ਗੱਲ, ਜੁਟੇਂਗੇ ਛੱਡ ਛਤਰ ਛਟਾ ਛੱਡ ਛੂਟेंगे। ਛਤਰ ਜਿਹੜੇ ਨੇ ਛਟਾ ਛੱਡ ਛੱਡ ਫਿਰਦੇ ਤੇ ਛਤਰ ਛਟਾ ਛੱਡ ਛੁੱਟ ਜਾਣਗੇ ਸਾਰੇ। ਸਾਰੇ ਰਾਜਿਆਂ ਦੇ ਸਿਰ ਤੋਂ ਛਤਰ ਲੈ ਜਾਣਗੇ। ਕੋਈ ਹਰ ਸਮਾਨ ਨਹੀਂ, ਰਾਜੇ ਦੀ ਗੱਲ ਆ ਜੂਗੀ। ਇਸ ਕਰਕੇ ਛਤਰ ਨਹੀਂ ਪਾਉਣ ਦਿੱਤਾ ਇਹਨੂੰ, ਰਣਜੀਤ ਸਿੰਘ ਨੂੰ ਪਾਉਣ ਦਿੱਤਾ ਸੀ। ਛਤਰ ਨਹੀਂ ਪਾਉਣ ਦਿੱਤਾ ਸੀ ਰਣਜੀਤ ਸਿੰਘ ਨੂੰ, ਤਖਤ ਤੇ ਨਹੀਂ ਬੈਠਣ ਦਿੱਤਾ, ਤਾਜ ਨਹੀਂ ਪਾਉਣ ਦਿੱਤਾ, ਪਾਬੰਦੀ 'ਚ ਰਿਹਾ ਸੀ। ਇਹ ਛਤਰ ਲਾਉਣੇ ਪੈ ਜਾਣਗੇ ਹੁਣ। ਉਹਨਾਂ ਨੇ ਕਿਹਾ ਪਰਮੇਸ਼ਰ ਦਾ ਰਾਜ ਹੈ, ਤੁਸੀਂ ਕਾਨੂੰਨ ਦੇ ਵਿੱਚ ਰਾਜ ਆਪਣੇ ਉਹਦੇ ਪਾਣੇ ਸਾਰਿਆਂ ਨੇ ਚੱਲਣਾ, ਆਪਣੇ ਪਾਣੇ ਨਹੀਂ ਕੋਈ ਚਲਾ ਸਕਦਾ, ਆਪਣੀ ਮਰਜ਼ੀ ਦਾ ਰਾਜ ਨਹੀਂ ਹੋ ਸਕਦਾ। ਤੇ ਛੁੱਟ ਗਏ ਨਾ ਫਿਰ। ਹੱਥਾਂ ਜਿਹੜੇ ਉਹ ਲਈ ਫਿਰਦੇ ਤੇ ਨਾ, ਕੱਲਾ ਕੱਲਾ ਝੰਡੀਆਂ ਲਈ ਫਿਰਦੇ ਆ ਸੰਤ, ਸਾਰੀਆਂ ਝੰਡੀਆਂ ਛੁੱਟ ਗਈਆਂ। ਕਹਿੰਦੇ ਆ ਜਾ ਤੂੰ, ਜਿਹੜਾ ਤੇਰਾ ਝੰਡਾ ਨਾ, ਜਾਂ ਤੈਨੂੰ ਛੱਡ ਦੇ, ਨਹੀਂ ਆ ਕੇ ਚਰਚਾ ਕਰ ਗਿਆ ਹੁੰਦੀ। ਜਦ ਹਾਰ ਗਿਆ ਤੇ ਝੰਡਾ, ਉਸ ਕਿਲੇ ਦਾ ਝੰਡਾ ਖਤਮ ਹੋ ਜਾਂਦਾ, ਜਿਹੜਾ ਕਿਲੇ ਨੂੰ ਦੂਆ ਰਾਜਾ ਜਿੱਤ ਲੈਂਦਾ, ਉਸ ਰਾਜੇ ਦਾ ਝੰਡਾ ਝੂਲਦਾ ਉੱਥੇ, ਜਿੱਤੇ ਹੋਏ ਦਾ ਝੰਡਾ। ਜਿੱਤੇ ਹੋਏ ਦਾ ਝੰਡਾ ਕਿਹੜਾ? ਜਿੱਤੇ ਹੋਏ ਦਾ ਝੰਡਾ ਤਾਂ ਆਹੀ ਹੈ ਜਿਹੜਾ ਨਿਸ਼ਾਨ ਗੁਰਦੁਆਰੇ ਵਾਲਾ। ਇਹ ਤਾਂ ਪਰਮੇਸ਼ਰ ਦਾ ਝੰਡਾ ਹੈ, ਆਦਮੀ ਦਾ ਤਾਂ ਹੈ ਨਹੀਂ। ਕਿਸੇ ਕੌਮ ਦਾ ਝੰਡਾ ਨਹੀਂ ਹੈ, ਕਿਸੇ ਕੌਮ ਦਾ ਝੰਡਾ ਨਹੀਂ ਹੈ। ਇਹ ਸੱਚ ਦਾ ਝੰਡਾ, ਸੱਚ ਵਾਲੇ ਧੜੇ ਦਾ ਝੰਡਾ। ਇਹ ਨਿਸ਼ਾਨ ਵਾਲਾ ਝੰਡਾ ਨਹੀਂ ਅਕਾਲੀ ਲਾ ਸਕਦੇ, ਲਾ ਕੇ ਦਿਖਾਉਣ ਕੋਈ ਘਰ ਨੂੰ। ਇਹਦਾ ਪੀੜਾ ਜਾ ਉਹ ਕੱਪੜਾ ਜਾ ਵੀ ਲਾ ਲੈਂਦੇ ਨੇ ਝੰਡੀ, ਉਹ ਨਿਸ਼ਾਨ ਵਾਲੇ ਝੰਡੇ ਲਾ ਕੇ ਦਿਖਾਉਣ। ਇਹ ਅਕਾਲੀ ਪੀੜਾ ਲਾਉਣ ਚਾਹੇ ਨੀਲਾ ਲਾਉਣ, ਇਹਦਾ ਨਹੀਂ ਰੌਲਾ। ਇਹ ਨਿਸ਼ਾਨ ਬਰਛੇ ਵਾਲਾ ਆਇਆ, ਖੰਡੇ ਵਾਲਾ ਲਾ ਕੇ ਗੱਡੀ ਨੂੰ ਲਾ ਕੇ ਦਿਖਾਉਣ, ਜਾਂ ਵੋਟਾਂ ਦੇ ਵਿੱਚ ਕਿਵੇਂ ਲਾ ਲੈਣਗੇ? ਫਿਰ ਗੁਰਦੁਆਰੇ ਦਾ ਤਾਂ ਇਹ ਹੈ, ਉਹ ਗੁਰੂ ਘਰ ਦਾ ਤਾਂ ਉਹ ਹੈ ਨਿਸ਼ਾਨ, ਸਿੱਖੀ ਦਾ ਨਿਸ਼ਾਨ ਤਾਂ ਉਹ ਹੈ, ਇਹ ਲਾ ਕੇ ਦਿਖਾਉਣ। ਇਹ ਉਹ ਦੂਆ ਰਣਜੀਤ ਸਿੰਘ ਵਾਲਾ ਚੱਕਰ ਵੀ ਨਹੀਂ ਲਾ ਸਕਦੇ, ਲਾ ਕੇ ਦਿਖਾਉਣ। ਇਹਦਾ ਬਲੈਕਮੇਲਰ ਨੇ। ਉਹ ਝੰਡਾ ਗਾਹਾਂ ਸਿੱਖੀ ਦਾ ਜਿਹੜਾ ਲਈ ਫਿਰਦੇ ਨੇ, ਉਹਦਾ ਸਾਰਿਆਂ ਕੋਲ ਹੁੰਦੇ ਨੇ ਝੰਡੇ ਇਹੋ ਜਿਹੇ 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 ਲਈ ਫਿਰਦੇ ਨੇ। ਉਹ ਦੇਖ ਲਓ ਉੱਥੇ ਜਾ ਕੇ ਕੁੰਭ ਤੇ ਹਜ਼ਾਰਾਂ ਹੀ ਨੇ ਲਈ ਫਿਰਦੇ ਲੋਕ ਹੱਥਾਂ 'ਚ। ਇੰਨਾ ਡੰਡਾ ਹੁੰਦਾ 2-2.5 ਫੁੱਟ ਦਾ, ਉਹ ਝੰਡਾ ਲਈ ਫਿਰਦੇ ਹੁੰਦੇ ਨੇ ਸੰਤ, ਜਿਹੜੇ 1008 ਕਹਾਉਂਦੇ ਨੇ। ਹਰੇਕ ਕੋ ਹੁੰਦਾ ਝੰਡਾ, ਉਹ ਜਿਹਾ ਕਾਰਾਂ ਲਾਈ ਫਿਰਦੇ ਨੇ। ਨਿਸ਼ਾਨ ਤਾਂ ਹੈ ਗੁਰੂ ਘਰ ਦਾ, ਲਾ ਕੇ ਦਿਖਾਉਣ ਕੋਈ ਕਾਰ ਨੂੰ। ਕਿਵੇਂ ਲਾ ਲੂ? ਹਾਂ, ਨਿਹੰਗ ਸਿੰਘ ਲਾ ਕੇ ਰੱਖਦੇ ਨੇ, ਬੁੱਢੇ ਦਲ ਦੇ ਹੁੰਦਾ ਝੰਡੇ ਲੱਗੇ ਹੋਏ। ਸਾਡੇ ਹੁੰਦੇ ਨੇ ਉਹ ਗੱਡੀਆਂ ਨੂੰ ਲਾ ਕੇ ਉੱਤੇ ਖੰਡਾ ਹੋਊ, ਥੱਲੇ ਝੰਡੀ ਹੋਊ। ਅਸੀਂ ਕਿਹੜਾ ਸਿਆਸੀ ਹੈ? ਸਿਆਸੀ ਨਹੀਂ ਪਰ ਹੋ ਸਕਦਾ ਉਹ ਨਿਸ਼ਾਨ। ਸਿਆਸੀ ਲੜਾਈ ਨਹੀਂ ਲੜ ਸਕਦਾ ਉਹ ਆਦਮੀ ਜਿਹੜਾ ਨਿਸ਼ਾਨ ਲਾਊਗਾ। ਉਹ ਤਾਂ ਸਭ ਵਾਸਤੇ ਇੱਕ ਹੈ, ਉਹਦੀ ਸਿਆਸੀ ਲੜਾਈ ਲੜ ਸਕਦਾ। ਸਿਆਸੀ ਵਾਸਤੇ ਝੰਡਾ ਅਲਾਉਡ ਨਹੀਂ ਹੈ, ਸਿਆਸਤ ਵਾਸਤੇ ਤਾਂ ਇਹ ਗੋਲਕ ਵੀ ਅਲਾਉਡ ਨਹੀਂ ਹੈ। ਸਿਆਸਤ ਵਾਸਤੇ ਗੁਰਦੁਆਰਾ ਦਾ ਕੁਛ ਵੀ ਅਲਾਉਡ ਨਹੀਂ, ਲੰਗਰ ਵੀ ਅਲਾਉਡ ਨਹੀਂ ਹੈ। ਜਿਹੜਾ ਇਹਨਾਂ ਨੇ ਕੀਤਾ, ਹੁਣ ਭਰਨ ਵਾਲੇ ਦਿਨ ਵੀ ਆਏ ਹੋਏ ਨੇ ਨੇੜੇ। ਇਹਨਾਂ ਦਾ ਬਿਸਤਰਾ ਵੀ ਇੱਥੇ ਗੋਲ ਹੋਣ ਵਾਲਾ ਗੁਰਦੁਆਰਿਆਂ 'ਚ ਹੁਣ। ਰਣ ਅੰਕ ਨਿਸ਼ਾਨ ਤਿਸਾਨ ਘੁਰੇ। ਹਾਂ, ਰਣ ਦੇ ਵਿੱਚ ਨਿਸ਼ਾਨ ਦਿਸਾਨ ਘੁਰੇ। ਚਾਰਾਂ ਹੀ ਦਸਾਂ ਦਿਸ਼ਾਵਾਂ ਦੇ ਵਿੱਚ ਧਨੁਸ਼ ਦੇ ਨਿਸ਼ਾਨ ਵੱਜਦੇ ਨੇ। ਕਿਹਦੇ ਭਲਾ ਵੱਜਦੇ ਨੇ? ਸੱਚ ਦੇ। ਸਾਰੇ ਦਸਾਂ ਦਿਸ਼ਾਵਾਂ ਜਿਹੜੀ ਚਰਚਾ ਹੋ ਰਹੀ ਆ,
ਉਹ ਚੇਤੂ ਧੜੇ ਦੀ ਹੋ ਰਹੀ ਹੈ। ਜਦ ਵੋਟਾਂ ਗਿਣਦੇ ਨੇ ਜਿਹੜੀ ਧਿਰ ਜਿੱਤ ਜਾਂਦੀ ਹੈ, ਸਾਰੇ ਗੱਲਾਂ ਪਹਿਲਾਂ ਹੀ ਹੋਣ ਲੱਗ ਜਾਂਦੀਆਂ ਵੀ ਉਹ ਇੰਨੇ ਤਾਂ ਮੂਹਰੇ ਜਾ ਰਿਹਾ ਵੀ ਉਹਦਾ ਜਿੱਤਿਆ ਹੀ ਹੋਇਆ। ਰਿਜ਼ਲਟ ਚਾਹੇ 2 ਦਿਨ ਨੂੰ ਆਵੇ, ਚਾਹੇ ਉਦਣੇ ਆ ਜਾਵੇ, ਉਹ ਕਹਿੰਦਾ ਵੀ ਉਹ ਤਾਂ ਹੁਣ ਲੰਘਿਆ, ਉਹ ਜਿੱਦਾਂ ਹੀ ਚਲਾ ਜਾਂਦਾ ਹੈ। ਚਾਹੇ ਚਰਚਾ ਚੱਲਦੀ ਹੋਈ ਹੈ, ਉਹ ਕਹਿੰਦਾ ਕੁਛ ਨਹੀਂ ਹੈ। ਰਣ ਰੰਗ ਨਿਸ਼ਾਨ ਤੇ ਦਿਸਾਨ ਘੁਰੇ, ਸਾਰੇ ਦਿਸ਼ਾਵਾਂ ਦੇ ਵਿੱਚ ਨਿਸ਼ਾਨ ਜਿੱਤ ਦਾ ਲੰਕਾ ਵੱਜ ਗਿਆ। ਵੈਸੇ ਹਾਂ, ਗਲ ਗੱਜ ਹਠੀ ਰਣ ਰੰਗ ਫਿਰੇ। ਫਿਰ ਵੀ ਹਠੀ ਜਿਹੜੇ ਨੇ ਨਾ, ਹਟ ਕਰਕੇ ਲੱਗੇ ਹੋਏ ਨੇ ਲੋਕ ਗਿਆਨ ਚਰਚਾ ਨੂੰ, ਹਠ ਵਾਲੇ ਲੱਗੇ ਹੋਏ ਨੇ ਗਿਆਨ ਚਰਚਾ ਨੂੰ। ਐਵੇਂ ਸਿਆਣੇ ਬੰਦਾ ਨੇ ਮੰਨ ਲਿਆ ਵੀ ਐਵੇਂ ਬੇਮਤਲਬ ਦੀਆਂ ਗੱਲਾਂ ਕਰਦੇ ਨੇ, ਕਰਨ ਵਾਲੀ ਕੋਈ ਗੱਲ ਨਹੀਂ ਹੈ। ਜੇ ਦੁਬਾਰਾ ਵੋਟਾਂ ਤੁਸੀਂ 2 ਸੀਟਾਂ ਦੇ 4 ਦੇ ਗਣਵਾ ਵੀ ਲਓਗੇ, ਜਾਂ ਫਰਕ ਹੈ ਤੁਹਾਡਾ 50,000 ਦਾ, ਉਹ 1000 ਦੀ ਜਿਹੜੀਆਂ 10 ਰਹਿੰਦੀਆਂ ਨੇ ਤੁਹਾਡੀਆਂ ਕਾਸੀ ਗਿਣਨ ਤੇ, ਜੇ ਸਾਰੀਆਂ ਵੀ ਪੈ ਜਾਣ ਤਾਂ ਵੀ ਨਹੀਂ ਜਿੱਤਦੇ ਤੁਸੀਂ, ਪਰ ਫਿਰ ਵੀ ਕਹਿੰਦੇ ਨੇ ਗਿਣੋ ਇਹਦੀ। ਗਿਆਨ ਚਰਚਾ ਦਾ ਰਿਜ਼ਲਟ ਹੋ ਚੁੱਕਿਆ। ਮੂਰਖ ਫਿਰ ਵੀ ਲੱਗੇ ਹੋਏ ਨੇ ਹਠੀ ਕਈ। ਕਰ ਕੋਪ ਜਿਵੇਂ ਹੁਣ ਨਹੀਂ ਆ ਜੋ ਮਿਸਤਰੀ ਵਾਲੇ, ਹੁਣ ਵੀ ਕਈ ਕੁਛ ਨਾ ਕੁਛ ਲਿਖ ਦਿੰਦੇ ਨੇ, ਇਹੋ ਜਿਹੇ ਮੂਰਖ ਹੁੰਦੇ ਹੀ ਨੇ। ਕਰ ਕੋਪ ਕਿਰਪਾਨ ਪ੍ਰਹਾਰੇਂਗੇ। ਹਾਂ, ਬੜੇ ਗੁੱਸੇ ਨਾਲ ਪ੍ਰਹਾਰ ਕਰਦੇ ਨੇ ਆਪਣੀਆਂ ਨੇ ਤਾਂ ਆ ਕੇ। ਕੋਪ ਕਿਰਪਾਨ ਜਿਹੀ ਜਿਹੀ ਅਕਲ ਹੁੰਦੀ ਉਹੋ ਜਿਹੀ ਗੱਲ ਕਰ ਦਿੰਦੇ ਨੇ। ਜਿਹੜਾ ਗੁੱਸੇ ਨਾਲ ਗੱਲ ਕਰਦਾ, ਅਕਲ ਉਹਨੂੰ ਕਾਹਦੀ ਹੈ? ਅਕਲ ਤਾਂ ਉਹਦਾ ਪਤਾ ਲੱਗ ਗਿਆ ਜਦ ਪਹਿਲਾਂ। ਅਕਲ ਤਾਂ ਗੁੱਸਾ ਤਾਂ ਅਕਲ ਖਾ ਲੈਂਦਾ ਹੁੰਦਾ, ਉਹ ਗੁੱਸੇ ਦਾ ਇਜ਼ਹਾਰ ਕਰਦੇ ਨੇ, ਅਕਲ ਦਾ ਨਹੀਂ ਕਰਦੇ। ਕਰ ਕੋਪ ਕਿਰਪਾਨ ਪ੍ਰਹਾਰੇਂਗੇ, ਕੋਈ ਗੁੱਸੇ ਦਾ ਇਜ਼ਹਾਰ ਕੀਤਾ, ਅਕਲ ਦਾ ਇਜ਼ਹਾਰ ਨਹੀਂ ਕੀਤਾ। ਇੱਥੇ ਕਿਰਪਾਨ ਗੁੱਸੇ ਨਾਲ ਮਾਰੀ ਹੈ ਨਾ, ਗੁੱਸਾ ਇਜ਼ਹਾਰ ਹੋਇਆ, ਗਿਆਨ ਦਾ ਇਜ਼ਹਾਰ ਨਹੀਂ ਹੋਇਆ। ਉਹ ਗੁੱਸਾ ਕਰਿਆ ਹਾਰੇ ਦਾ, ਆ ਗੱਲ ਕਰ ਰਿਹਾ, ਹਾਰੇ ਦਾ ਗੁੱਸਾ ਹੀ ਝਾੜਨ ਆਇਆ। ਕਰ ਕੋਪ ਕਿਰਪਾਨ ਪ੍ਰਹਾਰੇਂਗੇ, ਹਾਰ ਦਾ ਗੁੱਸਾ ਝਾੜਨ ਆਇਆ, ਕੋਈ ਹੋਰ ਕੋਈ ਗਿਆਨ ਦੀ ਗੱਲ ਨਹੀਂ ਕਰਨ ਆਇਆ। ਪਟ ਘਾਏ ਝਟਾ ਝਟ ਝਾਰੇਂਗੇ। ਹਾਂ, ਬਸ ਝਟ ਉਹ ਮਤਲਬ ਝਾੜਦੇ ਨੇ ਜਿਹੜੇ, ਉਹ ਗੁੱਸਾ ਹੀ ਝਾੜ ਰਹੇ ਨੇ। ਗਿਆਨ ਦੀ ਗੱਲ ਤਾਂ ਕੋਈ ਝਟਪਟ ਥੋੜ੍ਹੀ ਹੁੰਦੀ ਹੈ, ਤਾਂ ਵਿਚਾਰ ਕੇ ਹੁੰਦੀ ਹੈ। ਜਵਾਬ ਜਿਹੜਾ ਹੁੰਦਾ ਦੂਏ ਦੀ ਗੱਲ ਸੁਣ ਕੇ ਵਿਚਾਰ ਕੇ ਜਵਾਬ ਹੁੰਦਾ। ਜਿਹੜਾ ਝਟਾਪਟ ਉਹ ਤਾਂ ਫਿਰ ਗੁੱਸੇ ਦਾ ਹੀ ਝਾੜਦੇ ਨੇ ਇੱਕ ਦੂਏ ਤੇ। ਕਰ ਕਾੜ ਕਿਰਪਾਨ ਕੰਪਾਵੇਂਗੇ, ਕਲਕੀ ਕਲ ਕਿਰਤ ਵਧਾਵੇਂਗੇ। ਕਲ ਕਾੜ ਕਿਰਪਾਨ ਕੰਪਾਵੇਂਗੇ, ਕਲਕੀ ਕਲ ਕਿਰਤ ਵਧਾਵੇਂਗੇ, ਕਲ ਕਿਰਤ ਵਧਾਵਾਂਗੇ। ਉਹਨਾਂ ਨੇ ਗਾਹਾਂ ਵਧਾਈ ਜਦ ਗੱਲ ਕਲਕੀ ਨੇ, ਸਾਰਿਆਂ ਨੂੰ ਚੁੱਪ ਕਰਾਤਾ, ਕੰਪਾ ਤੇ ਸਾਰੇ। ਕਲਕੀ ਕਲ ਕਿਰਤ ਵਧਾਵੇ। ਫਿਰ ਕਲਕੀ ਅਵਤਾਰ ਫੇਰ ਦਖਲ ਦਿੰਦਾ, ਜਦ ਛੋਟਿਆਂ 'ਚ ਫੇਰ ਕੁੜਵੜ ਹੋਣ ਲੱਗ ਜਾਂਦੀ ਹੈ ਨਾ ਗੁੱਸੇ 'ਚ, ਫਿਰ ਉਹ ਘੂਰਦਾ ਜਦ ਸਾਰਿਆਂ ਨੂੰ, ਕਿਰਤ ਵਧਾ ਕੇ ਸਾਰਿਆਂ ਨੂੰ, ਜਿਹੜੀ ਬੋਲਣਾ ਜ਼ਿਆਦਾ ਵਿਸਥਾਰ ਨਾਲ ਗੱਲ ਕਰਦਾ, ਚੁੱਪ ਕਰਾਉਣ ਵਾਸਤੇ। ਰਣ ਲੁੱਥ ਬਿਥਾਰੇ ਹੈਗੇ, ਬਸ ਸਾਰਿਆਂ ਨੂੰ ਫਿਰ ਚੁੱਪ ਕਰਾਉਂਦੇ ਨੇ, ਲੋਥਾਂ ਹੀ ਹੋ ਜਾਂਦੀਆਂ ਨੇ। ਜਦ ਚੁੱਪ ਕਰਕੇ ਬਹਿ ਜਾਂਦੇ ਨੇ, ਲੁੱਥੇ ਬਹਿ ਜਾਂਦੀ ਹੈ ਸਾਰਿਆਂ ਦੀ। ਤੱਕ ਤੀਰ ਸੁਬੀਰਨ ਮਾਰਾਂਗੇ, ਤੱਕ ਤੀਰ ਸੁਬੀਰਨ ਮਾਰਾਂਗੇ। ਉਹ ਫਿਰ ਐਂ ਦੇਖੂਗਾ ਵੀ ਕਿਹੜਾ ਆਦਮੀ ਸ਼ਰਾਰਤੀ ਹੈ ਜਿਹੜਾ ਇਹਨਾਂ ਨੂੰ ਉਂਗਲ ਦਿੰਦਾ। ਤੱਕ ਤੀਰ ਸੁਬੀਰਨ ਮਾਰਾਂਗੇ, ਬਈ ਇਹ ਉਂਗਲ ਦਿੰਦਾ ਕੋਈ ਸ਼ਰਾਰਤੀ ਆਦਮੀ ਹੈ, ਇਹਨਾਂ ਨੂੰ ਬੇਵਕੂਫਾਂ ਨੂੰ ਗਲ ਪਾ ਦਿੰਦਾ। ਪਰੇ ਜਾ ਕੇ ਨਾ ਇਕੱਠੇ ਕਰ ਲਿਆ ਉਹਦਾ, ਫਿਰ ਉਹ ਆ ਕੇ ਤੱਕ ਕੇ ਤੀਰ ਮਾਰਦਾ ਆਪਣੇ। ਉਹ ਫਿਰ ਤੱਕ ਕੇ ਉਹਨੂੰ ਕਹਿੰਦਾ ਵੀ ਤੂੰ ਆ ਜਾ, ਤੂੰ ਇਹ ਜਿਹੜਾ ਕਹਿੰਦਾ ਤੂੰ ਸਿੱਧੀ ਉਹ ਗੱਲ ਕਰ ਲੈ, ਇਹਨਾਂ ਨੂੰ ਕਹਿੰਦੇ ਤੂੰ ਅਗਲਾ ਨੂੰ ਮੂਹਰੇ ਕਰੀ ਜਾਂਦੇ। ਉਹਨੂੰ ਫਿਰ ਉਹਨੂੰ ਇਕੱਲੇ ਨੂੰ ਜਦ ਲੈ ਕੇ ਬਹਿ ਜਾਂਦੇ ਨੇ, ਫਿਰ ਉਹ ਬੇਸ਼ਰਮ ਹੋਇਆ ਤਾਂ ਹਟਦਾ। ਤੀਰ ਸੁਬੀਰਨ ਮਾਰੇਂਗੇ, ਉਹਨੂੰ ਇਕੱਲੇ ਨੂੰ ਫਿਰ ਐਨ ਚੰਗੀ ਤਰ੍ਹਾਂ ਫੰਡ ਦਿੰਦੇ ਨੇ ਵੀ ਤੂੰ ਆਪੇ ਕਰ ਲੈ ਗੱਲ। ਇਹ ਤਾਂ ਵਿਚਾਰੇ ਨਿਆਣਿਆਂ ਨੂੰ ਕਹਿੰਦੇ ਇੱਟਾਂ ਮਾਰੋ ਕੋਈ ਪੁਲਿਸ ਦੀ ਗੱਡੀ ਤੇ ਪੁਲਿਸ ਵਾਲੇ ਤਾਂ ਫਿਰ ਜਿਹੜਾ ਕਹਿੰਦਾ ਮਾਰਾਂਗੇ ਉਹਨੂੰ ਹੀ ਫੜਨਗੇ, ਨਿਆਣਿਆਂ ਨੂੰ ਨਹੀਂ ਕੁਛ ਕਹਿੰਦੇ ਹੁੰਦੇ। ਉਹ ਕਣ ਘੁੰਗਰ ਘੋਰ ਘਮਕੇਂਗੇ, ਰਣ ਮੋ ਰਣ ਤੀਰ ਪਲਕੇਂਗੇ।
ਘੁੰਗਰ ਘੋਰ ਘੁਮਕਣਗੇ। ਰਣ ਘੁੰਗਰ ਘੋਰ ਘਮਕੇਂਗੇ। ਇਹ ਘੁੰਗਰਵਾਣਾ ਦੀ ਜਦ ਗੱਜ ਪੈ ਜੂ ਜਿਹੜੇ ਸੰਤ ਨੇ ਸਾਧ, ਰਣ ਘੁੰਗਰ ਘੋਰ ਘਮਕੇਂਗੇ। ਘੋਰ ਘੁਮਕਣਗੇ, ਇਹਨਾਂ ਦੇ ਖੂਬ ਖੜਕਣਗੇ ਘੁੰਗਰੂ। ਫਿਰ ਦੇਖੋ ਨਾ ਜਿਹੜੀ ਧਰ ਜਿੱਤਦੀ ਹੈ ਢੋਲ ਢਮੱਕੇ ਵਜਾਉਂਦੀ ਹੁੰਦੀ ਹੈ, ਇਹ ਘੁੰਗਰੂ ਸ਼ਿਵਜੀ ਦੇ ਨੇ ਨਾ ਘੁੰਗਰੂ। ਘੋਰ ਘਮਕਣਗੇ ਇਹਨਾਂ ਦੀ, ਜਾਂ ਘੋਰ ਪੈ ਜੂ, ਘੋਰ ਪੈ ਜੂ ਘੁੰਗਰੂ ਵਾਲਿਆਂ ਦੀ ਘੋਰ। ਰਣ ਮੋਰਣ ਤੀਰ ਪਲਕੇਂਗੇ। ਰਣ ਮੋਰਣ ਤੀਰ ਪਲਕਣਗੇ। ਉਧਰੋਂ ਇਹਨਾਂ ਦਾ ਰਾਮ ਰੌਲਾ ਹੀ ਹੁੰਦਾ ਘੁੰਗਰੂ ਵਾਲਿਆਂ, ਇਹਨਾਂ ਨੂੰ ਕੋਈ ਗਿਆਨ ਨਹੀਂ ਹੁੰਦਾ। ਐਵੇਂ ਉਹ ਸਮਝਿਆ ਨਹੀਂ, ਘੁੰਗਰੂ ਵਾਲੇ ਦਾ ਕੋਈ ਸਮਝ ਆਉਂਦੀ ਹੁੰਦੀ ਹੈ ਬਈ ਇਹਨਾਂ ਦੀ ਕਿਸੇ ਗੱਲ ਦੀ ਕੋਈ ਸਮਝ ਨਹੀਂ ਆਉਂਦੀ ਹੁੰਦੀ। ਉਹ ਆਹੋ ਉਹ ਤੀਰ ਵੱਜਦੇ ਨੇ। ਰਣ ਮੋਰਣ ਤੀਰ ਪਲਕੇਂਗੇ। ਉਧਰ ਤੀਰ ਚੱਲਣਗੇ ਰਣ ਦੇ ਵਿੱਚੋਂ। ਰਾਜਿਆਂ ਕੋਲ ਤਾਂ ਤੀਰ ਹੁੰਦੇ ਨੇ, ਤਰਕ ਹੁੰਦੇ ਨੇ। ਸੰਤਾਂ ਕੋਲ ਵੀ ਤਰਕ, ਇਹਨਾਂ ਕੋਲ ਵੀ ਤਰਕ ਹੁੰਦੇ ਨੇ, ਵਿਦਵਾਨਾਂ ਕੋਲ ਵੀ ਤਰਕ ਹੁੰਦੇ ਨੇ। ਇਹ ਕਰਦੇ ਨੇ ਕਰਾਮਾਤਾਂ ਦੀਆਂ ਗੱਲਾਂ। ਅਸਲ 'ਚ ਸਾਧ ਜਿਹੜੇ ਲੋਕ ਕਰਾਮਾਤਾਂ ਦੀਆਂ ਗੱਲਾਂ ਕਰਦੇ ਨੇ ਘੁੰਗਰੂਏ ਨੇ ਉਹਨਾਂ ਦੇ ਹੁੰਦੇ। ਅਕਲ ਦੀ ਗੱਲ ਤਾਂ ਕੋਈ ਹੁੰਦੀ ਨਹੀਂ ਉਹ 'ਚ, ਸਮਝਿਆ ਨਹੀਂ। ਹੁਣ ਉਹਨਾਂ ਨੇ ਤਾਂ ਝੂਠ ਤੇ ਹੀ ਸਾਰਾ ਕੁਛ ਹੁੰਦਾ। ਉਹ ਕਹਿੰਦੇ ਨੇ ਜੀ ਆ ਸੰਤ, ਮੈਂ ਸ਼ਾਮ ਨੂੰ ਗਿਆ, ਉਹ ਕਹਿੰਦਾ ਰਾਤ ਨੂੰ ਤਾਂ ਕੋਈ ਰਹਿਣ ਨਹੀਂ ਦਿੰਦਾ ਕਿਸੇ ਨੂੰ ਕੋਲ। ਰਾਤ ਨੂੰ ਉਹ ਬੰਦੇ ਆ ਗਏ ਡਾਕੂ, ਇਹ 3 ਥਾਂ ਹੋਇਆ ਪਿਆ, ਇੱਕ ਟੁਕੜਾ ਇੱਥੇ ਪਿਆ ਸੀ, ਉੱਥੇ ਲੈ ਲਓ। ਆ ਸਾਰੇ ਚੇਲੇ ਕਹੀ ਜਾਂਦੇ ਨੇ, ਆਹ ਜਟਾਣੇ ਵਾਲੇ ਨੂੰ ਕਹਿੰਦੇ ਹੁੰਦੇ ਸੀ। ਝੂਠ ਹੈ। ਉਹ ਦੂਏ ਸੰਤ ਦੇ ਸੁਣਾ, ਉਹ ਕਹਿੰਦੇ ਹੋਰ ਸੰਤ ਦੀ ਹੋਰ ਇਹੋ ਜਿਹੀ ਸੁਣਾ ਦਿੰਦਾ, ਉਹ ਗਾਂ ਹੋਰ ਦੀ ਇਹੋ ਜਿਹੀ ਹੁੰਦੀਆਂ ਨੇ ਕੋਈ ਕਮਲੀਆਂ। ਅਕਲ ਦੀ ਕੋਈ ਗੱਲ ਨਹੀਂ, ਗਿਆਨ ਦੀ ਕੋਈ ਗੱਲ ਹੁੰਦੀ ਨਹੀਂ। ਹਾਂਜੀ। ਗਹਿ ਤੇਗ ਚੜਾ ਚੜ ਝਾੜੇਂਗੇ। ਗਹਿ ਤੇਗ ਚੜਾ ਚੜ ਚਾੜੇਂਗੇ। ਉਹ ਤੀਰ ਮਾਰਦੇ ਨੇ, ਘੁੰਗਰੂ ਵਜਾਉਂਦੇ ਨੇ, ਯਾਨੀ ਇਹ ਆਪਣੇ ਗੱਲਾਂ ਕਰਦੇ ਨੇ ਕਰਾਮਾਤਾਂ ਦੀਆਂ ਜ਼ਿਆਦਾ। ਉਹ ਤਰਕ ਕਰਦੇ ਨੇ ਗਿਆਨ ਦੇ। ਇੱਧਰ ਤੇਗ ਆ ਇਹਦੇ ਕੋਲ, ਸਮਝਿਆ ਨਹੀਂ। ਗਿਆਨ ਖੜ ਗਿਆ, ਇਹ ਸਾਰਿਆਂ ਨੂੰ ਕੱਟ ਦਿੰਦਾ। ਗਹਿ ਤੇਗ ਚੜਾ ਚੜ ਝਾੜੇਂਗੇ। ਸਾਰੇ ਹੀ ਝਾੜਦੇ, ਘੁੰਗਰੂ ਵੀ ਵੱਢ ਕੇ ਉੱਤੇ ਰੱਸੀਆਂ ਥੱਲੇ ਸੜਤੇ, ਉਹ ਵੱਜਣ ਤੇ ਹਟ ਗਏ। ਘੁੰਗਰੂ ਦਾ ਰੱਸੀ ਵੜਤੀ, ਉਹਦਾ ਥੱਲੇ ਧਰਤੀ ਤੇ ਡਿੱਪਿਆ, ਉਹਦਾ ਵੱਜਦਾ ਹੀ ਨਹੀਂ। ਤੀਰ ਉਹੀ ਝਾੜਦੇ, ਤੀਰ ਨੇ ਅਗਰ ਜਿਹੜੇ ਛੁੱਟ ਗਿਆ ਉਹਦਾ ਡਿੱਗਣਾ ਤਾਂ ਹੀ ਥੱਲੇ। ਉਹ ਘੁੰਗਰੂ ਦਾ ਹੀ ਰੱਸੀ ਬੰਨੀ ਹੁੰਦੀ ਆ, ਉਹੀ ਝਾੜਨਾ ਪੈਂਦਾ। ਤੀਰ ਤਾਂ ਆਪੇ ਡਿੱਪਣ ਮੂਹਰੇ ਤੇ ਕਰਤੀ, ਤੀਰ ਆਪੇ ਆ ਕੇ ਡਿੱਪੇ, ਐਂ ਝਾੜਤੇ ਉਹ। ਤਪ ਤੀਰ ਤੜਾ ਤੜ ਤਾੜੇਂਗੇ। ਫੇਰ ਉਹ ਤੀਰ ਇੱਧਰੋਂ ਮਾਰਦਾ, ਤੱਕ ਤੀਰ ਤੜਾ ਤੜ ਤਾੜੇਂਗੇ। ਤਾੜਨਾ ਦੇ ਤੀਰ ਮਾਰਦਾ, ਤਪ ਤੀਰ ਤੜਾ ਤਾੜਨਾ ਕਰਦਾ। ਉਹਨਾਂ ਨੂੰ ਵੀ ਰੌਲਾ ਨਾ ਪਾਓ। ਜੇ ਕੁਝ ਹੈ ਕਿਸੇ ਕੋਲ ਟਿਕ ਕੇ ਗੱਲ ਕਰੋ ਅਕਲ ਦੀ। ਰੌਲਾ ਪਾਏ ਤੇ ਤਾਂ ਕੋਈ ਗੱਲ ਨਹੀਂ ਬਣਨੀ। ਪਬਲਿਕ ਨੇ ਨਹੀਂ ਹੁਣ ਰੌਲਾ ਮੰਨਣਾ। ਤੁਸੀਂ ਤਾਂ ਪਬਲਿਕ ਤੇ ਅਸਰ ਨਹੀਂ ਰਹਿਣਾ ਇਹਨਾਂ ਗੱਲਾਂ ਦਾ ਜਿਹੜੀਆਂ ਹੁਣ ਤੁਸੀਂ ਕਰਦੇ। ਗਜ ਗਜਾਂ ਤੇ ਜਿਹੜੇ ਹਾਥੀਆਂ ਤੇ ਜਿਹੜੇ ਹੁੰਦੇ ਇਹਨਾਂ ਦੇ ਸੰਤਾਂ ਦੇ ਜਿਹੜੇ ਬੜੇ ਹੁੰਦੇ ਨੇ ਨਾ, ਉਹ ਹਾਥੀਆਂ ਤੇ ਚੜੇ ਹੁੰਦੇ ਨੇ, ਚੇਲੇ ਤੁਰੇ ਫਿਰਦੇ ਹੁੰਦੇ ਨੇ। ਰਥਾਂ ਵਾਲੇ ਉਧਰ ਰਾਜੇ ਹੁੰਦੇ ਨੇ, ਉਹ ਰਥਾਂ ਦੇ ਸਵਾਰ ਹੁੰਦੇ ਨੇ। ਰਥੀ ਵਿੱਚੇ ਰਥ, ਉਹ ਦੋਹਾਂ ਨੂੰ ਕੁੱਟੂ। ਹਾਥੀਆਂ ਵਾਲਿਆਂ ਨੂੰ ਵੀ ਵਿੱਚੇ ਹਾਥੀਆਂ ਨੂੰ ਕੁੱਟੂ, ਵਿੱਚੇ ਰਥਾਂ ਵਾਲਿਆਂ ਨੂੰ, ਵਿੱਚੇ ਰਥਾਂ ਨੂੰ, ਸਾਰੇ ਹੀ ਕੁੱਟੇ ਜਾਣੇ ਨੇ। ਕਈਆਂ ਦੇ ਕੇਸਾਂ ਦਾ ਜ਼ਿਆਦਾ ਵੀ ਬਹੁਤ ਜਟਾਂ ਲੰਮੀਆਂ ਨੇ। ਉਹ ਕਹਿੰਦੇ ਨੇ ਵੀ ਐਂ ਕਰੋ, ਜੇ ਲੰਮੀਆਂ ਜਟਾਂ ਨੇ ਤਾਂ ਝੂਟਾ ਬਣਾ ਲਓ, ਪੀਂਘ ਪਾ ਲਈਏ। ਵੀ ਝੂਟਣ ਹੱਥ ਰੱਖੀ ਹੋਈਆਂ ਨੇ, ਕਿਸ ਕੰਮ ਆਉਣਗੇ ਜਟਾਂ, ਵੀ ਝੂਟਾ ਬਣਾ ਲੈਂਦੇ ਇਹਦਾ। ਤੂੰ ਦਰਖਤ ਤੇ ਉੱਤੇ ਬਹਿ ਜਾ ਕੇ ਕੇਸ ਲਟਕਾ ਦੇ ਤੇ ਨਿਆਣੇ ਝੂਟਿਆ ਕਰਨਗੇ। ਕੋਈ ਕੰਮ ਤਾਂ ਆਉਣ ਜਟਾਂ। ਉਹ ਤਾਂ ਦੁਖੀ ਉਹ ਕਰਦੀਆਂ ਨੇ, ਹੋਰ ਕੰਮ ਤਾਂ ਆਉਂਦੀਆਂ ਨਹੀਂ ਕਿਸੇ।
ਗਹਿ ਕੇਸਨ ਏਕਿਨ ਝੂਟੇਂਗੇ। ਆਹੋ ਵੀ ਨਿਆਣੇ ਝੂਟ ਲੈਣਗੇ, ਉਹ ਹੁੰਦੇ ਨਹੀਂ ਬਰੋਟੇ ਦੇ ਲਟਕਦੀ ਨਹੀਂ ਹੁੰਦੀਆਂ ਜਟਾਂ, ਨਿਆਣੇ ਝੂਟਦੇ ਨਹੀਂ ਫੜ ਕੇ। ਕਿਸੇ ਕੰਮ ਤਾਂ ਹੁਣ ਉੱਤੇ ਪੈ ਜਾ ਕਰ, ਨਿਆਣੇ ਝੂਟ ਲਿਆ ਕਰਨਗੇ। ਉਹ ਹੁਣ ਮਜ਼ਾਕ ਹੀ ਕਰਨਾ ਹੁੰਦਾ ਵੀ ਦੱਸ ਕਿਸ ਕੰਮ ਨੇ ਜਟਾਂ, ਤੂੰ ਇੰਨੀ ਬਿਪਤਾ ਉੱਤੇ ਸਿਰ ਤੇ ਚੱਕੀ ਹੈ ਵੀ ਅਕਲ ਆਏ ਨਾ ਜਾਵੇ। ਕਦੇ ਸਿਰ 'ਚ ਪਾਣੀ ਨਹੀਂ ਪਾਇਆ ਵੀ ਹੋਸ਼ ਆਏ ਨਾ ਜਾਵੇ। ਅਕਲ ਤੋਂ ਬੇਅਕਲ ਹੋਣ ਵਾਸਤੇ ਕੱਲੀ ਜਟਾ ਰੱਖਣੀ ਕਾਫੀ ਨੇ। ਸਿਰ 'ਚ ਸੁਆਹ ਪਾਉਂਦੇ ਰਹਿਣਾ, ਪਾਣੀ ਨਾ ਪਾਉਣਾ। ਬੇਅਕਲ ਰੱਖਣ ਵਾਸਤੇ ਨਹੀਂ ਕਾਫੀ ਹੈ, ਕਿਸੇ ਨੂੰ ਅਕਲਮੰਦ ਨਹੀਂ ਹੋਣ ਦੇਣਾ, ਕਾਫੀ ਹੈ ਗੱਲ। ਬਸ ਜਟਾਂ ਦੇ ਸਿਰ ਤੇ ਰੋਟੀ ਮਿਲਣੀ, ਜਟਾਂ ਦੀ ਵਡਿਆਈ ਕਰਨੀ, ਕਿਟਕਟੀਆਂ ਲੰਮੀਆਂ ਨੇ। ਇਸ ਕਰਕੇ ਜਟਾਂ ਨੂੰ ਸੀ ਸੁਧਾਰ ਹੂੰ ਦਸਮ ਭਾਸ਼ਾ ਕਹਿੰਦੇ ਨੇ। ਨਮੁੰਦਰ ਕਾ ਸੁਧਾਰ ਹੂੰ, ਨਾ ਮੈਂ ਮੁਦਰਾ ਬਣਾ ਕੇ ਸਮਾਧੀ ਲਾਉਣੀ ਹੈ। ਸਧਾਰਨ ਦੀ ਗੱਲ ਹੈ। ਮੁਦਰ ਕਾ ਕੰਨਾਂ 'ਚ ਮੁੰਦਰਾ ਪਾਉਣ ਵਾਲੀ ਗੱਲ ਨਹੀਂ ਹੈ। ਮੁਦਰ ਕਾ ਲਫ਼ਜ਼ ਹੈ। ਇਹ ਜਿਹੜੀ ਤੁਸੀਂ ਮੁਦਰਾ ਬਣਾ ਕੇ ਬਹਿੰਦੇ ਹੋ ਨਾ, ਸੰਤੋਖ ਦੀ ਮੁਦਰਾ ਬਣਾਓ। ਉਹ ਬੈਠੇ ਹੁੰਦੇ ਨਹੀਂ ਇੱਥੇ ਆਪਣੇ ਜਿੰਨਾਂ ਦੇ ਵਿੱਚ ਖੜਾਏ ਹੋਏ ਬੰਦੇ, ਸਟੈਚੂ, ਉਹ ਮੁਦਰਾ ਹੈ। ਹੋਰ ਗਾਨੀ ਕੀ ਹੁੰਦੀ ਸੀ ਇਹਨਾਂ ਦੀ ਮੁਦਰਾ। ਹੁਣ ਤਾਂ ਲੋਕ ਮਜ਼ਾਕ ਨਾਲ ਉਹ ਬਣਾਉਣ ਲੱਗੇ, ਕਿੰਨਾ ਚਿਰ ਪਤਾ ਹੀ ਨਹੀਂ ਲੱਗਦਾ, ਪੱਥਰ ਵਾਂਗੂ ਬੈਠ ਖੜੇ ਰਹਿੰਦੇ ਨੇ। ਹੁਣ ਤਾਂ ਆਮ ਲੋਕ ਕਰਨ ਲੱਗ ਗਏ। ਕਾਹਦੀ ਭਗਤੀ ਹੈ? ਹਾਂਜੀ, ਲੱਖ ਲਾਤਨ ਮੁਸ਼ਟ ਪ੍ਰਹਾਰੇਂਗੇ। ਹਾਂ, ਲੱਖ ਲਾਤਨ ਮੁਸ਼ਟ। ਬਸ ਕੀ ਹੋਊਗਾ? ਲੱਤਾਂ ਨੂੰ ਮੁੱਕੀਆਂ ਦੀ ਮਾਰ ਪੈਣ ਲੱਗ ਜੂ ਬਈ। ਜਟਾਂ ਫੜ ਕੇ ਤਾਂ ਫਿਰ ਲੱਤਾਂ ਮੁੱਕੀਆਂ ਨਾਲੇ ਕੁੱਟ ਦੂ ਤੈਨੂੰ। ਲੱਖ ਲਾਤਨ ਮੁਸ਼ਟ ਪ੍ਰਹਾਰੇ, ਚਾਹੇ ਜਟਾਂ ਰੱਖ ਲਈਆਂ, ਜੇ ਭਲਾ ਦੁਸ਼ਮਣ ਹੋਵੇ। ਜਟਾਂ ਦੇ ਤਾਂ ਆਦਮੀ ਉਹੀ ਕਾਬੂ ਆ ਜਾਂਦਾ। ਲੱਤਾਂ ਮੁੱਕੀਆਂ ਨਾਲੇ ਤੇਰਾ ਧੰਦਾ ਕਰ ਦੂ। ਰਣ ਦਾਤਨ ਕੇਸਨ ਪਾ ਰਹੇ, ਦੰਦਾਂ ਨਾਲ ਕੇਸ ਪਾਰੇਂਗੇ, ਪਾੜ ਦੇਣਗੇ। ਪੱਟ ਦੇਣਗੇ। ਪਾੜਨਾ ਪੱਟਣ ਨੂੰ ਕਹਿੰਦੇ ਨੇ। ਅਵਨੇਸ਼ ਅਨੀਨ ਸੁਧਾਰੇਂਗੇ। ਅਵਨੇਸ਼ ਅਨੀਨ ਸੁਧਾਰੇਂਗੇ, ਅਨੀਨ ਸੁਧਾਰੇਂਗੇ। ਅਵਨੇਸ਼ ਹੁੰਦਾ ਜਿਹੜੇ ਆਪਣੇ ਈਸ਼ ਤੋਂ ਅਵਨ ਈਸ਼ ਨਹੀਂ ਹੈ। ਹਾਂ, ਸੁਧਾਰੇਂਗੇ। ਅਨੀਨ ਫੌਜ, ਹਾਂ, ਫੌਜ ਜਿਹੜੇ ਫੌਜ ਦੇ ਆਗੂ ਹੁੰਦੇ ਨੇ, ਜਿਵੇਂ ਉਹ ਸੈਨਾਪਤੀ ਹੁੰਦੇ ਨੇ। ਕਰਬਾਨ ਕਿਰਪਾਨ ਸੰਭਾਰੇਂਗੇ। ਕਰਬਾਨ ਕਿਰਪਾਨ ਸੰਭਾਰੇਂਗੇ। ਉਹ ਫਿਰ ਬਾਣ ਔਰ ਕਿਰਪਾਨ ਨੂੰ ਹੱਥ 'ਚ ਲੈਣਗੇ, ਸੰਭਾਲਣਗੇ, ਸੰਭਲਣਗੇ। ਕਰ ਰੋਸ ਦੋਹਾਂ ਦਿਸ ਭਾਵੇਂਗੇ। ਕਰ ਰੋਸ ਦੋਹਾਂ ਦਿਸ ਭਾਵੇਂਗੇ। ਦੋਹਾਂ ਪਰਖਾਂ ਤੇ ਹੀ, ਦੋਹਾਂ ਪਾਸਿਆਂ ਤੇ ਹੀ ਰੋਸ ਨਾਲ ਜਦੋਂ ਰੋਸ 'ਚ ਆ ਜਾਣਗੇ, ਦੋਏ ਧਿਰਾਂ ਰੋਸ 'ਚ ਆ ਜਾਂਦੀਆਂ ਨੇ, ਆਪਸ ਵਿੱਚ ਹੀ ਫੇਰ ਰੋਸ 'ਚ ਆ ਕੇ ਖੇਪੜ ਪੈਂਦੇ ਨੇ ਨਾ। ਰਣ ਸੀਜ ਦਵਾਲੇ ਪਾਵੇਂਗੇ। ਰਣ ਸੀਜ ਦਵਾਲੇ ਪਾਵੇਂਗੇ। ਜਦ ਦੋਏ ਧਿਰਾਂ ਜਿਹੜੀਆਂ ਨੇ, ਜਿਹੜਾ ਇਹਨਾਂ 'ਚੋਂ ਸਿੱਝ ਗਿਆ, ਜਿਹਨੂੰ ਸਮਝ ਆ ਗਈ ਇਹਨਾਂ ਦੋਹਾਂ ਧਿਰਾਂ 'ਚੋਂ, ਦਿਵਾਲਿਆ ਪਾਵੇਂਗੇ। ਉਹ ਦਿਵਾਲਿਆ ਪਾਵੇਂ, ਉਹ ਹਿਰਦੇ 'ਚ ਟਿਕ ਜਾਂਦਾ। ਉਹ ਜਿਹੜੇ ਜਿਹਨੂੰ ਸਮਝ ਆਈ ਜਾਂਦੀ ਹੈ ਉਹ ਟਿਕੀ ਜਾਂਦਾ। ਜਿਹੜੇ ਬੇਸਮਝ ਨੇ, ਜਿਹੜੇ ਗਿਆਨਵਾਨ ਨੇ, ਉਹਨਾਂ ਨੂੰ ਸਮਝ ਆਈ ਜਾਂਦੀ ਹੈ, ਉਹ ਟਿਕੀ ਜਾਂਦੇ ਨੇ। ਫਿਰ ਗਿਆਨਵਾਨ ਦੋਆਂ ਨੂੰ ਵੀ ਟਿਕਾਉਣ ਲੱਗ ਜਾਂਦੇ ਨੇ, ਆਪਣੇ ਧੜੇ ਵਾਲਿਆਂ ਨੂੰ ਵੀ ਘੂਰਨ ਲੱਗ ਜਾਂਦੇ ਨੇ। ਜਦੋਂ ਕੁਛ ਆਦਮੀ ਸਮਝ ਜਾਂਦੇ ਨੇ ਨਾ, ਸਿਆਣੇ, ਜਿਵੇਂ ਵਕੀਲ ਜਾਂ ਸਮਝ ਜਾਂਦਾ, ਫਿਰ ਉਹ ਆਪਣੇ ਨਾਲ ਪਾਸੇ ਵਾਲੇ ਨੂੰ ਆਪੇ ਸਮਝਾ ਲੈਂਦਾ ਵੀ ਭਾਈ ਆਪਣੇ 'ਚ ਕਮਜ਼ੋਰੀ ਹੈ, ਇੱਥੇ ਆਹ ਕਮਜ਼ੋਰੀ ਵਾਲੀ ਗੱਲ ਹੈ ਤਾਂ ਮੰਨਣੀ ਪਊਗੀ। ਆਪਾਂ ਕਿਤੇ ਕੋਈ ਚਰਚਾ ਕਰਦੇ ਹਾਂ, ਕਿਤੇ ਕੋਈ ਰੌਲਾ ਹੈ, ਕਿਤੇ ਕੋਈ ਝਗੜਾ ਹੈ, ਪੰਚਾਇਤ ਬੈਠੀ ਹੈ, 4 ਆਦਮੀ ਨੇ,
ਤੇ ਉਹ ਜਿਹੜੀ ਗੱਲ ਜਾਇਜ਼ ਹੈ, ਸਿਆਣਾ ਆਦਮੀ ਮੰਨਦਾ, ਉਹ ਫਿਰ ਦੂਜਿਆਂ ਨੂੰ ਸਮਝਾਉਣਾ ਪੈਂਦਾ ਵੀ ਇਹ ਗੱਲ ਆਪਣੀ ਗਲਤੀ ਹੈ। ਇੱਥੇ ਆਪਣੀ ਕਮਜ਼ੋਰੀ ਹੈ, ਕਮਜ਼ੋਰੀ ਨੂੰ ਮੰਨਣਾ ਪਊ। ਪਰ ਪੰਚਾਇਤ ਬਹਿੰਦੀ ਹੈ, 10 ਆਦਮੀ ਬਹਿੰਦੇ ਨੇ, ਕਮਜ਼ੋਰੀ ਮੰਨਣੀ ਪੈਂਦੀ ਹੁੰਦੀ ਹੈ ਉੱਥੇ। ਇਹ ਨਹੀਂ ਹੈ ਜੇ ਉਹੀ ਸਰੜ ਆਈ ਜਾਵੇ ਕੋਈ, ਉਹ ਨਹੀਂ ਮੰਨਿਆ ਜਾਂਦਾ। ਉਹਨੂੰ ਕੌਣ ਮੰਨਦਾ? ਦੁਨੀਆ ਕਿਵੇਂ ਮੰਨ ਲੂ ਉਹਨੂੰ? ਦੁਨੀਆ ਤੋਂ ਅਲੱਗ ਹੋ ਜੂ ਸਾਰੀ ਤੋਂ। ਛਣਨਕ ਕਿਰਪਾਨ ਛਣਕੈਗੀ। ਹਾਂ, ਜਦੋਂ ਕਿਰਪਾਨ ਨਾਲ ਚੱਲਣਗੀਆਂ ਤਾਂ ਕਿਰਪਾਨਾਂ ਛਣਕਦੀਆਂ ਵੀ ਹੁੰਦੀਆਂ ਨੇ। ਜਾਂ ਗਿਆਨ ਚਰਚਾ ਹੁੰਦੀ ਹੈ, ਆਪਣੀ ਆਪਣੀ ਗੱਲ ਕਹਿਣ ਦਾ ਸਾਰਿਆਂ ਨੂੰ ਹੱਕ ਹੁੰਦਾ। ਕਹੋ, ਤੁਸੀਂ ਆਪਣੀ ਗੱਲ ਕਹਿ ਸਕਦੇ ਹੋ, ਕਹਿਣ ਦੀ ਸਭ ਨੂੰ ਆਜ਼ਾਦੀ ਹੈ, ਬੋਲਣ ਦੀ। ਪਰ ਉਹਦਾ ਜਦ ਜਵਾਬ ਆ ਜਾਂਦਾ ਹੈ, ਮੰਨ ਲੈਣ ਨੂੰ ਵੀ ਬਾਉਂਡ ਹੈ ਫਿਰ ਆਦਮੀ। ਜੋ ਰਿਜ਼ਲਟ ਨਿਕਲਦਾ ਝੂਠ ਔਰ ਸੱਚ ਦਾ, ਉਹਨੂੰ ਮੰਨਣ ਨੂੰ ਵਕੀਲ ਜਿੰਨੀ ਮਰਜ਼ੀ ਬਹਿਸ ਕਰਦੇ ਨੇ, ਪਰ ਅਦਾਲਤ ਫੈਸਲਾ ਦੇ ਦਿੰਦੀ ਹੈ ਕੌਣ ਠੀਕ ਹੈ ਕੌਣ ਗਲਤ ਹੈ। ਉਹ ਮੰਨਣਾ ਹੀ ਪਊਗਾ ਤੁਹਾਨੂੰ। ਆਪਣਾ ਤੁਸੀਂ ਦਲੀਲਾਂ ਦੇਣ ਦਾ ਸਭ ਨੂੰ ਹੱਕ ਹੈ। ਇਹੀ ਧਰਮਾਂ ਦੀ ਗੱਲ ਹੈ। ਆਪਣੀਆਂ ਦਲੀਲਾਂ ਸਾਰੇ ਦੇ ਸਕਦੇ ਨੇ, ਪਰ ਪਬਲਿਕ ਨੇ ਫੈਸਲਾ ਕਰਨਾ ਹੁੰਦਾ ਕੀ ਰੌਂਗ ਹੈ ਕੀ ਰਾਈਟ ਹੈ। ਜਾਂ ਫਿਰ ਕੋਈ ਸਿਆਣੇ ਬੰਦੇ ਹੋਣ ਫੈਸਲਾ ਕਰਨ ਵਾਲੇ, ਉਹ ਕਹਿਣਗੇ ਕੀ ਗਲਤ ਹੈ ਕੀ ਠੀਕ ਹੈ। ਜਿਹਨੂੰ ਇਹ ਗੱਲ ਮਨਜ਼ੂਰ ਨਹੀਂ, ਉਹਨੂੰ ਧਰਮ ਨਹੀਂ ਰਹਿਣਾ ਫਿਰ ਉਹ ਦੁਨੀਆ 'ਚ। ਉਹਨੂੰ ਕਿਸੇ ਨੇ ਧਰਮ ਨਹੀਂ ਮੰਨਣਾ। ਜੇ ਧਾਰਮਿਕ ਆਦਮੀ ਵੀ ਇਨਸਾਫ ਨੂੰ, ਹੱਕ ਸੱਚ ਨੂੰ ਮੰਨਣ ਨੂੰ ਤਿਆਰ ਨਹੀਂ, ਉਹ ਧਰਮ ਕਾਹਦਾ ਫਿਰ? ਜੇ ਧਰਮ ਖੁਦ ਵੀ ਗਲਤ ਨੂੰ ਗਲਤ ਕਹਿਣ ਨੂੰ ਤਿਆਰ ਨਹੀਂ, ਗਲਤ ਨੂੰ ਗਲਤ ਮੰਨਣ ਨੂੰ ਤਿਆਰ ਨਹੀਂ, ਉਹਦੇ ਆਪਣੇ ਅੰਦਰ ਗਲਤੀਆਂ ਨੇ, ਉਹਦੇ ਆਪਣੇ ਅੰਦਰ ਕਮੀਆਂ ਨੇ, ਉਹਦੀ ਸਫਾਈ ਨਹੀਂ ਦੇ ਸਕਦਾ, ਉਹ ਧਰਮ ਕਾਹਦਾ ਰਹਿ ਗਿਆ ਫਿਰ? ਇਹੀ ਗੱਲ ਹੋਣ ਵਾਲੀ ਹੈ। ਇਸੇ ਕਰਕੇ ਝੂਠੀਆਂ ਮੱਤਾਂ ਵਾਲੇ ਕਦੇ ਵੀ ਗਿਆਨ ਚਰਚਾ ਦੀ ਗੱਲ ਤੇ ਨਹੀਂ ਆਉਣਗੇ। ਸੰਸਾਰ ਦਾ ਟ੍ਰੈਂਡ ਇੱਧਰ ਨੂੰ ਜਾਂਦਾ ਵੀ ਇੱਕ ਪਲੇਟਫਾਰਮ ਤੇ ਬਹੁਤ ਕੋਸ਼ਿਸ਼ ਕੀਤੀ ਜਾਂਦੀ ਹੈ, ਰਹੀ ਹੈ, ਸਰਵ ਧਰਮ ਸੰਮੇਲਨਾਂ ਦੀ। ਪਰ ਉੱਥੇ ਜਿਹੜੇ ਜਾਂਦੇ ਨੇ, ਕੋਈ ਵੀ ਧਾਰਮਿਕ ਬੰਦਾ ਨਹੀਂ ਹੁੰਦਾ, ਕੋਈ ਵੀ ਗਿਆਨਵਾਨ ਨਹੀਂ ਹੁੰਦਾ। ਉਹ ਸਾਰੇ ਹੀ ਖੋਟੇ ਸਿੱਕੇ ਹੁੰਦੇ ਨੇ, ਸਾਰੇ ਧਰਮਾਂ ਵਿੱਚੋਂ ਹੀ। ਉਹ ਆਪਣੀ ਗੱਲ ਕਹਿੰਦਾ, ਆਪਣੀ ਰਿਜ਼ਲਟ ਕੋਈ ਨਹੀਂ ਨਿਕਲਦਾ, ਘਰ ਨੂੰ ਆ ਜਾਂਦੇ ਨੇ। ਜਦੋਂ ਇੱਕ ਵੀ ਆਦਮੀ ਇਹੋ ਜਿਹਾ ਪੈਦਾ ਹੋ ਜਾਂਦਾ ਵਰਲਡ ਵਿੱਚ ਜਿਹਨੂੰ ਧਰਮ ਦਾ ਗਿਆਨ ਹੋਵੇ, ਸਰਵ ਧਰਮ ਸੰਮੇਲਨ ਦਾ ਮਤਲਬ ਹੈ ਵੀ ਧਰਮ ਇੱਕੋ ਹੀ ਹੈ। ਗਿਆਨਵਾਨ ਆਦਮੀ ਜਾਣਦੇ ਨੇ ਵਰਲਡ ਦਾ ਧਰਮ ਇੱਕੋ ਹੀ ਹੈ। ਸਾਰਿਆਂ ਨੂੰ ਇਕੱਠੇ ਕਰੀਏ, ਰਿੜਕੀਏ, ਸੱਚ ਹੈ ਕੀ। ਸੱਚ ਦਾ ਨਹੀਂ ਇਹਨਾਂ ਲੋਕਾਂ ਨੇ ਪਤਾ ਲੱਗਣ ਦਾ, ਸੱਚ ਦਾ ਪਤਾ ਹੀ ਨਹੀਂ। ਸੱਚ ਦੀ ਲੋੜ ਹੀ ਨਹੀਂ ਅਸਲ 'ਚ ਕਿਸੇ ਨੂੰ ਵੀ। ਜਿੰਨੇ ਦੁਨੀਆ ਦੀਆਂ ਮੱਤਾਂ ਨੇ, ਕਿਸੇ ਨੂੰ ਸੱਚ ਦੀ ਲੋੜ ਨਹੀਂ ਹੈ। ਜਿੱਦਣ ਸੱਚ ਤੇ ਆ ਗਈ ਗੱਲ, ਇਹਨਾਂ ਦੇ ਕਬਜ਼ੇ ਹੀ ਨਹੀਂ ਰਹਿਣੇ ਧਰਮ ਤੇ ਕਿਸੇ ਦੇ ਵੀ, ਜਿਹੜੇ ਬੜੇ ਬੜੇ ਬਣੇ ਫਿਰਦੇ। ਇਹਨਾਂ ਦੇ ਕਬਜ਼ੇ ਹੀ ਨਹੀਂ ਰਹਿਣੇ, ਇਹ ਆਪ ਹੀ ਸਾਬਤ ਹੋ ਜਾਣੇ ਨੇ। ਇਹ ਲੋਕ ਫਰੌਡੀ ਨੇ ਸਾਰੇ, ਇਹ ਲੋਕ ਨਹੀਂ ਚਾਹੁੰਦੇ। ਇਹ ਧਰਮ ਜਿੰਨੀਆਂ ਮੱਤਾਂ ਨੇ, ਇਹ ਕਾਰਨ ਨੇ ਅੱਜ ਦੇ ਹਾਲਾਤ ਖਰਾਬ ਹੋਣ ਦੇ। ਅੱਜ ਇਹ ਹਾਲਾਤ ਖਰਾਬ ਨੇ, ਇਹ ਧਾਰਮਿਕ ਲੋਕ ਜ਼ਿੰਮੇਵਾਰ ਨੇ ਜਾਂ ਸਿਆਸਤਦਾਨ ਜ਼ਿੰਮੇਵਾਰ ਨੇ? ਛੋਟੇ ਛੋਟੇ ਰਾਜ ਬਣਾਉਣ ਦੇ ਸਿਆਸਤਦਾਨ ਵੀ, ਇੱਥੇ ਚੀਫ ਮਿਨਿਸਟਰ ਮੈਂ ਬਣੂੰਗਾ, ਖਰਚਾ ਵੱਧ ਜਾਣਾ, ਪਿਆ ਵੱਧ ਜਾਵੇ, ਉਹ ਤਾਂ ਪਬਲਿਕ ਨੇ ਦੇਣਾ, ਟੈਕਸ ਤਾਂ ਪਬਲਿਕ ਤੇ ਪੈਣੇ ਨੇ। ਬਹਾਨਾ ਵਿਕਾਸ ਦਾ ਜੀ ਹੁੰਦਾ ਨਹੀਂ ਜੀ, ਬੜੇ ਦੇਸ਼ 'ਚ ਨਹੀਂ ਹੁੰਦਾ, ਉਹ ਨਹੀਂ ਹੁੰਦਾ। ਕੁਝ ਵੀ ਬਹਾਨਾ ਬਣਾ ਸਕਦੇ ਨੇ। ਫਿਰ ਖਰਚਾ ਕਿਉਂ ਵਧਾਉਣੇ? ਚਾਹੇ ਇੱਕ ਗਲੀ ਗਲੀ ਰਾਜ ਬਣਾ ਲਓ, ਖਰਚਾ ਨਾ ਵਧਾਓ, ਘਰੋਂ ਘਰੋਂ ਖਰਚਾ। ਸਭ ਇਹਨਾਂ ਲੋਕਾਂ ਦੇ ਪਾਏ ਹੋਏ ਨੇ, ਦੋਏ ਨਹੀਂ ਬੰਦੇ, ਦੋਹਾਂ ਦੀ ਮਿਲੀ ਭੁਗਤ ਹੈ। ਦੋਹਾਂ ਨੂੰ ਠੀਕ ਹੋਣਾ ਪੈਂਦਾ ਜਦ ਧਰਮ ਪ੍ਰਗਟ ਹੁੰਦਾ। ਪ੍ਰਹਾਰ ਦੋਹਾਂ ਤੇ ਹੀ ਕਰਦਾ ਹੈ। ਧਰਮ ਵਾਲਿਆਂ ਦੇ ਵੀ ਪ੍ਰਹਾਰ ਕਰਦਾ, ਸਿਆਸਤਦਾਨ ਰਾਜੇ ਦੇ ਵੀ ਪ੍ਰਹਾਰ ਕਰਦਾ। ਇੱਥੇ ਰਾਜਾ ਵੀ ਹੈ, ਧਾਰਮਿਕ ਬੰਦੇ ਵੀ ਨੇ, ਦੋਏ ਨੇ, ਦੋ ਹੀ ਬੈਠੇ ਨੇ, ਦੋ ਹੀ ਘੁੱਟ ਹੁੰਦੇ ਨੇ, ਦੋਹਾਂ 'ਚ ਕਮੀਆਂ ਨੇ। ਉਹ ਜਿਹੜੇ ਰੱਖੇ ਨੇ ਧਾਰਮਿਕ ਰਾਜੇ ਨੇ, ਪੰਡਤ ਨਾਲ ਹੋਰ ਵਿਦਵਾਨ, ਉਹ ਵੀ ਕੁੱਟ ਹੋਈ ਜਾਂਦੇ ਨੇ।
ਧਰਮ ਕਾਹਦੇ ਵਾਸਤੇ ਹੈ? ਧਰਮ ਕਿਹਦੇ ਨਾਲ ਜੋੜਦਾ ਹੈ? ਧਰਮ ਜੋੜਦਾ ਹੈ ਬ੍ਰਹਮ ਨਾਲ, ਆਤਮ ਨਾਲ, ਨਿਰਾਕਾਰ ਨਾਲ। ਤੇ ਨਿਰਾਕਾਰ ਦਾ ਤਾਂ ਗਿਆਨ ਨਹੀਂ ਕਿਸੇ ਨੂੰ, ਜੋੜਦੇ ਕਿਹਦੇ ਨਾਲ ਫਿਰ ਤੁਸੀਂ? ਜੇ ਨਹੀਂ ਜੋੜ ਸਕਦੇ ਧਰਮ ਖਤਮ ਕਰ ਦੋ ਵੀ ਇਹ ਧਰਮ ਖਤਮ, ਨਹੀਂ ਜੋੜ ਸਕਦਾ। ਫੇਲ ਮੰਨ ਲਓ ਵੀ ਇਹ ਧਰਮ ਫੇਲ ਹੈ। ਉਹ ਲੋਕਾਂ ਨੂੰ ਵੀ ਤੁਸੀਂ ਬਲਗਣਾ ਹੀ ਫਿਰੀ ਜਾਂਦੇ ਹੋ ਨਾਲ, ਪ੍ਰੋਗਰੈਸਿਵ ਨਹੀਂ ਕਰ ਰਹੇ, ਕੁਛ ਧਰਮ ਦਾ ਕੰਮ ਵੀ ਨਹੀਂ ਕਰ ਰਹੇ ਕੋਈ, ਸਗੋਂ ਮਾਇਆ ਇਕੱਠੀ ਕਰ ਕਰਕੇ ਬਲੌਕ ਕਰੀ ਜਾਂਦੇ ਹੋ ਉਹਨੂੰ। ਚੰਗਾ ਧਰਮ ਹੈ? ਧਰਮ ਦੇ ਨੂੰ ਧੰਦੇ ਬਣਾ ਕੇ ਕੁਝ ਲੋਕਾਂ ਨੇ ਧਰਮ ਨੂੰ ਧੰਦਾ ਬਣਾ ਕੇ ਮਾਇਆ ਤੇ ਕਬਜ਼ਾ ਕੀਤਾ ਹੋਇਆ, ਐਸ਼ ਪ੍ਰਸਤੀ ਕਰਦੇ ਨੇ। ਕੁਝ ਲੋਕਾਂ ਨੇ ਸਿਆਸਤ ਨੂੰ ਸੇਵਾ ਕਹਿ ਕੇ, ਸਿਆਸਤ ਨੂੰ ਸੇਵਾ ਕਹਿ ਕੇ, ਰਾਜ ਪ੍ਰਬੰਧ ਨੂੰ ਸੇਵਾ ਪਬਲਿਕ ਦੀ ਕਹਿ ਕੇ ਉਹਨਾਂ ਨੇ ਉਧਰ ਦੀ ਕਬਜ਼ਾ ਕੀਤਾ। ਦੋ ਹੀ ਪਬਲਿਕ ਨੂੰ ਗੁੰਮਰਾਹ ਕਰਕੇ ਲੁੱਟ ਕੇ, ਲੁੱਟਦੇ ਵੀ ਨੇ, ਕੁੱਟਦੇ ਵੀ ਨੇ, ਖਾਈ ਵੀ ਜਾਂਦੇ। ਇੱਥੇ ਗੱਲ ਫਸੀ ਹੋਈ ਹੈ। ਦੋਹਾਂ ਦੀ ਉਹ ਕਟਾਈ ਹੁੰਦੀ ਹੈ। ਜੇ ਸੱਚ ਪ੍ਰਗਟ ਹੁੰਦਾ ਦੋਹਾਂ ਦੇ ਹੀ ਪੋਲ ਖੋਲ ਦਿੰਦਾ। ਪੋਲ ਇਹ ਖੋਲੀ ਹੈ, ਦੋਹਾਂ ਦੀ ਪੋਲ ਖੋਲ ਦਿੰਦਾ। ਪਤਾ ਹੈ ਸਾਰਿਆਂ ਨੂੰ, ਸਿਆਸਤਦਾਨਾਂ ਬਾਰੇ ਵੀ ਪਤਾ, ਆਪ ਵੀ ਮੰਨੀ ਜਾਂਦੇ ਨੇ। ਇਹਨਾਂ ਧਰਮਾਂ ਬਾਰੇ ਵੀ ਪਤਾ ਹੁਣ ਸਾਰਾ ਹੀ। ਔਰ ਦੂਏ ਪਾਸੇ ਜੋ ਕੋਈ ਇਹਨਾਂ ਨੇ ਹਥਿਆਰ ਬਣਾ ਲਏ ਉਹਦਾ ਵੀ ਪਤਾ ਸਾਰਿਆਂ ਨੂੰ। ਦੁਨੀਆ ਨਹੀਂ ਬਚ ਸਕਦੀ ਹੁਣ ਕਦੇ ਵੀ ਜੇ ਸੱਚਾ ਧਰਮ, ਜਿਹੜਾ ਇੱਕ ਧਰਮ ਨੂੰ ਨਹੀਂ ਅਪਣਾਇਆ। ਨਾ ਸਿਆਸਤਦਾਨਾਂ ਨੂੰ ਵੀ ਸਿੱਧੇ ਹੋਣਾ ਪਊਗਾ, ਧਰਮ ਲੋਕਾਂ ਨੂੰ ਵੀ, ਧਾਰਮਿਕ ਜਿਹੜੇ ਬੰਦੇ ਨੇ ਉਹਨਾਂ ਨੂੰ ਵੀ ਸਿੱਧੇ ਹੋਣਾ ਪਊ। ਨਹੀਂ ਬਚਣਾ ਕਿਸੇ ਨੇ ਵੀ ਨਹੀਂ ਕੋਈ ਬਚਦਾ। ਉਹਦਾ ਕੱਟੜਵਾਦ ਪੈਦਾ ਹੋ ਗਿਆ। ਉਹ ਧਰਮਾਂ, ਇਹ ਜਿਹੜੇ ਸੋ ਕਾਲਡ ਧਰਮ ਨੇ, ਇਹੀ ਪੈਦਾ ਕਰ ਰਹੇ। ਸਹੀ ਧਰਮ ਨੂੰ ਕੱਟੜਵਾਦ ਪੈਦਾ ਕਰਨ ਦੀ ਲੋੜ ਨਹੀਂ ਹੈ। ਅਗਿਆਨਤਾ ਚੋਂ ਕੱਟੜਵਾਦ ਪੈਦਾ ਹੁੰਦਾ। ਮੈਂ ਗਲਤ ਆ, ਮੈਂ ਗਲਤੀ ਮੰਨਣੀ ਨਹੀਂ। ਸਾਡੇ 'ਚ ਕਮੀ, ਅਸੀਂ ਕਮੀ ਰੱਖਣੀ ਹੈ। ਜਿਹੜਾ ਬੋਲੂਗਾ ਅਸੀਂ ਉਹ ਤੇ ਹਮਲਾ ਕਰਾਂਗੇ। ਕੱਟੜਵਾਦ ਹੈ ਹੋਰ ਕੀ? ਸਾਨੂੰ ਸੱਚ ਬਾਰੇ ਗਿਆਨ ਨਹੀਂ ਨਾ ਹੋਵੇ, ਅਸੀਂ ਨਹੀਂ ਗਿਆਨ ਲੈਣਾ, ਸਾਨੂੰ ਨਹੀਂ ਲੋੜ ਹੈ। ਇਹ ਧਰਮ ਹੈ। ਸਾਡੀ ਆਹ ਟ੍ਰੈਡੀਸ਼ਨ ਗਲਤ ਹੈ, ਠੀਕ ਹੈ, ਗਲਤ ਹੈ, ਅਸੀਂ ਇਹੀ ਰੱਖਣੀ ਹੈ। ਇਹ ਧਰਮ ਹੈ? ਇਹ ਨਹੀਂ ਧਰਮ ਹੈ। ਇਹ ਧਾਰਮਿਕ ਆਦਮੀ ਧਾਰਮਿਕ ਨਹੀਂ। ਰਾਜੇ ਤਾਂ ਖੈਰ ਹੁੰਦੇ ਹੀ ਨਹੀਂ, ਰਾਜਾ ਤਾਂ ਪਰਮੇਸ਼ਰ ਹੁੰਦਾ। ਦੋ ਹੀ ਫਰੌਡੀ ਨੇ, ਰਾਜ ਕਰਨ ਵਾਲੇ ਵੀ ਫਰੌਡੀ ਨੇ, ਧਰਮ ਦਾ ਉਪਦੇਸ਼ ਦੇਣ ਵਾਲੇ ਵੀ ਫਰੌਡੀ ਨੇ। ਦੋ ਹੀ ਇਹ ਆਗੂ ਹੁੰਦੇ ਨੇ ਸੰਸਾਰ ਦੇ। ਦੋ ਹੀ ਫਰੌਡ ਕਰ ਲੈਣ, ਫਰੌਡੀ ਹੋਣ, ਫਿਰ ਜਹਾਜ਼ ਨਾ ਡੁੱਬੇ। ਫਿਰ ਇਹਨਾਂ ਦਾ, ਫਿਰ ਇਹਨਾਂ ਦੀ ਕਰਾਮਾਤ ਕਾਹਦੀ ਹੋਈ ਜੇ ਜਵਾਬ ਫਿਰ ਵੀ ਨਾ ਡੁੱਬਿਆ? ਫਿਰ ਵੀ ਪਰਮੇਸ਼ਰ ਇਹਨੂੰ ਸ੍ਰਿਸ਼ਟੀ ਨੂੰ ਰੱਖ ਲਵੇ, ਬਚਾ ਲਵੇ। ਐਡੇ ਬੜੇ ਪਰਮੇਸ਼ਰ ਦੇ ਦੋਖੀ ਹੋਣ, ਪਰਮੇਸ਼ਰ ਦੇ ਦੋਖੀ ਨੇ, ਪਰਮੇਸ਼ਰ ਦੀ ਜਨਤਾ ਦੇ ਦੋਖੀ ਨੇ। ਇੰਨੇ ਦੋਖੀਆਂ ਦੇ ਬਾਵਜੂਦ ਪਰਮੇਸ਼ਰ ਬਚਾ ਲਵੇ, ਫਿਰ ਤਾਂ ਉਹਦੀ ਕੋਈ ਕਰਾਮਾਤ ਹੋਵੇ ਤਾਂ ਹੀ ਬਚਦੀ ਹੈ, ਨਹੀਂ ਬਚ ਸਕਦੀ। ਉਹੀ ਬਚਾਊਗਾ ਤਾਂ ਬਚੂਗੀ, ਨਹੀਂ ਬਚਣ, ਇਹ ਬਚਣ ਦਿੰਦੇ ਨੇ। ਇਹਨਾਂ ਕੋਲੋਂ ਕਸਰ ਕੋਈ ਨਹੀਂ, ਇਹਨਾਂ ਕੋਲੋਂ ਕੋਈ ਕਸਰ ਨਹੀਂ। ਹਾਂ, ਉਹ ਜੇ ਬਚਾ ਲਵੇ, ਉਹਦਾ ਕੋਈ ਪ੍ਰੋਗਰਾਮ ਬਚਾਉਣ ਦਾ ਹੋਵੇ ਭਾਵੇਂ ਬਚਾ ਲਵੇ।